कार्ड ऑन दिस कंप्यूटर। चलो जी रिकॉर्डिंग शुरू हो गई। अच्छा जी, ਅੱਜ ਮੈਂ ਸਭ ਤੋਂ ਪਹਿਲੇ ਜਿਹੜੀ ਤੁਹਾਡੇ ਨਾਲ ਗੱਲ ਜਿੱਥੋਂ ਸ਼ੁਰੂ ਕਰਨਾ ਚਾਹੁੰਦਾ ਨਾ, ਉਹ ਇਹ ਹੈ ਜਿਹੜਾ ਤਾਜ਼ਾ ਤਰੀਨ ਵਾਕਿਆ ਹੋਇਆ ਹੈ। ਤਾਜ਼ਾ ਤਰੀਨ ਵਾਕਿਆ ਇਹ ਹੋਇਆ ਹੈ ਕਿ ਰੂਸ ਦੇ ਇੱਕ ਇੱਕ ਆਪਣਾ ਗਰੁੱਪ ਨੇ ਜਾਂ ਇੱਕ ਬੰਦੇ ਨੇ ਅਮਰੀਕਾ ਦੀ ਜਿਹੜੀ 5-6 ਸਟੇਟਸ ਨੂੰ ਜਿਹੜੀ ਪਾਈਪਲਾਈਨ ਜਾਂਦੀ ਸੀ ਪੈਟਰੋਲ ਦੀ, ਕਲੋਨੀਅਲ ਗੈਸ, ਉਹਦੀ ਸਪਲਾਈ ਜਿਹੜੀ ਹੈ ਉਹ ਉਹਨਾਂ ਨੇ ਕੰਪਿਊਟਰ ਦੇ ਜ਼ਰੀਏ ਪ੍ਰੋਗਰਾਮਿੰਗ ਕਰਕੇ ਬੰਦ ਕਰ ਦਿੱਤੀ ਹੈ। ਇਹ ਤੁਸੀਂ ਖਬਰ ਸੁਣੀ ਹੈ? ਹਾਂ ਔਰ ਬਿਲਕੁਲ। ਔਰ ਉਹਦੇ ਵਿੱਚ ਇਹ ਹੈ ਕਿ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਕੰਪਨੀ ਹੈ ਕਲੋਨੀਅਲ, ਉਹਨੇ 5 ਮਿਲੀਅਨ ਜਿਹੜਾ ਹੈ ਉਹ ਚੱਟੀ ਭਰੀ ਹੈ ਉਹਦੀ, ਉਹਨਾਂ ਨੂੰ ਦਿੱਤੇ ਨੇ ਤੇ ਫੇਰ ਉਹ ਖੁੱਲੀ ਹੈ। ਮਾਈ ਗॉड। ਇਹਦੇ ਵਿੱਚ ਹੁਣ ਤੁਸੀਂ ਇਸ ਵਾਕਿਏ ਦੇ ਮੁxtਲਿਫ ਪਹਿਲੂਆਂ ਦੇ ਉੱਤੇ, ਪੱਖਾਂ ਦੇ ਉੱਤੇ ਗੌਰ ਕਰੋ ਕਿ ਇਹਦੇ ਵਿੱਚ ਜੇ ਇਹ ਕੰਮ ਮਿਸਾਲ ਦੇ ਤੌਰ ਤੇ ਤੇਲ ਦੀ ਸਪਲਾਈ ਬੰਦ ਕਰਨੀ ਹੁੰਦੀ, ਅਗਰ ਤੁਸੀਂ ਕੋਈ ਇੱਕ ਮੁਲਕ ਦੂਜੇ ਮੁਲਕ ਦੀ ਤੇਲ ਦੀ ਸਪਲਾਈ ਬੰਦ ਕਰਨਾ ਚਾਹਵੇ ਤੇ ਉਹਨੂੰ ਬਕਾਇਦਾ ਜਾਂ ਤੇ ਹਵਾਈ ਹਮਲੇ ਕਰਨੇ ਪੈਣਗੇ ਤੇ ਜਾਂ ਉਹਨੂੰ ਲਸ਼ਕਰਕਸ਼ੀ ਕਰਨੀ ਪਏਗੀ। ਇਸ ਤੋਂ ਵੱਖਰਾ ਤੇ ਕੁਝ ਨਹੀਂ ਹੋ ਸਕਦਾ। ਮਤਲਬ ਇੱਕ ਸਟੇਟ ਜਿਹੜੀ ਹੈ ਉਹ ਦੂਜੇ ਸਟੇਟ ਦੇ ਅੰਦਰ ਜਾ ਕੇ ਤੇ ਉਹਦੇ ਜਿਹੜੇ ਸਿਸਟਮਸ ਨੇ ਉਹਨਾਂ ਨੂੰ ਖਰਾਬ ਕਰ ਸਕਦੀ ਹੈ ਨਾ। ਪਹਿਲੇ ਤੁਹਾਨੂੰ ਯਾਦ ਹੋਏਗਾ ਕਿ ਆਪਣਾ ਪੁਲਾਂ ਦੀ ਤਸਵੀਰ ਨਹੀਂ ਸੀ ਲੈਣ ਦਿੰਦੇ ਹੁੰਦੇ ਬਾਹਰੋਂ ਆਏ ਲੋਕਾਂ ਨੂੰ, ਕਿਉਂਕਿ ਜੀ ਇਹ ਸੈਂਸਿਟਿਵ ਪਲੇਸ ਹੈਗੀ ਆ। ਤੇ ਮਤਲਬ ਜਿਹੜੀਆਂ ਸਟੇਟਸ ਹਨ ਉਹ ਆਪਣੀਆਂ ਹੱਦਾਂ ਦੇ ਅੰਦਰ ਸਭ ਕੁਝ ਕੰਟਰੋਲ ਕਰ ਲੈਂਦੀਆਂ ਸਨ ਤੇ ਕੋਈ ਬਾਹਰੋਂ ਉਹਨਾਂ ਦੇ ਵਿੱਚ ਦਖਲ ਨਹੀਂ ਦੇ ਸਕਦਾ ਸੀ। ਲੇਕਿਨ ਤੁਸੀਂ ਇਸ ਵਾਕਿਏ ਦੇ ਵਿੱਚ ਵੇਖੋ ਕਿ ਨਾ ਤੇ ਅਮਰੀਕਾ ਦੀ ਸਟੇਟ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਸੁਪਰ ਪਾਵਰ ਹੈ, ਜਿਹਦੇ ਕੋਲ ਆਲਾ ਤਰੀਨ ਅਸਲਾ, ਆਲਾ ਤਰੀਨ ਕੰਪਿਊਟਰ, ਆਲਾ ਤਰੀਨ ਦਿਮਾਗ ਜਿਹੜੇ ਨੇ ਸੋ ਕਾਲਡ ਉਹਨਾਂ ਕੋਲ ਹੈਗੇ ਨੇ, ਨਾ ਤੇ ਅਮਰੀਕਾ ਦੀ ਹਕੂਮਤ ਕੁਝ ਕਰ ਸਕੀ ਹੈ ਉਹਦਾ, ਔਰ ਨਾ ਹੀ ਰੂਸ ਦੀ ਹਕੂਮਤ ਵੀ ਕੁਝ ਕਰ ਸਕੀ ਹੈ ਉਹਦਾ। ਕਿਉਂਕਿ ਹੁਣ ਤੱਕ ਤੇ ਜਿਹੜੇ ਅਮਰੀਕੀ ਨੇ ਉਹ ਇਹ ਕਹਿ ਰਹੇ ਨੇ ਕਿ ਰੂਸ ਦੀ ਹਕੂਮਤ ਜਿਹੜੀ ਹੈ ਉਹ ਸ਼ਾਮਲ ਨਹੀਂ ਹੈ ਇਸ ਹਮਲੇ ਦੇ ਵਿੱਚ, ਜਿਹੜਾ ਸਾਈਬਰ ਹਮਲਾ ਹੋਇਆ ਹੈ। ਇਹ ਤੋਂ ਤੁਸੀਂ ਕੀ ਨਤੀਜਾ ਕੱਢਦੇ ਹੋ? ਮੈਂ ਇਹਦੇ ਤੋਂ ਇਹ ਨਤੀਜਾ ਕੱਢਣਾ ਹੈ ਕਿ ਜਿਹੜੀ ਟੈਕਨੋਲੋਜੀ ਹੈ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਹੈ, ਵਰਤੋਂ ਹੈ, ਉਹਦੇ ਨਾਲ ਹੁਣ ਜਿਹੜੇ ਵੀ ਪੁਰਾਣੇ ਸਾਰੇ ਹਥਿਆਰ ਤੇ ਹੱਦਬੰਦੀਆਂ ਸਨ ਮੁਲਕਾਂ ਦੀਆਂ ਤੇ ਸਟੇਟਾਂ ਦੀਆਂ ਤੇ ਜਿਹੜੇ ਕਿੰਨੇ ਜੱਥੇ ਚਾਹੀਦੇ ਨੇ ਕੇਸ ਕੰਮ ਲਈ, ਉਹ ਸਾਰੇ ਆਊਟ ਆਫ ਡੇਟ ਹੋ ਗਏ ਨੇ, ਖਤਮ ਹੋ ਚੁੱਕੇ ਨੇ। ਹੁਣ ਇੱਕ ਬੰਦਾ ਰੂਸ 'ਚ ਬੈਠਾ ਹੋਇਆ ਅਮਰੀਕਾ ਦੀ ਪੂਰੀ ਹਕੂਮਤ ਨੂੰ ਜੈਮ ਕਰ ਸਕਦਾ ਹੈ, ਜਾਂ ਵਾਈਸ ਵਰਸਾ। ਹੁਣ ਇਹ ਬਹੁਤਾ ਕੁਝ ਰੂਸ 'ਚ ਹੀ ਹੋ ਰਿਹਾ, ਕਿਉਂਕਿ ਮੇਰਾ ਖਿਆਲ ਹੈ ਕਿ ਰੂਸ 'ਚ ਇਸ ਲਈ ਹੋ ਰਿਹਾ ਕਿ ਰੂਸ ਦੇ ਵਿੱਚ ਉਹ ਜਿਹੜੇ ਸੋਵੀਅਤ ਈਰਾ ਦੇ ਸਾਇੰਟਿਸਟ, ਬਹੁਤ ਆਲਾ ਕਿਸਮ ਦੇ ਸਾਇੰਟਿਸਟ ਸਨ, ਉਹਨਾਂ ਵਿਚਾਰਿਆਂ ਕੋਲ ਕਰਨ ਨੂੰ ਤਾਂ ਕੁਛ ਹੈ ਨਹੀਂ, ਤੇ ਉਹ ਸਾਰੇ ਇੱਧਰ ਲੱਗ ਗਏ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਉਹ ਕਦੀ ਇਲੈਕਸ਼ਨਾਂ ਦੇ ਫੇਰੀ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਕਦੀ ਉਹ ਇਸ ਮਹਿਕਮੇ 'ਚ ਵੜ ਜਾਂਦੇ ਨੇ ਤੇ ਕਦੀ ਉਸ ਮਹਿਕਮੇ 'ਚ ਵੜ ਜਾਂਦੇ ਨੇ। ਤੇ ਲਿਹਾਜ਼ਾ ਹੁਣ ਦੇਖੋ ਉਹ ਚੰਦ ਬੰਦੇ ਜਿਹੜੇ ਨੇ ਰੂਸ ਦੇ ਜਾਂ ਹੋਰ ਮੁਲਕਾਂ ਦੇ ਤੁਸੀਂ ਲਾ ਲਓ, ਉਹਨਾਂ ਨੇ ਚੰਦ ਬੰਦਿਆਂ ਨੇ ਵੱਡੀਆਂ ਵੱਡੀਆਂ ਹਕੂਮਤਾਂ ਨੂੰ ਥੱਲੇ ਲਾ ਦਿੱਤਾ ਹੈ। ਕਿਉਂ ਜੀ? ਇਹ 'ਚ ਕੋਈ ਸ਼ੱਕ ਹੈ? ਦੱਸੋ ਜੀ। ਸੁਖਵਿੰਦਰ ਸਿੰਘ ਜੀ।
ਕੋਈ ਬੋਲੋ ਯਾਰ, ਮਰੀਮ ਤੂੰ ਦੱਸ। ਹਾਂਜੀ ਡਾਕਟਰ ਸਾਹਿਬ। ਹਾਂਜੀ, ਕੀ 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 ਇਸ ਵਾਕਿਆ ਤੋਂ ਸਾਬਤ ਹੋਇਆ ਹੈ? ਇਸ ਇਹ ਜਿਹੜੀ ਗੱਲ ਤੁਸੀਂ ਦੱਸੀ ਹੈ ਉਹਦੇ ਤੋਂ ਸਾਬਿਤ ਹੋਇਆ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਮਤਲਬ ਉਹ ਜਿਹੜੀ ਪਾਈਪਲਾਈਨ ਹੈ ਉਹ ਕੱਟ ਕੀਤੀ ਹੈ। मतलब ये हेलो। है। हाँ जी, हाँ सुनो, हाँ हम सुन रहे हैं। ਹਾਂ ਮਤਲਬ ਇਹ ਹੈ ਵੀ ਆਉਣ ਵਾਲੇ ਟਾਈਮ 'ਚ ਵੀ ਅਗਰ ਇਹ ਪੂਰੀ ਆ ਗਈ ਤਾਂ ਵੀ ਏਦਾਂ ਦੀ ਚੀਜ਼ਾਂ ਬਹੁਤ ਵੱਡੇ ਪੱਧਰ ਤੇ ਹੋ ਸਕਦੀਆਂ ਨੇ। ਫਿਰ ਉਹਨੂੰ ਰੋਕਣ ਵਾਸਤੇ ਵੀ ਸ਼ਾਇਦ ਕੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਬਣਾਉਣੀ ਪਊਗੀ ਏਦਾਂ ਦੀ ਚੀਜ਼ਾਂ ਨੂੰ ਰੋਕਣ ਵਾਸਤੇ। ਮੈਂ ਜਿਹੜਾ ਚਾਹੁੰਦਾ ਨਾ ਤੁਹਾਨੂੰ, ਜਿਹੜਾ ਤੁਹਾਨੂੰ ਸਾਰਿਆਂ ਨੂੰ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਆਪਣਾ ਤਸੱਵੁਰ ਜਿਹੜਾ ਆਪਣਾ ਜਿਹੜਾ ਇਮੈਜਿਨੇਸ਼ਨ ਹੈ ਨਾ ਉਹਨੂੰ ਖੋਲੋ। ਮੈਂ ਇਹ ਮਜ਼ਮੂਨ ਤੁਸੀਂ ਉਨੇ ਚਿਰ ਤੱਕ ਨਹੀਂ ਸਮਝੋਗੇ ਔਰ ਪੜ੍ਹ ਸਕੋਗੇ ਜਿੰਨਾ ਚਿਰ ਤੱਕ ਤੁਸੀਂ ਆਪਣਾ ਜਿਹੜਾ ਇਮੈਜਿਨੇਸ਼ਨ ਹੈ ਉਹਨੂੰ ਬਿਲਕੁਲ ਹੀ ਬਦਲ ਨਹੀਂ ਲੈਂਦੇ। ਇਹ ਪਿਛਲੀ ਫੀਲਡ ਜੀ ਕਾਫੀ ਬਹੁਤ ਜ਼ਿਆਦਾ ਹੁਣ ਐਡਵਾਂਸ ਜਾ ਰਿਹਾ। ਹੁਣ ਦੇਖੋ ਨਾ ਜੀ, ਇਜ਼ਰਾਈਲ ਨੇ ਈਰਾਨ ਦੇ ਸਾਇੰਟਿਸਟ ਨੂੰ ਉਹਨਾਂ ਦੇ ਘਰ ਦੇ ਵਿੱਚ ਮਾਰਿਆ ਔਰ ਬਗੈਰ ਕੋਈ ਬੰਦਾ ਘੱਲਿਆ ਮਾਰਿਆ। ਕੋਈ ਬੰਦੇ ਕਿਸੇ ਨੇ ਉਹਦੇ ਉੱਤੇ ਫਾਇਰ ਨਹੀਂ ਕੀਤਾ। ਐਵਰੀਥਿੰਗ ਵਾਜ਼ ਥਰੂ ਆਰਟੀਫਿਸ਼ੀਅਲ ਇੰਟੈਲੀਜੈਂਸ ਕਿ ਉਸਨੇ ਇੱਥੋਂ ਗੁਜ਼ਰਨਾ ਹੈ, ਉਹ ਕਰਨਾ ਹੈ ਔਰ ਐਵਰੀਥਿੰਗ ਸਕਾਰਡ ਹੈ ਉਹਦੇ ਤੇ ਬਕਾਇਦਾ ਫਾਇਰ ਕਰਕੇ ਮਤਲਬ ਫਾਇਰਿੰਗ ਨਾਲ ਮਾਰਿਆ। ਦਿਸ ਇਜ਼ ਗੋਇੰਗ ਟੂ। ਹਾਂ, ਹੁਣ ਇਹਦਾ ਇਹ ਮਤਲਬ ਹੋਇਆ ਕਿ ਜਿਹੜੀ ਹਿਊਮਨ ਬਾਡੀ ਜਾਂ ਹਿਊਮਨ ਲੇਬਰ ਜਿੱਥੇ ਜਿੱਥੇ ਵੀ ਇਨਵੋਲਵ ਹੈਗੀ ਸੀ, ਜਿੱਥੇ ਬੰਦੇ ਨੇ ਜਾ ਕੇ ਮਾਰਨਾ ਸੀ ਜਾਂ ਬੰਦੇ ਨੇ ਜਾ ਕੇ ਪਾਈਪ ਲਾਈਨਾਂ ਉਡਾਉਣੀਆਂ ਸਨ, ਉੱਥੇ ਹੁਣ ਜਾਣ ਦੀ ਲੋੜ ਨਹੀਂ ਹੈਗੀ। ਉੱਥੇ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਬਗੈਰ ਬੰਦੇ ਤੋਂ ਹੀ ਸਾਰਾ ਕੁਝ ਕਰ ਸਕਦੇ। ਇਹ ਮਤਲਬ ਹੋਇਆ ਨਾ ਇਹਦਾ। ਬਿਲਕੁਲ। ਹੁਣ ਜਿਹੜਾ ਮੈਂ ਚਾਹੁੰਦਾ ਨਾ ਤੁਹਾਨੂੰ, ਜਿਹੜੀ ਗੱਲ ਮੈਂ ਚਾਹੁੰਦਾ ਤੁਹਾਨੂੰ, ਪਿਛਲੀ ਵਾਰੀ ਜਦੋਂ ਕਲਾਸ ਦਾ ਐਂਡ ਹੋ ਰਿਹਾ ਸੀ ਤੇ ਉਦੋਂ ਆਪਣਾ ਆਬਿਦ ਸਾਹਿਬ ਜਿਹੜਾ ਗੱਲਾਂ ਕਰ ਰਹੇ ਸਨ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਕਿ ਬਈ ਟੈਕਨੋਲੋਜੀ ਇੰਨੀ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ, ਤੁਹਾਨੂੰ ਹਮੇਸ਼ਾ ਇਹਦੇ ਨਾਲ ਅਪ ਟੂ ਡੇਟ ਰਹਿਣਾ ਪਵੇਗਾ ਤਾਂ ਹੀ ਤੁਸੀਂ ਅੱਗੇ ਚੱਲ ਸਕਦੇ ਹੋ। ਇਹ ਉਹ ਮੈਨੂੰ ਮਿਲੇ ਸਨ, ਉਸ ਤੋਂ ਬਾਅਦ ਮੇਰੇ ਘਰ ਆਏ ਸਨ ਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਤੁਹਾਡੀ ਜਿਹੜੀ ਗੁਫ਼ਤਗੂ ਹੈ ਇਹ ਮਿਸਲੀਡਿੰਗ ਹੈ। ਇਸ ਮਿਸਲੀਡਿੰਗ ਇਸ ਲਈ ਹੈ ਕਿ ਇਹ ਪੂਰਾ ਨਕਸ਼ਾ ਪੇਸ਼ ਨਹੀਂ ਕਰ ਰਹੀ। ਤੁਸੀਂ ਇਹ ਸਮਝਦੇ ਹੋ ਕਿ ਅੱਜ ਦੀਆਂ ਜਿਹੜੀਆਂ ਲੇਬਰ ਮਾਰਕੀਟਾਂ ਨੇ ਜਿਸ ਤਰ੍ਹਾਂ ਦੀਆਂ ਵੀ ਹੈ ਨੇ, ਇਹਨਾਂ ਦੇ ਵਿੱਚ ਹੀ ਕੋਈ ਛੋਟੀ ਮੋਟੀ ਤਬਦੀਲੀ ਆ ਕੇ ਤੇ ਨਵੀਂ ਚੀਜ਼ ਬਣ ਜਾਣੀ ਹੈ। ਇੰਜ ਨਹੀਂ ਹੈ। ਆਪਣੇ ਜ਼ਿਹਨ ਦੇ ਵਿੱਚੋਂ ਜਿੰਨੀ ਵੀ ਪਾਸਟ ਦੀ ਜਿਹੜੀ ਮੋਡ ਆਫ ਪ੍ਰੋਡਕਸ਼ਨ ਜਾਂ ਬੰਦੇ ਜਿਹੜੇ ਕੰਮ ਕਰਦੇ ਸਨ, ਉਹ ਜਿਹੜੇ ਵੀ ਕੰਮ ਕਰਦੇ ਸਨ ਉਹਨਾਂ ਸਾਰਿਆਂ ਨੂੰ ਕੱਢ ਦਿਓ, ਖਤਮ ਕਰ ਦਿਓ। ਸਮਝੋ ਬੰਦਾ ਨਹੀਂ ਕਰ ਸਕਦਾ ਹੁਣ ਇਹ। ਜਿੰਨਾ ਚਿਰ ਤੁਸੀਂ ਇਹ ਇਮੈਜਿਨੇਸ਼ਨ ਤੁਹਾਡਾ ਨਹੀਂ ਬਣੇਗਾ, ਉਹਨਾਂ ਚਿਰ ਤੱਕ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇੰਪੈਕਟ ਨੂੰ ਨਹੀਂ ਸਮਝ ਸਕਦੇ। ਜੇ ਤੁਸੀਂ ਮਸਲਨ ਉਹ ਕਹਿਣ ਲੱਗੇ ਜੀ ਕਿ ਇਸ ਵੇਲੇ ਪਤਾ ਨਹੀਂ 1 ਲੱਖ ਫਲਾਣੀ ਚੀਜ਼ ਹੈਗੀ ਹੈ, 1 ਲੱਖ, ਮੈਂ ਕਿਹਾ ਇਹ ਤਾਂ ਪੁਰਾਣੀ ਗੱਲ ਹੈ ਨਾ। ਹੁਣ ਮੈਂ ਦੀ ਮਿਸਾਲ ਤੁਹਾਨੂੰ ਦੱਸਣਾ, ਇਹ ਤੁਸੀਂ ਬਹੁਤ ਕਰੂਡ ਮਿਸਾਲ ਲੈ ਲਓ, ਮੈਂ ਬਹੁਤ ਥੱਲੇ ਦਰਜੇ ਦੀ ਤੁਹਾਨੂੰ ਮਿਸਾਲ ਦਿੰਦਾ। ਤੁਸੀਂ ਇਹ ਦੱਸ ਸਕਦੇ ਸੋ ਕਿ ਟਰੈਕਟਰ ਦੇ ਤੇ ਮਸ਼ੀਨ ਦੇ ਆਉਣ ਦੇ ਬਾਅਦ ਸਾਰੇ ਪਿੰਡ ਜਿਹੜੇ ਨੇ ਉਹ ਬੇਕਾਰ ਹੋ ਜਾਣਗੇ? ਇਹ ਦੱਸ ਸਕਦੇ ਸੋ? ਨਹੀਂ, ਕਦੀ ਨਹੀਂ ਸੀ ਸੋਚਿਆ ਨਹੀਂ ਸੀ ਜਾ ਸਕਦਾ ਉਸ ਟਾਈਮ ਤੇ। 50 ਸਾਲ ਪਹਿਲੇ ਤੁਸੀਂ ਸੋਚ ਨਹੀਂ ਸੀ ਸਕਦੇ। ਹੁਣ ਜਿਹੜੀ ਮੈਂ ਗੱਲ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਜੋ ਕੁਝ ਅਗਲੇ 20-30 ਸਾਲਾਂ 'ਚ ਹੋ ਰਿਹਾ ਹੋਣਾ ਹੈ ਉਹ ਹੀ ਹੈ ਜੋ ਜਿਵੇਂ ਤੁਸੀਂ 50 ਸਾਲ ਪਹਿਲੇ ਮਸ਼ੀਨਾਂ ਦਾ ਬੰਦਿਆਂ ਨੂੰ ਬੇਕਾਰ ਕਰਨਾ ਸੋਚ ਨਹੀਂ ਸੀ ਸਕਦੇ, ਇਸੇ ਤਰ੍ਹਾਂ ਜੋ ਕੁਝ ਹੁਣ ਬੰਦੇ ਕਰ ਰਹੇ ਨੇ ਇਸ ਵੇਲੇ, ਉਹਨਾਂ ਦਾ 20-30 ਸਾਲਾਂ ਦੇ ਵਿੱਚ ਬਿਲਕੁਲ ਹਰ ਕੰਮ ਤੋਂ ਫਾਰਗ ਹੋ ਜਾਣਾ ਜਿਹੜਾ ਹੈ ਉਹ ਤੁਸੀਂ ਸੋਚ ਨਹੀਂ ਸਕਦੇ ਹੋ। ਪਰ ਮੈਂ ਚਾਹੁੰਦਾ ਤੁਸੀਂ ਉੱਤੇ ਸੋਚੋ ਕਿ ਕਿਉਂ ਹੋ ਜਾਣਾ ਔਰ ਕਿਵੇਂ ਹੋ ਜਾਣਾ ਔਰ ਉਹਦੇ ਨਾਲ ਕੀ ਕ੍ਰਾਈਸਿਸ ਪੈਦਾ ਹੋਣਾ। ਇਹ ਵਾ ਮੁੱਢਲੀ ਗੱਲ।
ਜਿਹੜੀ ਕਿ ਤੁਹਾਡੇ ਜਿਹੜੀ ਕਿ ਸਮਝਣ ਵਾਲੀ ਹੈ ਕਿ ਅਗਰ ਜਿਹੜੇ 99% ਕੰਮ ਨੇ ਉਹ ਰੋਬੋਟ ਔਰ ਇੰਟੈਲੀਜੈਂਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅਦਾਰੇ ਜਿਹੜੇ ਨੇ ਜਿਹੜੇ ਖੁਦ ਰੋਬੋਟ ਹੀ ਚਲਾ ਸਕਦੇ ਨੇ, ਅਗਰ ਉਹ ਸਾਰਾ ਕੁਝ ਕਰਨਾ ਸ਼ੁਰੂ ਹੋ ਜਾਂਦੇ ਨੇ, ਤੁਹਾਨੂੰ ਮਿਸਾਲ ਦਿੱਤੀ ਸੀ ਪਿੰਡ ਦੀ ਵੀ, ਤੇ ਫਿਰ ਬੰਦਾ ਜਿਹੜਾ ਉਹ ਤੇ ਬਿਲਕੁਲ ਰਿਡੰਡੈਂਟ ਹੋ ਗਿਆ। ਜਿਵੇਂ ਮਸ਼ੀਨਾਂ ਦੇ ਆਉਣ ਤੋਂ ਬਾਅਦ ਪਿੰਡ ਦਾ ਹਰ ਤਕਰੀਬਨ 90% ਬੰਦਾ ਰਿਡੰਡੈਂਟ ਹੈ, ਉਹਦੀ ਹੁਣ ਉਸ ਪ੍ਰੋਡਕਸ਼ਨ ਦੇ ਵਿੱਚ ਕੋਈ ਲੋੜ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਚਾਹੁੰਦਾ ਹਾਂ ਕਿ ਤੁਸੀਂ ਮਾਜ਼ੀ ਵੱਲ ਜਾਓ। ਮਾਜ਼ੀ ਵਿੱਚ ਤੁਸੀਂ ਦੇਖੋ ਕਿ ਜਿਹੜੀ ਸਭ ਤੋਂ ਪਹਿਲੀ ਸੁਸਾਇਟੀਜ਼ ਬਣੀਆਂ, ਮਿਸਾਲ ਦੇ ਤੌਰ ਤੇ ਜਿਹਦੇ ਵਿੱਚ ਸਲੇਵਰੀ ਲਾ ਲਓ ਤੁਸੀਂ, ਉਹਦੇ ਵਿੱਚ ਇਨਸਾਨੀ ਜੁੱਸੇ ਨੂੰ ਕਬਜ਼ਾ ਕਰਕੇ ਉਹਦੇ ਤੋਂ ਮੈਕਸਿਮਮ ਕੰਮ ਲੈਣਾ ਜਿਹੜਾ ਹੈ ਉਹ ਬੁਨਿਆਦ ਸੀ ਉਸ ਪ੍ਰੋਡਕਸ਼ਨ ਦੀ ਬੁਨਿਆਦ। ਠੀਕ, ਅੱਛਾ ਸਲੇਵਰੀ ਮੁੱਕ ਗਈ, ਉਸ ਤੋਂ ਬਾਅਦ ਆਪਣਾ ਜਿਹੜੀਆਂ ਜ਼ਮੀਨ ਦੀ ਮਾਲਕੀ ਦੀਆਂ ਮੁਖਤਲਿਫ ਫਾਰਮਸ ਆ ਗਈਆਂ, ਤੇ ਉਹਨਾਂ ਵਿੱਚ ਇੰਨਾ ਹੋਇਆ ਕਿ ਬੰਦੇ ਦੇ ਜੁੱਸੇ ਨੂੰ ਇੱਕ ਖਾਸ ਵਕਤ ਤੱਕ ਤੁਸੀਂ ਵਰਤਣਾ ਜ਼ਰੂਰੀ ਹੈ, ਇੱਕ ਖਾਸ ਵਕਤ ਤੋਂ ਬਾਅਦ ਵਰਤਣਾ ਜ਼ਰੂਰੀ ਨਹੀਂ ਹੈ। ਮਿਸਾਲ ਦੇ ਤੌਰ ਤੇ ਤੁਸੀਂ 6 ਵਜੇ ਸਵੇਰੇ ਹਲ ਵਾਹੁਣਾ ਸ਼ੁਰੂ ਕੀਤਾ ਹੈ ਤੇ ਰਾਤ ਦੇ 8-10 ਵਜੇ ਤੱਕ ਤੁਸੀਂ ਸਾਰੇ ਕੰਮ ਮੁਕਾ ਲਏ ਨੇ, ਤੇ ਅੱਗੇ ਜਿਹੜੇ ਉਹਦੇ ਘੰਟੇ ਨੇ 10-12 ਘੰਟੇ ਨੇ, ਉਹਨਾਂ ਵਿੱਚ ਤੁਹਾਡਾ ਉਹਦੇ ਤੇ ਕੋਈ ਕੰਟਰੋਲ ਨਹੀਂ ਹੈਗਾ। ਠੀਕ, ਸੋ ਜਦੋਂ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਇਨਸਾਨੀ ਜੁੱਸੇ ਦੀ ਵਰਤੋਂ ਹੈ ਹੋਰ ਘੱਟ ਹੋ ਗਈ। ਜਦੋਂ ਇੰਡਸਟਰੀਅਲਾਈਜ਼ ਪੀਰੀਅਡ ਆਇਆ, ਇੰਡਸਟਰੀਅਲਾਈਜੇਸ਼ਨ ਹੋ ਗਈ, ਸਨਅਤਕਾਰੀ ਹੋ ਗਈ, ਤੇ ਫਿਰ ਤੁਸੀਂ ਦੇਖੋ ਕਿ ਇਨਸਾਨੀ ਜੁੱਸਾ ਜਿਹੜਾ ਹੈ ਉਹਦੀ ਵਰਤੋਂ ਹੋਰ ਵੀ ਘੱਟ ਹੋ ਗਈ। ਬਹੁਤ ਸਾਰੇ ਕੰਮ ਜਿਹੜੇ ਨੇ ਉਹ ਜਿਹੜੇ ਬੰਦਾ ਆਪਣੇ ਹੱਥ ਨਾਲ ਕਰਦਾ ਸੀਗਾ ਉਹ ਮਸ਼ੀਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ। ਸੋ ਇਨਸਾਨੀ ਜੁੱਸੇ ਦੀ ਜਿਹੜੀ ਵਰਤੋਂ ਸੀ ਉਹ ਹੋਰ ਵੀ ਘਟਦੀ ਗਈ। ਹੁਣ ਮੈਂ ਇਹ ਕਹਿ ਰਿਹਾ ਕਿ ਹੁਣ ਜਿਹੜੀ ਟੈਕਨੋਲੋਜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਆ ਰਹੀ ਹੈ, ਉਹਦੇ ਨਾਲ ਇਨਸਾਨੀ ਜੁੱਸੇ ਦੀ ਪੈਦਾਵਾਰ ਲਈ ਜਾਂ ਐਕਸਪਲੋਇਟੇਸ਼ਨ ਲਈ ਉਹਦੀ ਹੁਣ ਕੋਈ ਲੋੜ ਬਾਕੀ ਨਹੀਂ ਰਹੇਗੀ। ਹੁਣ ਬੰਦੇ ਦੀ, ਇਨਸਾਨ ਦੀ ਲੋੜ ਸ਼ੈਵਾਂ ਨੂੰ ਪੈਦਾ ਕਰਨ 'ਚ ਨਹੀਂ ਹੋਵੇਗੀ। ਬੰਦੇ ਦੀ ਜਿਹੜੀ ਲੋੜ ਹੈ ਉਹ ਬਤੌਰ ਕੰਜ਼ਿਊਮਰ ਦੇ ਹੋਵੇਗੀ, ਖਰੀਦਾਰ ਦੇ ਤੌਰ ਤੇ ਹੋਵੇਗੀ। ਕਿਉਂਕਿ ਜੇ ਕੰਪਿਊਟਰਾਂ ਨੇ ਚੀਜ਼ਾਂ ਪੈਦਾ ਕਰ ਵੀ ਲਈਆਂ, ਮੈਂ ਪਹਿਲੇ ਵੀ ਕਈ ਵਾਰੀ ਗੱਲ ਕਹਿ ਚੁੱਕਿਆ ਹਾਂ, ਤੇ ਉਹਨਾਂ ਨੂੰ ਖਰੀਦੇਗਾ ਕੌਣ? ਜੇ ਉਹ ਖਰੀਦੇਗਾ ਕੋਈ ਨਹੀਂ ਤੇ ਫਿਰ ਉਹ ਪੈਦਾ ਕਿਉਂ ਹੋਣਗੀਆਂ? ਇਹਦਾ ਮਤਲਬ ਹੈ ਕਿ ਉਹਨਾਂ ਦੀ ਖਰੀਦਦਾਰੀ ਵਧਾਉਣ ਲਈ ਤੁਹਾਨੂੰ ਜਿਹੜੇ ਵੀ ਸਿਸਟਮ ਨੂੰ ਚਲਾ ਰਹੇ ਨੇ ਉਹਨਾਂ ਨੂੰ, ਲੋਕਾਂ ਨੂੰ ਪੈਸੇ ਦੇਣੇ ਪੈਣਗੇ। ਘਰ ਬੈਠਿਆਂ ਬਿਠਾਇਆ ਕਿ ਇਹ ਲਓ ਪੈਸੇ ਵੀ ਜਾ ਕੇ ਤੁਸੀਂ ਚੀਜ਼ਾਂ ਖਰੀਦੋ ਜਿਹੜੀਆਂ ਅਸੀਂ ਪੈਦਾ ਕਰ ਰਹੇ ਹਾਂ। ਸੋ ਇੱਥੋਂ ਪੈਦਾ ਹੁੰਦਾ ਹੈ ਯੂਨੀਵਰਸਲ ਇਨਕਮ ਦਾ ਕਾਨਸੈਪਟ। ਯੂਨੀਵਰਸਲ ਇਨਕਮ ਦਾ ਮਤਲਬ ਹੈ ਕਿ ਕੋਈ ਬੰਦਾ ਕੰਮ ਕਰੇ ਜਾਂ ਨਾ ਕਰੇ, ਉਹਨੂੰ ਘਰ ਬੈਠਿਆਂ ਮਹੀਨੇ ਦੀ ਉਹਦੀ ਲੋੜ ਦੇ ਪੈਸੇ ਮਿਲ ਜਾਣ। ਇਹ ਹੈ ਯੂਨੀਵਰਸਲ ਇਨਕਮ ਦਾ ਕਾਨਸੈਪਟ, ਜਿਹੜਾ ਕਿ ਬਹੁਤ ਹਾਰਡਲੀ ਡਿਬੇਟਡ ਹੈ ਯੂਰਪ ਵਿੱਚ, ਔਰ ਇੱਥੇ ਵੀ ਜਿਹੜੇ ਆਪਣਾ ਕੰਪਿਊਟਰ ਦੀ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕੰਮ ਕਰ ਰਹੇ ਨੇ, ਉਹਨਾਂ ਵਿੱਚ ਇਹ ਬਹੁਤ ਹਾਰਡਲੀ ਡਿਬੇਟਡ ਟਾਪਿਕ ਹੈ ਕਿ then how the income will be distributed among the people. ਸੋ ਤੁਸੀਂ ਹੁਣ ਇਸ ਪੁਆਇੰਟ ਤੋਂ ਇਹਨੂੰ ਦੇਖਣਾ ਹੈ ਕਿ ਬੰਦਾ ਜਿਹੜਾ ਹੈ ਉਹ ਜੋ ਕੰਮ, ਜਿਹੜੇ ਕੰਮ ਵੀ ਉਹ ਹੁਣ ਕਰ ਰਿਹਾ ਹੈ, ਔਰ ਜਿਹੜੇ ਕੰਮ ਦੇ ਨਾਲ ਵੀ ਉਹਦੀ ਇਸ ਵੇਲੇ ਪਛਾਣ ਹੈਗੀ ਹੈ, ਉਹ ਕੰਮ ਮੁੱਕ ਜਾਣੇ ਨੇ। ਇੱਥੇ ਇੱਕ ਹੋਰ ਸਵਾਲ ਪੈਦਾ ਹੁੰਦਾ। ਮਾਰਕਸ ਨੇ ਵੀ ਇਹਦੇ ਉੱਤੇ ਇੱਕ ਬਹੁਤ ਬੁਨਿਆਦੀ ਸਵਾਲ ਚੁੱਕਿਆ ਸੀ
ਬਾਈ ਦਾ ਵੇ ਮਾਰਕਸ ਦੇ ਬਾਰੇ ਚ ਇਹ ਜਿਹੜਾ ਨਾ ਕਲਾਸਲੈਸ ਸੁਸਾਇਟੀ ਤੇ ਕਮਿਊਨਿਜ਼ਮ ਤੇ ਵਗੈਰਾ ਵਗੈਰਾ ਕਿ ਇਹਨਾਂ ਦੀ ਸ਼ਕਲ ਕੀ ਹੋਵੇਗੀ ਔਰ ਬੰਦੇ ਕੀ ਕਰਨਗੇ ਉਸ ਵੇਲੇ ਔਰ ਉਹ ਕਿਵੇਂ ਬਣੇਗਾ, ਇਹਦੇ ਬਾਰੇ ਚ ਮਾਰਕਸ ਨੇ ਕੋਈ ਬਹੁਤ ਜ਼ਿਆਦਾ ਨਹੀਂ ਲਿਖਿਆ ਹੈ ਆਪਣੀਆਂ ਕਿਤਾਬਾਂ ਦੇ ਵਿੱਚ। ਐਵੇਂ ਉਹਨੇ ਇਸ਼ਾਰੇ ਕੀਤੇ ਨੇ। ਇਸ਼ਾਰਾ ਉਹਨੇ ਸਿਰਫ ਇਹ ਕੀਤਾ ਹੈ ਕਿ ਲੇਬਰ ਜਿਹੜੀ ਹੈ ਉਹ ਆਜ਼ਾਦ ਹੋ ਜਾਵੇਗੀ, ਲੇਬਰ ਆਜ਼ਾਦ ਹੋ ਜਾਏਗੀ। ਲੇਬਰ ਆਜ਼ਾਦ ਹੋਣ ਦਾ ਮਤਲਬ ਇਹ ਹੈ ਕਿ ਹੁਣ ਤੇ ਜਿਹੜੀ ਲੇਬਰ ਹੈ ਉਹਨੂੰ ਸਿਰਫ ਆਪਣਾ ਢਿੱਡ ਭਰਨ ਲਈ ਕਿਸੇ ਫੈਕਟਰੀ 'ਚ, ਕਿਸੇ ਦਫ਼ਤਰ 'ਚ ਕਿਤੇ ਕੰਮ ਕਰਨਾ ਪੈਂਦਾ ਹੈ। ਇਸ ਲਈ ਉਹ ਆਜ਼ਾਦ ਨਹੀਂ ਹੋ ਸਕਦੀ। ਤੇ ਜਿਹੜੀ ਉਹ ਕੰਡੀਸ਼ਨ ਹੈ ਜਿਹਨੂੰ ਉਹ ਰੈਵੋਲੂਸ਼ਨਰੀ ਕਮਿਊਨਿਜ਼ਮ ਜਾਂ ਜੋ ਵੀ ਉਹਨੂੰ ਕਹਿੰਦੇ ਨੇ, ਉਹਦੇ ਵਿੱਚ ਸਿਰਫ ਇੰਨਾ ਇਸ਼ਾਰਾ ਉਹਨਾਂ ਦਿੱਤਾ ਕਿ ਉਹਦੇ ਵਿੱਚ ਲੇਬਰ ਜਿਹੜੀ ਹੈ ਉਹ ਮਜਬੂਰ ਨਹੀਂ ਹੋਏਗੀ ਕੰਮ ਕਰਨ ਦੇ ਵਿੱਚ। ਮਾਰਕਸ ਔਰ ਐਂਗਲਸ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਗੱਲ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਸੁਸਾਇਟੀ ਦੇ ਵਿੱਚ ਪ੍ਰੋਡਕਸ਼ਨ ਦਾ ਨਿਜ਼ਾਮ ਹੈ, ਮਟੀਰੀਅਲ ਨਿਜ਼ਾਮ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਕੁਝ ਹੋ ਜਾਣਾ ਚਾਹੀਦਾ ਹੈ ਕਿ ਬੰਦੇ ਨੂੰ ਬੰਦਾ ਜਿਹੜਾ ਦਿਲ ਨੂੰ ਉਹਨੇ ਲੱਗੇ ਕੰਮ ਉਹ ਕਰ ਸਕੇ। ਜੇ ਸਾਲ ਚ 6 ਮਹੀਨੇ ਮਿਊਜ਼ਿਕ ਵਜਾਉਣ ਨੂੰ ਦਿਲ ਕਰਦਾ ਤੇ ਮਿਊਜ਼ਿਕ ਵਜਾਏ, ਜੇ ਉਹਦਾ ਦਿਲ ਕਰਦਾ ਬੁੱਢਿਆਂ ਦੀ ਖਿਦਮਤ ਕਰਨ ਦਾ ਤੇ ਬੁੱਢਿਆਂ ਦੀ ਖਿਦਮਤ ਕਰਨ ਲੱਗ ਪਵੇ। ਉਹਦੇ ਕੋਲ ਚਾਇਸ ਹੋਣਾ ਚਾਹੀਦਾ। ਹੁਣ ਚਾਇਸ ਨਹੀਂ ਹੈਗਾ। ਲੇਕਿਨ ਆਰਟੀਫਿਸ਼ੀਅਲ ਇੰਟੈਲੀਜੈਂਸ, ਹੁਣ ਮੈਂ ਇਹ ਗੱਲ ਆਪਣੇ ਵੱਲੋਂ ਕਹਿ ਰਿਹਾ, ਪ੍ਰੋਜੈਕਟ ਕਰ ਰਿਹਾ ਕਿ ਜਿਸ ਸੁਸਾਇਟੀ ਦਾ ਜਿਹਦੇ ਵਿੱਚ ਮਜ਼ਦੂਰ ਜਿਹੜਾ ਹੈ ਜਾਂ ਵਰਕਰ ਜਿਹੜਾ ਹੈ ਜਿਹੜਾ ਕਿ ਢਿੱਡ ਭਰਨ ਲਈ ਮਜਬੂਰ ਸੀ 24 ਘੰਟਿਆਂ ਦੇ ਵਿੱਚੋਂ 12-18 ਘੰਟੇ ਕਿਸੇ ਇੱਕ ਜਗ੍ਹਾ ਬੱਝ ਕੇ ਕੰਮ ਕਰਨ ਦਾ, ਉਹ ਕੰਡੀਸ਼ਨ ਜਿਹੜੀ ਹੈ ਉਹ ਮੁੱਕ ਜਾਏਗੀ। ਮਤਲਬ ਅੱਛਾ, ਹੁਣ ਸਵਾਲ ਇਹ ਹੈ ਕਿ ਕੰਮ ਕੀ ਹੈ, ਕਰੇਗੀ ਕੀ ਉਹ? ਯਾਨੀ ਜਿਹੜੇ ਬੰਦੇ ਫਰਜ਼ ਕਰੋ ਲੋਹਾ ਨਹੀਂ ਕੁੱਟਦੇ, ਬਾਈ ਬੀਜੀ ਨਹੀਂ ਕਰਦੇ, ਬੰਦੇ ਜਿਹੜੇ ਨੇ ਉਹ ਮਸ਼ੀਨਾਂ ਤੇ ਕੰਮ ਨਹੀਂ ਕਰਦੇ, ਫੈਕਟਰੀਆਂ 'ਚ ਕੰਮ ਨਹੀਂ ਕਰਦੇ, ਤੇ ਫਿਰ ਉਹ ਕਰਨਗੇ ਕੀ? ਕੰਮ ਕੀ ਹੈ? ਹੁਣ ਇਹਦੇ ਉੱਤੇ ਤੁਸੀਂ ਗੌਰ ਫਰਮਾਓ ਕਿ ਸਾਡੇ ਹਾਂ ਕੰਮ ਦੀ ਜਿਹੜੀ ਡੈਫੀਨੇਸ਼ਨ ਹੈ, ਜਿਹੜੀ ਅਸੀਂ ਕੰਮ ਦੀ ਡੈਫੀਨੇਸ਼ਨ ਕੀਤੀ ਹੈ ਉਹ ਦੋ ਪੱਖਾਂ ਤੋਂ ਕੀਤੀ ਹੈ। ਇੱਕ ਤੇ ਉਹਦੇ ਨਤੀਜੇ 'ਚ ਕੋਈ ਨਾ ਕੋਈ ਮਟੀਰੀਅਲ ਚੀਜ਼ ਪੈਦਾ ਹੋਵੇ, ਕੰਮ ਦੇ ਨਤੀਜੇ ਦੇ ਤੌਰ ਤੇ ਕੋਈ ਨਾ ਕੋਈ ਵਿਜ਼ੀਬਲ ਚੀਜ਼ ਪੈਦਾ ਹੋਵੇ, ਨੰਬਰ 1। ਨੰਬਰ 2, ਉਹਦੀ ਕੰਪਨਸੇਸ਼ਨ ਮਿਲੇ। ਕੰਪਨਸੇਸ਼ਨ ਇਸ ਲਈ ਜ਼ਰੂਰੀ ਹੈ ਕਿ ਤਾਂ ਕਿ ਢਿੱਡ ਭਰਿਆ ਜਾ ਸਕੇ। ਠੀਕ। ਤੇ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਮਜ਼ਦੂਰ ਹੈ ਜਾਂ ਜਿਹੜਾ ਕਿਸਾਨ ਹੈ ਜਾਂ ਇਸ ਤਰ੍ਹਾਂ ਦੇ ਜਿਸਮਾਨੀ ਕੰਮ ਕਰਨ ਵਾਲੇ ਨੇ, ਇਹ ਬਹੁਤ ਔਖੇ ਕੰਮ ਕਰਦੇ ਨੇ ਸਾਡੇ ਹਿਸਾਬ ਦੇ ਨਾਲ। ਲੇਕਿਨ ਮਾਰਕਸ ਕਹਿੰਦਾ ਕਿ ਤੁਹਾਡਾ ਕੀ ਖਿਆਲ ਹੈ ਕਿ ਜਿਹੜਾ ਮਿਊਜ਼ਿਕ ਸਿੱਖਣਾ ਹੈ ਔਰ ਮਿਊਜ਼ਿਕ ਵਜਾਉਣਾ ਹੈ ਔਰ ਮਿਊਜ਼ਿਕ ਨੂੰ ਐਪਰੀਸ਼ੀਏਟ ਕਰਨਾ ਹੈ, ਇਹ ਸੌਖਾ ਕੰਮ ਹੈ? ਇਹ ਇਹਨਾਂ ਸਾਰੇ ਕੰਮਾਂ ਤੋਂ ਜ਼ਿਆਦਾ ਮੁਸ਼ਕਿਲ ਕੰਮ ਹੈ। ਜੋ ਕੁਝ ਮਾਰਕਸ ਕਰ ਰਿਹਾ ਹੈ ਜਾਂ ਉਸ ਵੇਲੇ ਦੇ ਦਾਨਿਸ਼ਵਰ ਕਰ ਰਹੇ ਨੇ, ਜੋ ਲਿਖ ਰਹੇ ਨੇ, ਉਹ ਮੁਸ਼ਕਿਲ ਕੰਮ ਹੈ। ਸਿਰਫ ਜਿਹੜਾ ਮਿਲ ਦੇ ਲਾਈਨ ਦੇ ਉੱਤੇ ਖਲੋ ਕੇ ਤੇ ਕੰਮ ਕਰਨ ਦੇ ਨਾਲੋਂ ਉਹ ਬਹੁਤਾ ਮੁਸ਼ਕਿਲ ਕੰਮ ਕਰ ਰਹੇ ਨੇ ਸਾਇੰਸਦਾਨ ਨੇ, ਦੂਜੇ ਲੋਕ ਨੇ। ਅੱਛਾ, ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਕੰਮ ਦੀ ਡੈਫੀਨੇਸ਼ਨ ਸਾਡੀ ਪੁਰਾਣੀ ਹੈ, ਜਿਹੜੀ ਸਾਡੀ ਪੁਰਾਣੀ ਡੈਫੀਨੇਸ਼ਨ ਹੈ, ਇਹ ਕੋਈ ਲਾਸਟ ਹਰਫੇ ਆਖਰੀ ਹਰਫ ਨਹੀਂ ਸੀ ਹੈਗਾ। ਯਾਨੀ ਮਤਲਬ ਇਹ ਹੈ ਕਿ ਜਿਹੜੇ ਕੰਮ ਬੰਦਾ ਫੈਕਟਰੀਆਂ ਇਸ ਤਰ੍ਹਾਂ ਬੰਦ ਕਰੋ ਜੀ ਨੁਮਾਨ ਜੀ। ਓ ਸੌਰੀ, म्यूट करो जी।
अच्छा म्यूट करो, म्यूट ਉਹਨਾਂ ਨੂੰ ਹਾਂਜੀ, ਕਹੋ। ਜਿਹੜੇ ਬੰਦਾ ਹੈ ਜਿਹੜੇ ਕੰਮ ਉਹ ਪੋਸੀਬਲੀ ਕਰ ਸਕਦਾ ਹੈ ਉਸ ਵੇਲੇ, ਜਿਸ ਵੇਲੇ ਉਹ ਢਿੱਡ ਭਰਨ ਲਈ ਕਿਸੇ ਮਿਲ, ਕਿਸੇ ਸਕੂਲ, ਕਿਸੇ ਦਫ਼ਤਰ ਦੇ ਵਿੱਚ ਜਾਣ ਲਈ ਮਜਬੂਰ ਨਾ ਹੋਵੇ, ਉਹ ਕੰਮ ਹੋ ਸਕਦਾ ਹੈ ਕਿ ਹੋਰ ਵੀ ਔਖੇ ਔਰ ਹੋਰ ਵੀ ਸੋਫਿਸਟੀਕੇਟਡ ਹੋਣ। ਲੇਕਿਨ ਸਿਰਫ ਉਹਨਾਂ ਵਿੱਚ ਫਰਕ ਇਹ ਹੋਏਗਾ ਕਿ ਜਿਵੇਂ ਹੁਣ ਤੁਹਾਨੂੰ ਘੰਟਿਆਂ ਦੇ ਹਿਸਾਬ ਨਾਲ, ਜਿਵੇਂ ਤੁਹਾਨੂੰ ਦਿਨਾਂ ਦੇ ਹਿਸਾਬ ਨਾਲ ਵੇਜਸ ਮਿਲਦੀਆਂ ਨੇ, ਇੰਜ ਦਾ ਸਿਸਟਮ ਨਾ ਰਹੇ, ਹੋਰ ਤਰ੍ਹਾਂ ਦਾ ਸਿਸਟਮ ਹੋ ਜਾਵੇ। ਜਿਹੜੀ ਕੰਪਨਸੇਸ਼ਨ ਹੈ ਜਾਂ ਤੁਹਾਡੀ ਜਿਹੜੀ ਸੈਟਿਸਫੈਕਸ਼ਨ ਹੈ ਬੰਦੇ ਦੀ ਆਪਣੀ, ਉਹ ਆਪਣੀ ਸੈਟਿਸਫੈਕਸ਼ਨ ਲਈ ਜੋ ਜਿਹੜਾ ਵੀ ਉਹ ਕੰਮ ਚ ਪੈ ਜਾਂਦਾ ਹੈ ਉਹ ਕਰ ਲੈਂਦਾ। ਫਰਜ਼ ਕਰੋ ਜਿਵੇਂ ਮਾਰਕਸ ਨੇ ਮਿਸਾਲ ਦਿੱਤੀ ਹੈ ਮਿਊਜ਼ਿਕ ਦੀ, ਤੇ ਤੁਹਾਨੂੰ ਪਤਾ ਹੈ ਕਿ ਇਹ ਜਿਹੜੇ ਤੁਹਾਨੂੰ ਪਤਾ ਨਹੀਂ ਅੰਦਾਜ਼ਾ ਹੈ ਕਿ ਨਹੀਂ ਤੁਹਾਡੇ ਚ ਲੋਕਾਂ ਨੂੰ, ਕਿ ਜਿਹੜੇ ਕਲਾਸੀਕਲ ਮਿਊਜ਼ਿਕ ਕ੍ਰੀਏਟ ਕਰਦੇ ਨੇ ਉਹ ਆਮ ਤੌਰ ਦੇ ਉੱਤੇ 5-6 ਸਾਲ ਦੀ ਉਮਰ ਤੋਂ ਸਿੱਖਣਾ ਸ਼ੁਰੂ ਕਰਦੇ ਨੇ, ਔਰ ਉਹ 5-6 ਸਾਲ ਦੀ ਉਮਰ ਤੋਂ ਲੈ ਕੇ 20-25 ਸਾਲ ਦੀ ਉਮਰ ਤੱਕ ਸਿੱਖਦੇ ਰਹਿੰਦੇ ਨੇ, ਫਿਰ ਜਾ ਕੇ ਉਹਨਾਂ ਨੂੰ ਪਰਫਾਰਮੈਂਸ ਦਾ ਮੌਕਾ ਮਿਲਦਾ ਹੈ। ਯਾਨੀ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਕੋਈ 20 ਸਾਲਾਂ ਦੇ ਕਰੀਬ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਉਸ ਮਿਊਜ਼ਿਕ ਨੂੰ ਸਿੱਖਣ ਦੀ। ਇਸੇ ਤਰ੍ਹਾਂ ਤੁਸੀਂ ਦੂਸਰੀਆਂ ਆਰਟਸ ਦੀਆਂ ਫਾਰਮ ਦੇਖ ਲਓ, ਇਸੇ ਤਰ੍ਹਾਂ ਤੁਸੀਂ ਇੰਟੈਲੈਕਚੁਅਲ ਫਾਰਮ ਜਿਹੜੀਆਂ ਨੇ ਉਹਨਾਂ ਨੂੰ ਦੇਖੋ ਕਿ ਉਹਨਾਂ ਨੂੰ ਮਾਸਟਰ ਕਰਨ ਲਈ ਤੁਹਾਨੂੰ ਕਿੰਨੀ ਲੇਬਰ ਔਰ ਕਿੰਨਾ ਵਕਤ ਚਾਹੀਦਾ, ਤੇ ਤੁਹਾਨੂੰ ਇਹ ਪਤਾ ਲੱਗੇਗਾ ਕਿ ਫਿਰ ਇਨਸਾਨ ਜਿਹੜਾ ਹੈ ਉਹ ਕੰਮ ਕਰ ਸਕੇਗਾ ਜਿਹੜਾ ਕਿ ਹੁਣ ਢਿੱਡ ਦੇ ਭਾਰੋਂ ਉਹ ਕਰ ਨਹੀਂ ਪਾਉਂਦਾ। ਇਹ ਗੱਲ ਜਿਹੜੀ ਹੈ ਇਹ ਗੱਲ ਜਿਹੜੀ ਹੈ ਇਹ ਕਲੀਅਰ ਹੈ? ਹਾਂ ਕਲੀਅਰ ਹੈ ਜੀ, ਠੀਕ ਹੈ ਨਾ। ਅੱਛਾ, ਹੁਣ ਇਹਦੇ ਵਿੱਚ ਜਿਹੜੀ ਅਗਲੀ ਗੱਲ ਹੈ ਉਹ ਇਹ ਹੈਗੀ ਹੈ ਕਿ ਜਿਹੜੀ ਕ੍ਰਾਈਸਿਸ ਪੈਦਾ ਹੋਏਗਾ, ਪਹਿਲੀ ਗੱਲ ਤੇ ਇਹ ਹੈ ਕਿ ਬਾਈ ਦਾ ਵੇ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਸਾਰੇ ਮਾਰਕਸਿਸਟ ਕਹਿੰਦੇ ਨੇ ਤੇ ਨਾਨ ਮਾਰਕਸਿਸਟ ਵੀ ਕਹਿੰਦੇ ਨੇ ਕਿ ਜਿਹੜੀ ਆਪਣਾ ਪਹਿਲੇ ਗੁਲਾਮੀ ਸੀ ਤੇ ਫਿਰ ਉਹ ਫਿਊਡਲਿਜ਼ਮ ਹੋ ਗਈ, ਤੇ ਫਿਰ ਉਹ ਆਪਣਾ ਬੂਰਜੂਆ ਰੈਵੋਲੂਸ਼ਨ ਆ ਗਿਆ ਤੇ ਇੰਡਸਟਰੀਅਲਾਈਜੇਸ਼ਨ ਹੋ ਗਈ। ਇਹਨਾਂ ਵਿੱਚੋਂ ਬੰਬੈ ਮਾਰਕਸ ਦੇ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਇੱਕ ਸਟੇਜ ਦੂਜੀ ਸਟੇਜ 'ਚ ਢਲਦੀ ਕਿਵੇਂ ਹੈ, ਸਲੇਵਰੀ ਤੋਂ ਫਿਊਡਲਿਜ਼ਮ ਆਉਂਦੀ ਕਿਵੇਂ ਹੈ, ਕਿਹੜੇ ਡਾਇਨਾਮਿਕਸ ਹੁੰਦੇ ਨੇ। ਇਸ ਲਈ ਇਹ ਵੀ ਨਹੀਂ ਦੱਸਿਆ ਜਾ ਸਕਦਾ ਇਸ ਵੇਲੇ ਕਿ ਜਿਹੜੇ ਫਿਊਚਰ ਦੇ ਅਗਲੇ 25-30 ਸਾਲ ਦੇ ਡਾਇਨਾਮਿਕਸ ਨੇ ਸੁਸਾਇਟੀ ਦੇ ਤਬਦੀਲ ਹੋਣ ਦੇ, ਫਰੋਮ ਦਿਸ ਟੂ ਦੈਟ ਸੁਸਾਇਟੀ ਵਿਚ ਵੀ ਆਰ ਪ੍ਰੋਜੈਕਟਿੰਗ, ਇਹਦੇ ਡਾਇਨਾਮਿਕਸ ਕੀ ਹੋਣਗੇ ਇਹ ਵੀ ਅਜੇ ਇਹ ਵੀ ਪੂਰੀ ਤਰ੍ਹਾਂ ਦੱਸੇ ਨਹੀਂ ਜਾ ਸਕਦੇ। ਅਸੀਂ ਸਿਰਫ ਉਹਦੀ ਇਸ਼ਾਰਿਆਂ ਦੇ ਵਿੱਚ ਅਸੀਂ ਸਿਰਫ ਉਹਦੀ ਆਊਟਲਾਈਨ ਦੇਖ ਸਕਦੇ ਹਾਂ, ਅਸੀਂ ਉਹਨੂੰ ਪੂਰੀ ਤਰ੍ਹਾਂ ਉਹਨੇ ਕਿਵੇਂ ਸੁਸਾਇਟੀਆਂ ਦੇ ਨੂੰ ਤਬਦੀਲ ਕਰਨਾ ਹੈ ਅਸੀਂ ਉਹ ਨਹੀਂ ਵੇਖ ਸਕਦੇ। ਇੱਕ ਗੱਲ। ਦੂਜੀ ਗੱਲ ਮੈਂ ਪਿਛਲੀ ਵਾਰੀ ਵੀ ਕਹੀ ਸੀ ਕਿ ਜਦੋਂ ਬੰਦੇ ਦੀ ਕੰਮ ਕਰਨ ਦੀ ਜਿਹੜੀ ਡੈਫੀਨੇਸ਼ਨ ਹੈ, ਕੰਮ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਤਬਦੀਲ ਹੋਏਗੀ ਤੇ ਉਹਦੇ ਨਾਲ ਖੁਦ ਇੱਕ ਕ੍ਰਾਈਸਿਸ ਪੈਦਾ ਹੋਏਗਾ ਆਇਡੈਂਟੀਟੀ ਦਾ। ਹੁਣ ਤੇ ਬੰਦਾ ਜੰਮਦਾ ਹੈ ਤੇ ਜੰਮਦਿਆਂ ਉਹਨੂੰ ਜਿੱਥੇ ਵੀ ਉਹ ਜੰਮਦਾ ਹੈ ਉਹਨੂੰ ਦੱਸ ਦਿੱਤਾ ਜਾਂਦਾ ਹੈ ਕਿ ਤੂੰ ਇਹ ਕੰਮ ਕਰਨਾ ਹੈ ਜਾਂ ਇਹ ਕੰਮ ਤੈਨੂੰ ਕਰਨਾ ਪੈਣਾ ਵਾ। ਜਿਹੜੇ ਥੋੜੇ ਖਾਂਦੇ ਪੀਂਦੇ ਨੇ ਉਹ ਕਹਿੰਦੇ ਨੇ ਤੁਹਾਨੂੰ 15-16 ਸਾਲ ਪੜ੍ਹਨਾ ਪਏਗਾ ਫਿਰ ਤੁਸੀਂ ਜਾ ਕੇ ਕਮਾਓਗੇ। ਜਿਹੜੇ ਗਰੀਬ ਲੋਕ ਨੇ ਉਹ ਨਿਆਣੇ ਉਹਨਾਂ ਦੇ 6-7 ਸਾਲ ਦੇ ਹੁੰਦੇ ਨੇ ਤੇ ਉਹਨਾਂ ਨੂੰ ਉਸ ਵੇਲੇ ਇੱਟਾਂ ਚੁਕਵਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਨਿਆਣਿਆਂ ਨੂੰ ਪਤਾ ਲੱਗ ਜਾਂਦਾ ਮੈਂ ਅਸੀਂ ਤੇ ਇੱਟਾਂ ਹੀ ਚੁੱਕਣੀਆਂ ਨੇ ਸਾਰੀ ਉਮਰ। ਮਤਲਬ ਇਹ ਹੈ ਕਿ ਹੁਣ ਪੈਦਾ ਹੋਣ ਤੋਂ ਲੱਗ ਕੇ ਤੇ ਮਰਨ ਤੱਕ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਤੁਹਾਡਾ ਢਿੱਡ ਤੈਅ ਕਰਦਾ ਹੈ, ਢਿੱਡ ਬਣਾਉਂਦਾ ਹੈ।
ਤੇ ਜੇ ਇਹ ਆਇਡੈਂਟੀਟੀ ਢਿੱਡ ਨਾ ਬਣਾਵੇਂ, ਬੰਦੇ ਨੂੰ ਪੈਦਾ ਹੋਣ ਵੇਲੇ ਇਹ ਨਾ ਪਤਾ ਹੋਵੇ ਕਿ ਉਹਨੇ ਲਾਜ਼ਮੀ ਤੌਰ ਤੇ ਇੱਟਾਂ ਚੁੱਕਣੀਆਂ ਨੇ ਜਾਂ ਉਹਨੇ 16 ਸਾਲ ਯੂਨੀਵਰਸਿਟੀ ਜਾ ਕੇ ਖੱਜਲ ਖਾਰੀ ਕਰਨੀ ਹੈ ਤੇ ਫਿਰ ਉਹਨੇ ਇੰਜੀਨੀਅਰਿੰਗ ਦੀ ਜੌਬ ਕਰਨੀ ਹੈ ਵਗੈਰਾ ਵਗੈਰਾ, ਤੇ ਫਿਰ ਉਹਦੀ ਆਇਡੈਂਟੀਟੀ ਕੀ ਹੋਏਗੀ? ਵਾਟ ਵਿਲ ਬੀ ਹਿਸ ਆਇਡੈਂਟੀਟੀ? ਸ਼ਨਾਖਤ ਕੀ ਹੋਏਗੀ ਉਹਦੀ? ਕਿਉਂਕਿ ਫਿਰ ਇਹਦਾ ਮਤਲਬ ਹੈ ਕਿ ਉਹਨੂੰ ਜਿਹੜੀ ਸ਼ਨਾਖਤ ਹੈ ਉਹ ਨਵੇਂ ਸਿਰੇ ਤੋਂ ਕਿਸੇ ਹੋਰ ਢੰਗ ਨਾਲ ਬਣਾਉਣੀ ਪਏਗੀ, ਜਿਹੜੀ ਕਿ ਇਸ ਵੇਲੇ ਨਹੀਂ ਬਣ ਸਕਦੀ, ਕਿਉਂਕਿ ਇਸ ਵੇਲੇ ਢਿੱਡ ਬਣਾ ਰਿਹਾ ਸ਼ਨਾਖਤ। ਤੇ ਜਦੋਂ ਢਿੱਡ ਨਹੀਂ ਬਣਾਏਗਾ ਤਾਂ ਫਿਰ ਸ਼ਨਾਖਤ ਕਿਵੇਂ ਬਣੇਗੀ? ਉਹਦੇ ਤਰਫ ਅਸੀਂ ਇਸ਼ਾਰੇ ਤੇ ਕਰ ਸਕਦੇ ਹਾਂ, ਲੇਕਿਨ ਉਹਦੀ ਤਰਫ ਉਹਦੀ ਜਿਹੜੀ ਪੂਰੀ ਆਊਟਲਾਈਨ ਜਾਂ ਉਹਦੀਆਂ ਜਿਹੜੀਆਂ ਡਿਟੇਲਸ ਨੇ ਉਹ ਅਸੀਂ ਤੈਅ ਨਹੀਂ ਕਰ ਸਕਦੇ। ਉਹਦੀ ਮੈਂ ਤੁਹਾਨੂੰ ਵਜ੍ਹਾ ਉਹ ਦੱਸ ਦਿੰਦਾ, ਇੱਕ ਉਹਦੀ ਇੱਕ ਹੋਰ ਵਜ੍ਹਾ ਵੀ ਮੈਂ ਤੁਹਾਨੂੰ ਦੱਸ ਦਿੰਦਾ। ਉਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਜਿਹੜੇ ਮਕੈਨੀਕਲ ਮਟੀਰੀਅਲਿਸਟ ਨੇ ਉਹਨਾਂ ਦਾ ਮੰਨਣਾ ਇਹ ਹੈ ਕਿ ਜੇ ਤੁਸੀਂ ਮਟੀਰੀਅਲ ਕੰਡੀਸ਼ਨਸ ਨੂੰ ਤਬਦੀਲ ਕਰਦੇ ਹੋ ਤੇ ਉਹਦੇ ਨਤੀਜੇ 'ਚ ਸਰਟਨ ਰਿਜ਼ਲਟਸ ਜਿਹੜੇ ਨੇ ਉਹ ਆਟੋਮੈਟਿਕਲੀ ਨਿਕਲ ਆਉਣਗੇ। ਇਹ ਉਹਨਾਂ ਦਾ ਕਹਿਣਾ ਹੈ, ਜਿਹੜੇ 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 ਮਕੈਨੀਕਲ ਮਟੀਰੀਅਲਿਸਟ ਨੇ। ਲੇਕਿਨ ਜਿਹੜੇ ਡਾਇਲੈਕਟਿਕਸ ਨੂੰ ਮੰਨਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੰਜ ਨਹੀਂ ਹੈ। ਜਿਹੜਾ ਮਟੀਰੀਅਲ ਕੰਡੀਸ਼ਨਸ ਦੇ ਵਿੱਚ ਤਬਦੀਲੀ ਆਉਂਦੀ ਹੈ ਉਹਦੇ ਨਾਲ ਸੁਸਾਇਟੀ ਦੇ ਤਬਦੀਲ ਹੋਣ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ, ਬਹੁਤ ਜ਼ਿਆਦਾ ਹੋ ਜਾਂਦੇ ਨੇ। ਲੇਕਿਨ ਹਰ ਸੁਸਾਇਟੀ ਜਿਹੜੀ ਹੈ ਉਹ ਕਿਵੇਂ ਤਬਦੀਲ ਹੁੰਦੀ ਹੈ ਉਸ ਮਟੀਰੀਅਲ ਕੰਡੀਸ਼ਨ ਦੇ ਬਦਲਣ ਨਾਲ, ਉਹ ਇੱਕ ਅਲੱਗਾ ਕਿੱਸਾ ਹੈ। ਮਿਸਾਲ ਦੇ ਤੌਰ ਦੇ ਉੱਤੇ ਪਾਕਿਸਤਾਨ ਦੇ ਵਿੱਚ ਮਸ਼ੀਨ ਜਦੋਂ ਦੀ ਆਈ ਆ ਪਿਛਲੇ 40 ਸਾਲ ਤੋਂ, ਤੇ ਤੁਸੀਂ ਵੇਖੋ ਕਿ ਇੱਕ ਤਰ੍ਹਾਂ ਦਾ ਮੁਲਾਈ ਨਿਜ਼ਾਮ, ਫਾਸ਼ਿਸਟ ਨਿਜ਼ਾਮ ਜਿਹੜਾ ਹੈ ਔਰ ਫੌਜ ਦਾ ਨਿਜ਼ਾਮ ਜਿਹੜਾ ਉਹ ਆ ਗਿਆ ਹੈ ਔਰ ਸੁਸਾਇਟੀ ਇੱਕ ਹੋਰ ਪਾਸੇ ਚੱਲ ਪਈ ਹੈ ਮਸ਼ੀਨੀ ਪੈਦਾਵਾਰ ਤੋਂ ਬਾਅਦ। ਹਿੰਦੁਸਤਾਨ ਦੇ ਵਿੱਚ ਹੋਰ ਤਰ੍ਹਾਂ ਦੀ ਉਹਦੀਆਂ ਸ਼ਕਲਾਂ ਬਣ ਰਹੀਆਂ ਨੇ, ਪਾਕਿਸਤਾਨ ਵਰਗੀਆਂ ਵੀ ਬਣ ਰਹੀਆਂ ਨੇ ਲੇਕਿਨ ਪਾਕਿਸਤਾਨ ਤੋਂ ਵੱਖਰੀਆਂ ਵੀ ਬਣ ਰਹੀਆਂ ਨੇ। ਇਸੇ ਤਰ੍ਹਾਂ ਤੁਸੀਂ ਬੰਗਲਾਦੇਸ਼ ਨੂੰ ਦੇਖੋ, ਇਸੇ ਤਰ੍ਹਾਂ ਬਾਕੀ ਮੁਲਕਾਂ ਨੂੰ ਆਪਣੇ ਇਲਾਕੇ 'ਚ ਵੇਖੋ, ਤੇ ਹਰ ਸੁਸਾਇਟੀ ਜਿਹੜੀ ਹੈ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜੀ ਮਟੀਰੀਅਲ ਕੰਡੀਸ਼ਨ ਚੇਂਜ ਹੋਈਆਂ ਨੇ ਮਸ਼ੀਨੀ ਪੈਦਾਵਾਰ ਦੇ ਨਾਲ, ਉਹਦੇ ਨਾਲ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲਿਹਾਜ਼ਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਤਬਦੀਲੀ ਦਾ ਪ੍ਰੋਸੈਸ ਹੈ ਮਟੀਰੀਅਲ ਕੰਡੀਸ਼ਨਸ ਦੇ ਬਦਲਣ ਦੇ ਨਾਲ, ਜਿਹੜੇ ਬੰਦੇ ਦਾ ਜਿਵੇਂ ਬੰਦੇ ਦਾ ਦਿਮਾਗ ਤਬਦੀਲ ਹੋਣਾ ਹੈ ਹੌਲੀ 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 ਹੌਲੀ, ਜਿਵੇਂ ਉਹਦਾ ਦਿਮਾਗ ਤਬਦੀਲ ਹੋਣਾ ਹੈ ਉਹਦਾ ਪ੍ਰੋਸੈਸ ਜਿਹੜਾ ਹੈ ਉਹ ਉਂਝ ਡਿਟਰਮਿਨਿਸਟਿਕ ਨਹੀਂ ਹੈ, ਬੱਝਿਆ ਬਝਾਇਆ ਨਹੀਂ ਹੈ ਜਿਵੇਂ ਕਿ ਮੈਥਮੈਟਿਕਸ ਦਾ ਫਾਰਮੂਲਾ ਹੋਵੇ ਜਾਂ ਅਰਿਥਮੈਟਿਕ ਦਾ ਫਾਰਮੂਲਾ ਹੋਵੇ। ਉਹ ਮੁਖਤਲਿਫ ਸੁਸਾਇਟੀਆਂ ਦੀ ਜਿਹੜੀ ਬੈਕਗਰਾਉਂਡ ਹੈ ਉਹਦੇ ਵਿੱਚ, ਉਹ ਮੈਂ ਅੱਜ ਗੱਲ ਵੀ ਉਸ ਚੀਨ ਦੇ ਉੱਤੇ ਜਦੋਂ ਗੱਲ ਕਰਾਂਗੇ ਨਾ ਤੇ ਉਹਦੇ ਵਿੱਚ ਮੈਂ ਇਹਦੀ ਮਿਸਾਲ ਵੀ ਤੁਹਾਨੂੰ ਦਿਆਂਗਾ ਕਿ ਜਿਹੜੀ ਸੁਸਾਇਟੀ ਦੀ ਜਿਹੜੀ ਪਸ ਮੰਜ਼ਰ ਹੁੰਦਾ ਹੈ, ਜਿਹੜਾ ਉਹਦੇ ਪਿੱਛੇ ਉਹਦੀ ਹਿਸਟਰੀ ਹੁੰਦੀ ਹੈ ਔਰ ਉਹਦੀ ਜਿਹੜੀ ਸੁਸਾਇਟੀ ਦੀ ਬਣਤਰ ਹੁੰਦੀ ਹੈ ਪੁਰਾਣੀ, ਉਹ ਜਦੋਂ ਨਵੇਂ ਜਿਹੜੇ ਮਟੀਰੀਅਲ ਸਰਕਮਸਟੈਂਸਸ ਆਉਂਦੇ ਨੇ ਤੇ ਉਹਨਾਂ ਨਾਲ ਕਿਵੇਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਐਡਜਸਟ ਕਰਦੀ ਹੈ। ਇਹ ਹੁਣ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜਾ ਰੈਵੋਲੂਸ਼ਨ ਆਏਗਾ ਉਹਦੇ ਨਾਲ ਮੁਖਤਲਿਫ ਸੁਸਾਇਟੀਆਂ, ਅਮਰੀਕਾ ਦੀ ਸੁਸਾਇਟੀ, ਚੀਨ ਦੀ ਸੁਸਾਇਟੀ ਜਿੱਥੇ ਸਭ ਤੋਂ ਜ਼ਿਆਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਤੀ ਜਾਏਗੀ ਔਰ ਵਰਤੀ ਜਾ ਰਹੀ ਹੈ, ਉਹ ਕਿਵੇਂ ਐਡਜਸਟ ਕਰਦੀਆਂ ਨੇ। ਇਹ ਪ੍ਰੋਸੈਸ ਖੁਦ ਇਹਨਾਂ ਮੁਲਕਾਂ ਦੀ ਤਾਰੀਖ, ਇਹਨਾਂ ਮੁਲਕਾਂ ਦੀ ਲੋਕੇਸ਼ਨ, ਇਹਨਾਂ ਮੁਲਕਾਂ ਦੀ ਜਿਹੜੇ ਇੰਡੀਵਿਜੂਅਲ ਔਰ ਸੁਸਾਇਟੀਆਂ ਦੀ ਜਿਹੜੀ ਬਣਤਰ ਹੈ, ਜਿਹੜੀ ਕੰਪੋਜੀਸ਼ਨ ਹੈ, ਉਹਨਾਂ ਉੱਤੇ ਡਿਪੈਂਡ ਕਰੇਗੀ ਕਿ ਤਬਦੀਲੀ ਦੀ ਸ਼ਕਲ ਆਖਿਰ ਦੇ ਉੱਤੇ ਕੀ ਨਿਕਲਦੀ ਹੈ। ਸੋ ਮੈਂ
ਇਹ ਗੱਲ ਤੁਹਾਨੂੰ ਇਸ ਲਈ ਬਹੁਤ ਜ਼ੋਰ ਦੇ ਕੇ ਇਹ ਗੱਲ ਮੈਂ ਕਹਿ ਰਿਹਾ ਹਾਂ ਕਿ ਤੁਸੀਂ ਇਹਨੂੰ ਇਸ ਪ੍ਰੋਸੈਸ ਨੂੰ ਡਿਟਰਮਿਨਿਸਟਿਕ ਨਾ ਸਮਝੋ। ਇੰਜ ਨਾ ਸਮਝੋ ਕਿ ਇਹ ਹੋ ਗਿਆ ਤੇ ਫਿਰ ਬੀ ਜਿਹੜਾ ਹੈ ਉਹਨੇ ਫੌਰਨ ਹੋ ਜਾਣਾ ਹੈ। ਇੰਜ ਨਾ ਸਮਝੋ ਇਹਨੂੰ। ਮਟੀਰੀਅਲ ਕੰਡੀਸ਼ਨ ਤਬਦੀਲ ਹੋਣ ਦੇ ਨਾਲ ਤਬਦੀਲੀ ਹੋਣੀ ਹੈ, ਨੈਸੈਸਰੀ ਕੰਡੀਸ਼ਨ। ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਨੈਸੈਸਰੀ ਕੰਡੀਸ਼ਨ ਤੇ ਸਫੀਸ਼ੀਐਂਟ ਕੰਡੀਸ਼ਨਸ ਕੀ ਹੁੰਦੀਆਂ ਨੇ। ਇਹ ਜਿਹੜੀ ਮਟੀਰੀਅਲ ਕੰਡੀਸ਼ਨ ਦੀ ਤਬਦੀਲੀ ਹੈ ਇਹ ਨੈਸੈਸਰੀ ਕੰਡੀਸ਼ਨ ਤਾਂ ਜ਼ਰੂਰ ਹੈ, ਲੇਕਿਨ ਇਹ ਸਫੀਸ਼ੀਐਂਟ ਕੰਡੀਸ਼ਨ ਨਹੀਂ ਹੈ। ਮਿਸਾਲ ਦੇ ਤੌਰ ਦੇ ਉੱਤੇ ਯੂਰਪ ਦੇ ਵਿੱਚ ਜਦੋਂ ਇੰਡਸਟਰੀ ਆ ਗਈ, ਮਸ਼ੀਨਾਂ ਆ ਗਈਆਂ, ਤੇ ਉੱਥੇ ਜਿਹੜੀ ਜਮਹੂਰੀਅਤ ਹੈ, ਖੁੱਲੀ ਜਮਹੂਰੀਅਤ ਜਿਹੜੀ ਹੈ ਉਹ ਵੀ ਆ ਗਈ। ਤੇ ਤੁਸੀਂ ਇਹ ਸਵਾਲ ਕਰ ਸਕਦੇ ਹੋ ਔਰ ਕਰਨਾ ਚਾਹੀਦਾ ਤੁਹਾਨੂੰ ਕਿ ਪਾਕਿਸਤਾਨ ਦੇ ਵਿੱਚ ਵੀ ਤਾਂ ਮਸ਼ੀਨ ਆ ਗਈ ਹੈ ਤੇ ਪਾਕਿਸਤਾਨ ਦੇ ਵਿੱਚ ਜਮਹੂਰੀਅਤ ਕਿਉਂ ਨਹੀਂ ਆਈ ਜਿਵੇਂ ਯੂਰਪ 'ਚ ਆਈ ਸੀ। ਇੱਥੇ ਕੀ ਹੋਇਆ? ਇੱਥੇ ਵੀ ਹੁਣ ਆਪਣਾ ਬੱਕਰੀਆਂ ਚਾਰਨ ਵਾਲੇ ਤੋਂ ਲੈ ਕੇ ਤੇ ਉੱਤੇ ਤੱਕ ਹਰ ਬੰਦੇ ਦੇ ਹੱਥ ਵਿੱਚ ਸੈੱਲਫੋਨ ਹੈਗਾ ਹੈ, ਔਰ ਹਰ ਖੇਤ ਦੇ ਵਿੱਚ ਜਿਹੜਾ ਕੋਈ ਬੰਦਾ ਹੱਥ ਨਾਲ ਕੰਮ ਨਹੀਂ ਕਰ ਰਿਹਾ। ਤੇ ਫਿਰ ਉਹ ਜਿਹੜੀ ਯੂਰਪ ਦੇ ਵਿੱਚ ਸੋਸ਼ਲ ਔਰ ਪੋਲੀਟੀਕਲ ਕੰਡੀਸ਼ਨਸ ਨੇ ਜਾਂ ਫਰੀडम्स ਨੇ, ਉਹ ਆਖਰ ਪਾਕਿਸਤਾਨ 'ਚ ਕਿਉਂ ਨਹੀਂ ਆਈਆਂ? ਇਹ ਸਵਾਲ ਤੁਸੀਂ ਕਰ ਸਕਦੇ ਹੋ ਨਾ। ਇਹਦਾ ਜਵਾਬ ਮੈਂ ਇਸੇ ਲਈ ਮੈਂ ਇਹਦਾ ਜਵਾਬ ਦੇ ਰਿਹਾ ਹੈ ਕਿ ਇਹ ਜਿਹੜਾ ਨੈਸੈਸਰੀ ਕੰਡੀਸ਼ਨਸ ਦਾ ਹੋਣਾ ਔਰ ਉਹਨਾਂ ਦਾ ਔਰ ਸਫੀਸ਼ੀਐਂਟ ਕੰਡੀਸ਼ਨਸ ਕਿ ਉਹ ਅਲਟੀਮੇਟਲੀ ਕਿਸ ਤਰ੍ਹਾਂ ਦੀ ਸੁਸਾਇਟੀ ਨੂੰ ਮੋਲਡ ਕਰਦੀਆਂ ਨੇ, ਇਹਨਾਂ ਵਿੱਚ ਬਹੁਤ ਜ਼ਿਆਦਾ ਫਰਕ ਹੈਗਾ। ਇਹ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਇਸ ਸਿਲਸਿਲੇ 'ਚ। ਹਾਂਜੀ, ਕੋਈ ਸਵਾਲ ਇਸ ਤੇ? ਹਾਂਜੀ ਮਨਜ਼ੂਰ, ਮੇਰਾ ਇੱਕ ਸਵਾਲ ਹੈ, ਉਹ ਹੈ ਕਿ ਜਿਹੜੀ ਸਫੀਸ਼ੀਐਂਟ ਕੰਡੀਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਉਸ ਤੇ ਸਵਾਲ ਬਣਦਾ ਹੈ ਕਿ ਕਿਸੇ ਵੀ ਚੇਂਜ ਲਈ ਸਫੀਸ਼ੀਐਂਟ ਕੰਡੀਸ਼ਨਸ ਕਿਸ ਤਰ੍ਹਾਂ ਪੈਦਾ ਹੁੰਦੀਆਂ ਤੇ ਤੁਹਾਡਾ ਕੀ ਖਿਆਲ ਹੈ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਏਜ ਹੈ ਉਹਦੇ 'ਚ ਫੋਰਨ ਇਨਫਲੂਐਂਸਸ ਦਾ ਬਹੁਤ ਹੱਥ ਹੋਣਾ ਹੈ ਐਸ ਸਫੀਸ਼ੀਐਂਟ ਕੰਡੀਸ਼ਨਸ ਤੇ ਕਿਸੇ ਖਾਸ ਮੁਲਕ ਤੇ ਜਾਂ ਨਹੀਂ? ਮੇਰਾ ਆਪਣਾ ਇਹ ਖਿਆਲ ਹੈ ਕਿ ਉਹਦੇ ਤੇ ਫਾਰਨ ਵੀ ਹੋਣਾ ਹੈ, ਫਾਰਨ ਤੇ ਹੋਣਾ ਹੀ ਹੋਣਾ ਹੈ। ਔਰ ਲੇਕਿਨ ਉਹਨਾਂ ਸੁਸਾਇਟੀਆਂ ਦੀ ਜਿਹੜੀ ਆਪਣੀ ਬਣਤਰ ਹੈ, ਜਿਹੜੀ ਆਪਣਾ ਸਟਰਕਚਰ ਹੈ, ਜਿਹੜੀ ਆਪਣੀ ਹਿਸਟਰੀ ਹੈ, ਜਿਹੜੀ ਆਪਣੀ ਕੰਪੋਜੀਸ਼ਨ ਹੈ, ਉਹ ਕਿਵੇਂ ਦੀ ਹੈ ਔਰ ਉਹ ਕਿਵੇਂ ਕਿਵੇਂ ਤਬਦੀਲ, ਉਹਦੇ 'ਚ ਕਿਹੜੀਆਂ ਚੀਜ਼ਾਂ ਹੋਣ ਤੋਂ ਤਬਦੀਲ ਹੋਏਗੀ, ਇਹ ਅਨਨੋਨ ਫੈਕਟਰ ਹੈ ਫਿਲਹਾਲ, ਜਿਹਨੂੰ ਅਸੀਂ ਸਫੀਸ਼ੀਐਂਟ ਕੰਡੀਸ਼ਨਸ ਕਹਿ ਰਹੇ ਹਾਂ। ਔਰ ਮੈਂ ਇਹੋ ਹੀ ਕਿਹਾ ਸੀਗਾ ਕਿ ਇਹਦੇ ਉੱਤੇ ਕਿਸੇ ਨੇ ਵੀ ਮੈਂ ਮਾਰਕਸ ਦੇ ਕੋਈ ਕਲੀਅਰ ਕੱਟ ਰਸਤਾ ਨਹੀਂ ਦੱਸਿਆ। ਇਸ ਵਾਸਤੇ ਹੁਣ ਵੀ ਅਸੀਂ ਰਸਤਾ ਨਹੀਂ ਦੱਸ ਸਕਦੇ ਕਲੀਅਰ ਕੱਟ। ਹਾਂ, ਕੁਝ ਉਨਵਾਨ ਹੈ ਨੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਦੱਸ ਸਕਦੇ ਹਾਂ ਕਿ ਕਿਹੜੀ ਸੁਸਾਇਟੀ ਜਿਹੜੀ ਹੈ ਉਹ ਕਿਵੇਂ ਤਬਦੀਲ ਹੋ ਸਕਦੀ ਹੈ। ਅੱਛਾ, ਹੁਣ ਚਲੋ ਜੀ ਮੈਂ ਆ ਜਾਣਾ, ਸਾਡੇ ਕੋਲ ਜਿਹੜੀ ਕਿਤਾਬ ਹੈਗੀ ਹੈ ਇਹ ਬੁਨਿਆਦੀ ਤੌਰ ਦੇ ਉੱਤੇ ਚੀਨ ਔਰ ਅਮਰੀਕਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਵੇਂ ਐਪਲੀਕੇਸ਼ਨ ਹੋ ਰਹੀ ਹੈ ਉਹਦੇ ਉੱਤੇ ਕਿਤਾਬ ਹੈਗੀ ਹੈ। ਔਰ ਉਹਦੇ ਵਿੱਚ ਅਜ਼ੰਪਸ਼ਨ ਹੈਗੀ ਹੈ ਕਿ ਇਹ ਦੋ ਮੁਲਕ ਨੇ ਜਿਨ੍ਹਾਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਮੈਕਸਿਮਮ ਤਬਦੀਲੀਆਂ ਪੈਦਾ ਕਰ ਦੇਣੀਆਂ ਨੇ ਔਰ ਬਾਕੀ ਦੁਨੀਆ ਜਿਹੜੀ ਹੈ ਉਹਨਾਂ ਨੇ ਬਹੁਤ ਪਿੱਛੇ ਰਹਿ ਜਾਣਾ ਔਰ ਉਹਨਾਂ ਨੇ ਸ਼ਾਇਦ ਉਹਨਾਂ ਦੇ ਵਿੱਚ ਜਿਹੜੀ ਗਰੀਬੀ ਹੋਣਾ ਉਹ ਤੋਂ ਵੀ ਜ਼ਿਆਦਾ ਵੱਧ ਜਾਣਾ ਹੈ। ਇਸ ਵਾਸਤੇ ਜਿਹੜੀ ਅਸੀਂ ਇਸ ਕਿਤਾਬ ਨੂੰ ਫਾਲੋ ਕਰਨੇ, ਚੀਨ ਦੀ ਮਿਸਾਲ ਅਸੀਂ ਲੈ ਲੈਂਦੇ ਕਿ ਚੀਨ ਦੇ ਵਿੱਚ ਕੀ ਹੋਇਆ। ਲੇਕਿਨ ਡਾਕਟਰ ਸਾਹਿਬ ਇੱਕ ਹੋਰ ਚੀਜ਼ ਹੈ, ਇਹ ਲਾਜ਼ਮੀ ਨਹੀਂ ਕਿ ਸਿਰਫ ਸਟੇਟਸ ਵੀ ਕਰਨਗੀਆਂ ਐਜ਼ ਅ ਸਟੇਟ ਪਾਰਟਿਸਿਪੇਸ਼ਨ, ਕਈ ਕੰਪਨੀਆਂ ਕਾਰਪੋਰੇਟਸ ਕਰਨਗੀਆਂ ਐਜ਼ ਅ ਕਾਰਪੋਰੇਟ, ਉਹਨਾਂ ਦਾ ਇਹੀ ਹੋਏਗਾ, ਉਹਨਾਂ ਦਾ ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲ ਡਿਵੈਲਪਮੈਂਟ ਕਰ ਗਿਆ। ਲੇਕਿਨ ਇੰਡੀਵਿਜੂਅਲਸ ਤੁਸੀਂ ਨਹੀਂ ਕਰੋ ਕਰ, ਇੰਡੀਵਿਜੂਅਲਸ ਬਹੁਤ ਹੋਣਗੇ ਜਿਹੜੇ ਬੜਾ ਪੰਗਾ ਲੈਣਗੇ ਜਾਂ ਬਹੁਤ ਉਹਨਾਂ ਦੀ ਇਨਵੋਲਵਮੈਂਟ ਹੋਏਗੀ ਇੰਡੀਵਿਜੂਅਲ ਲੈਵਲ ਤੇ।
ਉਹ ਜਿਹੜਾ ਸਾਰਾ ਮੈਨੂੰ ਗਦਰ ਪਾਣਗੇ ਉਹ ਇੰਡੀਵਿਜੂਅਲ ਜ਼ਿਆਦਾ ਪਾਣਗੇ। ਮੈਨੂੰ ਅਗਰ ਤੁਸੀਂ ਇਜਾਜ਼ਤ ਦਿਓ ਤੇ ਜਦੋਂ ਮੈਂ ਗੱਲ ਕਰ ਲਾਂ ਫਿਰ ਤੁਸੀਂ ਦੁਬਾਰਾ ਇਹ ਸਵਾਲ ਕਰਨਾ। ਕਿਆ ਇਹ ਗਿਆ ਹੈ ਕਿ ਜਿਹੜਾ ਜਦੋਂ ਮਸ਼ੀਨ ਜਿਹੜੀ ਹੈ ਉਹ ਮਾਸ ਦੇ ਰਹੀ ਸੀ ਬੰਦੇ ਨੂੰ ਗੇਮ ਦੇ ਵਿੱਚ, ਤੇ ਉਸ ਰਾਤ 300 ਮਿਲੀਅਨ ਚੀਨੀ ਜਿਹੜੇ ਨੇ ਉਹ ਉਸ ਨੂੰ ਵੇਖ ਰਹੇ ਸਨ। ਉਹਨਾਂ ਲਈ ਉਹ ਕਹਿੰਦਾ ਹੈ ਕਿ ਉਹ ਸਪੁਟਨਿਕ ਮੂਵਮੈਂਟ ਸੀਗਾ। ਜਿਵੇਂ ਅਮਰੀਕੀ ਜਿਹੜੇ ਨੇ ਉਹ ਜਦੋਂ ਰੂਸ ਨੇ ਸਪੁਟਨਿਕ ਭੇਜਤਾ ਤੇ ਉਹਨਾਂ ਨੂੰ ਜਾਗ ਆਈ ਨਾ, ਤੇ ਉਹਨੇ ਕਿਹਾ ਜੀ ਇਹ ਚੀਨ ਦੇ ਵਿੱਚ ਸਪੁਟਨਿਕ ਮੂਵਮੈਂਟ ਸੀ ਕਿ ਉਹ ਇਸ ਗੱਲ ਤੇ ਵੀ ਐਕਸਾਈਟਡ ਸਨ ਕਿ ਕਿਵੇਂ ਮਸ਼ੀਨ ਨੇ ਬੰਦੇ ਨੂੰ ਹਰਾ ਦਿੱਤਾ ਹੈ, ਤੇ ਇਸ ਗੱਲ ਤੇ ਦੁਖੀ ਵੀ ਸਨ ਕਿ ਬੰਦਾ ਕਿਵੇਂ ਹਾਰ ਗਿਆ, ਤੇ ਲੋਕਾਂ ਦੀਆਂ ਹਮਦਰਦੀਆਂ ਇਨਸਾਨੀ ਪਲੇਅਰ ਦੇ ਨਾਲ ਜ਼ਿਆਦਾ ਸਨ, ਜਿਹਦੇ ਤੋਂ ਇਹ ਅੰਦਾਜ਼ਾ ਕੀਤਾ ਗਿਆ ਕਿ ਆਖਿਰ ਇਨਸਾਨੀ ਰਿਸ਼ਤੇ ਜਿਹੜੇ ਨੇ ਉਹ ਵੀ ਮਸ਼ੀਨ ਦੇ ਇੰਨਾ ਕੁਛ ਕਰਨ ਤੋਂ ਬਾਅਦ ਰਹਿਣਗੇ। ਇਹ ਖੈਰ ਵੱਖਰੀ ਗੱਲ ਹੈ। ਅੱਛਾ, ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਚੀਨ ਦੇ ਵਿੱਚ ਜਿਹੜੀ ਕਾਪੀ ਕਰਨਾ ਮੁਖਤਲਿਫ ਪ੍ਰੋਗਰਾਮਾਂ ਨੂੰ, ਮੁਖਤਲਿਫ ਪਲੇਟਫਾਰਮਸ ਨੂੰ ਕਾਪੀ ਕਰਨ ਦੀ ਇੱਕ ਦੌੜ ਚੱਲ ਪਈ। ਉਹ ਨਾਮ ਹੀ ਉਹਨੇ ਦੱਸਿਆ, ਡੈਲਾਵੇਅਰ ਯੂਨੀਵਰਸਿਟੀ ਦੇ ਵਿੱਚ ਕੋਈ PhD ਦਾ ਸਟੂਡੈਂਟ ਸੀਗਾ ਚੀਨੀ, ਉਹ ਆਇਆ ਤੇ ਉਹਨੇ ਜਦੋਂ ਫੇਸਬੁੱਕ ਵਗੈਰਾ ਨੂੰ ਦੇਖਿਆ, ਫੇਸਬੁੱਕ ਅਜੇ ਨਹੀਂ ਸੀ ਆਈ, ਅਜੇ ਦੂਜੇ ਪ੍ਰੋਗਰਾਮ ਸਨ, ਫਰੈਂਡਲੀ ਕਿ ਕੀ ਉਹ ਪ੍ਰੋਗਰਾਮ ਆਇਆ ਸੀ, ਤੇ ਉਹਨੇ PhD ਵਿੱਚ ਹੀ ਛੱਡੀ ਤੇ ਛੱਡ ਕੇ ਜਾ ਕੇ ਤੇ ਉਹਨੇ ਆਪਣਾ ਚੀਨ ਦੇ ਵਿੱਚ ਉਹਦੀ ਐਗਜ਼ੈਕਟ ਕਾਪੀ ਕਰਕੇ ਤੇ ਚਲਾਉਣੀ ਸ਼ੁਰੂ ਕਰ ਦਿੱਤੀ। ਉਹ ਕਾਫੀ ਮਸ਼ਹੂਰ ਹੋਈ, ਲੇਕਿਨ ਜਿੰਨਾ ਉਹਦੇ ਲਈ ਉਹਨੂੰ ਕੈਪੀਟਲ ਚਾਹੀਦਾ ਸੀ ਉਹ ਉਹਨੂੰ ਨਾ ਮਿਲਿਆ ਤੇ ਉਹਨੂੰ ਉਹ ਛੱਡਣੀ ਪਈ, ਉਹ ਵੇਚਣੀ ਪਈ ਕੰਪਨੀ। ਲੇਕਿਨ ਉਹ ਕੰਪਨੀ ਅੱਗੇ ਜਾ ਕੇ ਉਹਨੇ ਆਪਣਾ ਨਾਂ ਤਬਦੀਲ ਕੀਤਾ ਤੇ ਉਹ ਬਹੁਤ ਪ੍ਰਾਸਪਰਸ ਹੋਈ। ਉਹਨੇ ਫਿਰ ਇੱਕ ਹੋਰ ਕੰਪਨੀ ਦੀ ਕਾਪੀ ਕੀਤੀ, ਫੇਸਬੁੱਕ ਦੀ ਵੀ ਕੀਤੀ ਉਹਨੇ ਕਾਪੀ, ਤੇ ਉਹਦਾ ਇਹ ਕਹਿਣਾ ਹੈ, ਕਿਆ ਇਹ ਜਾ ਰਿਹਾ ਹੈ, ਇਸ ਰਾਈਟਰ ਦਾ ਕਹਿਣਾ ਇਹ ਹੈ ਕਿ ਜਿਹੜੀ ਕਾਪੀ ਕੈਟਿੰਗ ਦੀ ਜਿਹੜੀ ਇੰਡਸਟਰੀ ਚੀਨ ਦੇ ਵਿੱਚ ਸ਼ੁਰੂ ਹੋਈ, ਉਹਦੇ ਵਿੱਚ ਬਹੁਤ ਹੀ ਕਾਤਲ ਕਿਸਮ ਦਾ ਕੰਪੀਟੀਸ਼ਨ ਸੀ। ਜਿਹਨੀ ਕਹਿੰਦਾ ਕਿ ਇਹ ਗਲੈਡੀਏਟਰਸ ਦੀ ਜੰਗ ਸੀ। ਵੈਸੇ ਗਲੈਡੀਏਟਰਸ ਦਾ ਮੈਂ ਜਿਹੜਾ ਤਰਜਮਾ ਕੀਤਾ ਉਹ ਮੈਂ ਕੀਤਾ ਸ਼ੇਰੂ, ਤੇ ਆਪਣਾ ਜਿਹੜੇ ਇੰਟਰਪ੍ਰੈਨਿਓਰ ਕਹਿੰਦਾ ਕਿ ਇੰਟਰਪ੍ਰੈਨਿਓਰ ਜਿਹੜੇ ਨੇ ਉਹ ਮੈਦਾਨ 'ਚ ਆਉਂਦੇ ਸਨ ਨਵੀਂ ਪ੍ਰੋਡਕਟਸ ਲੈ ਕੇ, ਤੇ ਤਾਂ ਕਿ ਉਹ ਜਲਦੀ ਤੋਂ ਜਲਦੀ ਅਮੀਰ ਹੋ ਜਾਣ। ਤੇ ਉਹ ਜਿਹੜਾ ਇੰਟਰਪ੍ਰੈਨਿਓਰ ਦਾ ਮੈਂ ਤਰਜਮਾ ਕੀਤਾ ਹੈ, ਇਹ ਮੈਂ ਕਿਹਾ ਇੰਟਰਪ੍ਰੈਨਿਓਰ ਜਿਹੜਾ ਨਾ, ਇਹ ਪੰਜਾਬੀ ਦੇ ਵਿੱਚ ਇਹਨੂੰ ਚਾਲੂ ਕਰਨਾ ਬੜਾ ਮੁਸ਼ਕਲ ਹੈ, ਤੇ ਇਹਦਾ ਮੈਂ ਤਰਜਮਾ ਕੀਤਾ ਹੈ ਧਨਪਾਲ, ਯਾਨੀ ਧਨ ਨੂੰ ਪਾਲਣ ਵਾਲੇ। ਕਿਉਂ ਜੀ, ਸਹੀ ਹੈ? ਠੀਕ ਹੈ ਧਨਪਾਲ ਸਹੀ ਹੈ, ਧਨਪਾਲ ਠੀਕ। ਜਿਹੜੇ ਧਨਪਾਲ ਸਨ, ਇਹਨਾਂ ਦੇ ਦਰਮਿਆਨ ਉਹ ਕਹਿੰਦਾ ਕਿ ਜਿਹੜਾ ਕੰਪੀਟੀਸ਼ਨ ਇੰਨਾ ਮਾਰੂ ਸੀ ਕਿ ਰਾਤ ਦਿਨ ਉਹ ਕੁਛ ਨਹੀਂ ਸੀ ਵੇਖਦੇ, ਔਰ ਉਹ ਦਵਾ ਦਵ ਜਲਦੀ ਨਾਲ ਹਜ਼ਾਰਾਂ ਐਂਟਰਪ੍ਰੈਨਿਓਰ ਜਿਹੜੇ ਨੇ ਉਹ ਪ੍ਰੋਗਰਾਮਾਂ ਦੀ ਕਾਪੀ ਕਰਕੇ ਤੇ ਮੁਨਾਫਾ ਬਣਾਉਣਾ ਚਾਹੁੰਦੇ ਸਨ, ਤੇ ਔਰ ਮੁਨਾਫਾ ਬਖਸ਼ੀ ਜਿਹੜੀ ਸੀ ਉਹਨਾਂ ਦੀ ਉਹ ਹੈ ਸੀ ਬੇਸਿਕ ਉਹਨਾਂ ਦੀ ਮੋਟਿਵ। ਅੱਛਾ, ਇੱਥੇ ਉਹ ਕਹਿੰਦਾ ਹੈ ਕਿ ਇਹ ਜਿਹੜੀ ਚੀਨ ਦੇ ਵਿੱਚ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜੀ ਕਾਪੀ ਕੈਟਿੰਗ ਦਾ ਜਿਹੜਾ এনवायरमेंट ਪੈਦਾ ਹੋਇਆ, ਇਹਨੂੰ ਆਪਣਾ ਸਿਲੀਕਨ ਵੈਲੀ ਜਿਹੜੀ ਅਮਰੀਕਾ ਦੀ ਹੈ ਉਹਦੇ ਵਿੱਚ ਬਹੁਤ ਹੀ ਭੈੜੀ ਨਜ਼ਰ ਨਾਲ ਵੇਖਿਆ ਜਾਂਦਾ ਸੀ, ਔਰ ਇਹ ਸਮਝਿਆ ਜਾਂਦਾ ਸੀ ਕਿ ਇਹ ਥਰਡ ਰੇਟ ਕਿਸਮ ਦੇ ਲੋਕੀ ਨੇ ਔਰ ਥਰਡ ਰੇਟ ਕਿਸਮ ਦੇ ਕੰਮ ਕਰ ਰਹੇ ਨੇ। ਇਹ ਅਮਰੀਕਾ 'ਚ ਸਮਝਿਆ ਜਾਂਦਾ ਸੀ ਸਿਲੀਕਨ ਵੈਲੀ 'ਚ।
ਉਹਦੇ 'ਚ ਉਹਨੇ ਇੱਕ ਫਰਕ ਕੀਤਾ ਹੈ। ਉਹਨੇ ਕਿਹਾ ਕਿ ਜਿਹੜੇ ਸਿਲਿਕਨ ਵੈਲੀ ਦੇ ਵਿੱਚ ਜਿਹੜੇ ਇੰਜੀਨੀਅਰ ਔਰ ਜਿਹੜੇ ਹੁੰਦੇ ਸਨ, ਇਹ ਚੰਗੇ ਖਾਂਦੇ ਪੀਂਦੇ ਘਰਾਂ ਦੇ, ਤਾਲੀਮ ਯਾਫਤਾ ਘਰਾਂ ਤੋਂ ਹੁੰਦੇ ਸਨ, ਤੇ ਉਹਨਾਂ ਦੇ ਸਾਹਮਣੇ ਪੈਸੇ ਕਮਾਉਣ ਤੋਂ ਇਲਾਵਾ ਦੁਨੀਆ ਨੂੰ ਬਦਲਣ ਦਾ ਵੀ ਇੱਕ ਹੈਗਾ ਸੀ ਉਹਨਾਂ ਦਾ ਟਾਰਗੇਟ, ਔਰ ਨਾਂ ਪੈਦਾ ਕਰਨਾ ਵੀ ਇੱਕ ਟਾਰਗੇਟ ਹੈਗਾ ਸੀ। ਉਹ ਕਹਿੰਦਾ ਕਿ ਚੀਨ ਦੇ ਵਿੱਚ ਜਿਹੜੇ ਕਾਪੀ ਕਰ ਕਰਕੇ ਜਿਹੜਾ ਮੁਨਾਫਾ ਕਮਾਉਣਾ ਚਾਹ ਰਹੇ ਸਨ, ਉਹਨਾਂ ਦਾ ਇਹਨਾਂ ਵਿੱਚੋਂ ਕੋਈ ਵੀ ਮੋਟਿਵ ਨਹੀਂ ਸੀ ਹੈਗਾ। ਉਹ ਆਮ ਘਰਾਂ ਦੇ ਵਿੱਚੋਂ ਆਏ ਸਨ, ਥੱਲਿਓਂ ਆਏ ਸਨ, ਔਰ ਉਹ ਸਿਰਫ ਮੁਨਾਫੇ ਲਈ ਸਾਰਾ ਕੁਝ ਕਰਦੇ ਸਨ। ਉਹਨਾਂ ਨੂੰ ਇਸ ਗੱਲ ਨਾਲ ਕੋਈ ਗਰਜ਼ ਨਹੀਂ ਸੀ ਇਹਦੇ ਨਾਲ ਦੁਨੀਆ ਤਬਦੀਲ ਹੋਣੀ ਹੈ ਕਿ ਨਹੀਂ ਹੋਣੀ, ਮੇਰਾ ਨਾਮ ਵੱਡਾ ਹੋਣਾ ਹੈ ਕਿ ਨਿੱਕਾ ਹੋਣਾ। ਦੇ ਡਿਡਨਟ ਕੇਅਰ ਅਬਾਊਟ ਇਟ, ਦੇ ਜਸਟ ਵਾਂਟਡ ਪ੍ਰੋਫਿਟ। ਇਸ ਵਾਸਤੇ ਉਹ ਜਿਹੜੇ ਨੇ ਉਹ ਧੜ ਕਾਪਿੰਗ ਦੇ ਵਿੱਚ, ਕੰਪੀਟੀਸ਼ਨ ਦੇ ਵਿੱਚ ਜਿਹੜੇ ਸ਼ਮਸ਼ੇਰ ਧਨਪਾਲ ਜਿਹੜੇ ਨੇ ਉਹ ਦਾਖਲ ਹੁੰਦੇ ਗਏ, ਕੁਝ ਮਰਦੇ ਗਏ, ਕੁਝ ਬਚਦੇ ਗਏ, ਤੇ ਅਖੀਰ ਇਹ ਬੰਦਾ ਜਿਹਨੇ ਡੈਲਾਵੇਅਰ ਤੋਂ ਜਿਹੜਾ ਨਸਿਆ ਸੀਗਾ, ਇਹਨੇ ਜਿਹੜੀ ਕੰਪਨੀ ਬਣਾਈ, ਉਹਦੀ ਹੁਣ ਵੈਲਿਊ ਇਸ ਵੇਲੇ ਜਿਹੜੀ ਹੈਗੀ ਹੈ ਉਹ ਕੋਈ ਹੈਗੀ ਹੈ ਕੋਈ 21-22 ਬਿਲੀਅਨ ਡਾਲਰ ਦੀ। ਅੱਛਾ, ਹੁਣ ਜਿੱਥੋਂ ਤੱਕ ਜਿਹੜਾ ਆਪਣਾ ਤੁਹਾਡਾ ਆਬਦ ਕਾਮਰਾਨ ਜੀ ਤੁਹਾਡਾ ਸਵਾਲ ਸੀ, ਉਸ ਸਵਾਲ ਦੇ ਮੈਂ ਵੱਲ ਆਉਣਾ ਚਾਹ ਰਿਹਾ। ਉਹ ਕਹਿੰਦਾ ਹੈ ਕਿ ਚੀਨ ਦੇ ਵਿੱਚ ਕਾਪੀਇੰਗ ਕਿਉਂ ਹੋਈ ਇੰਨੀ ਜ਼ਿਆਦਾ, ਉਹਦੀ ਵਜ੍ਹਾ ਕੀ ਸੀ? ਮਤਲਬ ਅਮਰੀਕਾ, ਯੂਰਪ ਦੇ ਵਿੱਚ ਕਾਪੀ ਕੈਟਿੰਗ ਦਾ ਇਹ ਕਲਚਰ ਨਹੀਂ ਸਪਰੈਡ ਹੋਇਆ, ਚੀਨ 'ਚ ਕਿਉਂ ਸਪਰੈਡ ਹੋਇਆ ਹੈ? ਤੇ ਉਹਦੀ 2-3 ਵਜ੍ਹਾ ਦੱਸਦਾ ਹੈ। ਉਹ ਕਹਿੰਦਾ ਕਿ ਇੱਕ ਤੇ ਉਹਦੀ ਵਜ੍ਹਾ ਇਹ ਸੀ ਕਿ ਚੀਨ ਦੀ ਪੂਰੀ ਸੁਸਾਇਟੀ ਜਾਂ ਚੀਨ ਦੀ ਪੂਰੀ ਜਿਹੜੀ ਇੰਟੈਲੀਜੈਂਸੀਆ ਹੈ, ਉਹ ਹਜ਼ਾਰਾਂ ਸਾਲਾਂ ਤੋਂ ਕੰਪੀਟੀਸ਼ਨ ਦਾ ਐਗਜ਼ਾਮ ਦੇ ਕੇ ਤੇ ਨੌਕਰੀ ਉਹਨੂੰ ਮਿਲਦੀ ਸੀ। ਇਹ ਕੋਈ 1000-12 ਸਾਲ ਤੋਂ ਇੰਝ ਹੀ ਹੋ ਰਿਹਾ ਸੀ ਚੀਨ ਦੇ ਵਿੱਚ। ਤੇ ਉਹ ਇਮਤਿਹਾਨ ਪਾਸ ਕਰਨ ਲਈ ਤੁਹਾਨੂੰ ਪੁਰਾਣੇ ਕਨਫਿਊਸ਼ੀਅਸ ਤੇ ਪਤਾ ਨਹੀਂ ਕਿਹਦੇ ਕਿਤਾਬਾਂ ਦੇ ਰੱਟੇ ਲਾਉਣੇ ਪੈਂਦੇ ਸਨ। ਸੋ ਤੁਸੀਂ ਤੁਹਾਨੂੰ ਬੇਸਿਕਲੀ ਕਾਪੀ ਕਰਨ ਦਾ ਕਲਚਰ ਜਿਹੜਾ ਹੈ, ਉਹ ਇਮਤਿਹਾਨ ਪਾਸ ਕਰਨ ਦਾ ਮਤਲਬ ਸੀ ਕਾਪੀ ਕਲਚਰ ਨੂੰ ਜ਼ਿਆਦਾ ਤੋਂ ਜ਼ਿਆਦਾ ਅਡਾਪਟ ਕਰਨਾ। ਸੋ ਲਿਹਾਜ਼ਾ ਉਹ ਕਹਿੰਦਾ ਹੈ ਕਿ ਇਹ ਜਿਹੜੀ ਮੈਮੋਰਾਈਜ਼ੇਸ਼ਨ ਸੀ, ਰੋਟੋ ਮੈਮੋਰਾਈਜ਼ੇਸ਼ਨ ਸੀ, ਚੀਨੀਆਂ ਦੀ ਜਿਹੜੀ ਆਦਤ ਸੀ ਇਹ ਕਾਪੀ ਕਰਨ ਦੀ, ਇਹੋ ਹੀ ਜਿਹੜੀ ਉਹਨਾਂ ਦੀ ਤਾਕਤ ਹੈ ਸੀ ਜਾਂ ਕਮਜ਼ੋਰੀ ਜਾਂ ਜੋ ਵੀ ਕਹਿ ਲਓ, ਇਹੋ ਹੀ ਉਹਨਾਂ ਨੇ ਕੰਪਿਊਟਰ ਦੇ ਵਿੱਚ ਵੀ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਵੀ ਯੂਜ਼ ਕੀਤੀ। ਕਿ ਉਹਨਾਂ ਨੇ ਸ਼ੁਰੂ ਦੇ ਵਿੱਚ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਸਾਨੂੰ ਚੰਗਾ ਕਹਿਣਗੇ ਕਿ ਬੁਰਾ ਕਹਿਣਗੇ, ਕਿਉਂਕਿ ਉਹਨਾਂ ਨੂੰ ਤਾਂ ਪਹਿਲੇ ਹੀ ਪਤਾ ਸੀਗਾ ਕਿ ਅਸੀਂ ਕਨਫਿਊਸ਼ੀਅਸ ਨੂੰ ਰੱਟਾ ਲਾ ਕੇ ਨੌਕਰੀ ਲੈਂਦੇ ਹਾਂ, ਤੇ ਅਸੀਂ ਕਿਹੜੇ ਕਨਫਿਊਸ਼ੀਅਸ ਹੋ ਜਾਂਦੇ ਹਾਂ, ਅਸੀਂ ਤੇ ਰੱਟਾਬਾਜ਼ ਹੀ ਹੁੰਦੇ ਹਾਂ। ਤੇ ਇਹ ਹੁਣ ਇਸ ਕਾਪੀ ਕਰਨ ਦੇ ਨਾਲ ਜਿਹੜਾ ਮੁਨਾਫਾ ਵੀ ਬਣ ਰਿਹਾ ਸੀ, ਕਿਉਂ ਨਾ ਬਣਾਇਆ ਜਾਏ। ਉਹ ਕਹਿੰਦਾ ਇੱਕ ਤੇ ਇਹ ਜਿਹੜੀ ਚੀਨ ਦੀ ਲੌਂਗ ਕਈ ਹਜ਼ਾਰ ਸਾਲ ਦੀ ਟ੍ਰੈਡੀਸ਼ਨ ਸੀ ਸਰਵਿਸ ਦੇ ਵਿੱਚ ਐਗਜ਼ਾਮ ਦੇ ਕੇ ਦਾਖਲ ਹੋਣਾ, ਜਿਹੜਾ ਕਿ ਬਹੁਤ ਯੂਨੀਕ ਸੀ ਚੀਨ 'ਚ, ਬਾਕੀਆਂ ਮੁਲਕਾਂ 'ਚ ਤੇ ਨਹੀਂ ਸੀ। ਬਾਕੀਆਂ ਮੁਲਕਾਂ, ਹਿੰਦੁਸਤਾਨ ਵਗੈਰਾ 'ਚ ਬਾਦਸ਼ਾਹ ਆਪਣੀ ਮਰਜ਼ੀ ਨਾਲ ਜਿਹਨੂੰ ਲਾਉਂਦੇ ਸਨ ਲਾ ਦਿੰਦੇ ਸਨ, ਲੇਕਿਨ ਚੀਨ ਦੇ ਵਿੱਚ ਕੰਪੈਟੀਟਿਵ ਕੰਪੀਟੀਸ਼ਨ ਐਗਜ਼ਾਮ ਜਿਹੜਾ ਹੈ ਉਹ ਹਜ਼ਾਰਾਂ ਸਾਲਾਂ ਤੋਂ ਹੁੰਦਾ ਹੈ ਔਰ ਹੋ ਰਿਹਾ ਹੈ। ਔਰ ਉਹਦੇ ਵਿੱਚ ਬਹੁਤ ਮੁਸ਼ਕਿਲ ਐਗਜ਼ਾਮ ਹੁੰਦਾ ਸੀ, ਕਿਉਂਕਿ ਉਹਦੇ ਵਿੱਚ ਪੁਰਾਣੇ ਜਿਹੜੇ ਸਕ੍ਰਿਪਟਸ ਨੇ ਮੁਖਤਲਿਫ ਫਲਸਫਿਆਂ ਦੇ, ਮੁਖਤਲਿਫ ਲੋਕਾਂ ਦੇ, ਉਹ ਲਫ਼ਜ਼ ਬਲਫ਼ਜ਼ ਰੱਟ ਕੇ ਤੇ ਉਹ ਰੀਪਰੋਡਿਊਸ ਕਰਨੇ ਪੈਂਦੇ ਸਨ ਤੁਹਾਨੂੰ ਇਮਤਿਹਾਨ ਦੇ ਵਿੱਚ। ਸੋ ਕਹਿੰਦਾ ਇੱਕ ਗੱਲ ਤੇ ਹੈਗੀ ਸੀ ਇਹ। ਦੂਜੀ ਗੱਲ ਜਿਹੜੀ ਚੀਨ ਦੇ ਵਿੱਚ ਹੈ ਸੀ, ਉਹ ਸੀ ਸਕੇਰਸਿਟੀ। ਯਾਨੀ ਮਤਲਬ ਉਹ ਕਹਿੰਦਾ ਹੈ ਕਿ ਜਦੋਂ ਚੀਨ ਨੇ ਪਾਲਿਸੀ ਇਹ ਬਣਾਤੀ ਕਿ ਇੱਕ ਬੱਚਾ ਪੈਦਾ ਕਰ ਸਕਦੇ ਹੋ, ਤੇ ਹੁਣ ਅਕਸਰ ਹਾਲਾਤ ਦੇ ਵਿੱਚ ਮਾਂ ਪਿਓ ਦਾ, ਦਾਦੀ ਦਾਦੇ ਦਾ, ਨਾਨੀ ਨਾਨੇ ਦਾ ਬੇਸਿਕਲੀ ਇੱਕ ਜਾਂ ਦੋ ਹੀ ਇੰਡੀਵਿਜੂਅਲ ਨੇ ਪੈਦਾ ਹੋਏ ਜਿਨ੍ਹਾਂ ਨੇ ਉਹਨਾਂ ਨੂੰ ਸੰਭਾਲਣਾ।
ਲਿਹਾਜ਼ਾ ਇਹ ਜਿਹੜੇ ਬੱਚੇ ਪੈਦਾ ਹੋਏ ਜਿਨ੍ਹਾਂ ਨੇ ਪੂਰੇ ਟੱਬਰ ਨੂੰ ਪਾਲਣਾ ਸੀ, ਇਹ ਵੀ ਮਜਬੂਰ ਸਨ ਇਹ ਸੋਚਣ ਤੇ ਕਿ ਅਸੀਂ ਕੋਈ ਤਰੀਕਾ ਕੱਢੀਏ ਜਿਹਦੇ ਨਾਲ ਅਸੀਂ ਛੇਤੀ ਤੋਂ ਛੇਤੀ ਅਮੀਰ ਹੋ ਜਾਈਏ, ਕਿਉਂਕਿ 6 ਬੰਦਿਆਂ ਨੂੰ ਪਾਲਣਾ ਆਮ ਮਜ਼ਦੂਰੀ ਦੇ ਵਿੱਚ ਨਹੀਂ ਮੈਂ ਕਰ ਸਕਦਾ। ਮੈਨੂੰ ਕੁਝ ਐਸਾ ਕਰਨਾ ਪਵੇਗਾ ਕਿ ਮੈਂ ਇਹ 6 ਬੰਦੇ ਜਿਹੜੇ ਨੇ ਮੇਰੇ ਵੱਡੇ, ਇਹਨਾਂ ਨੂੰ ਮੈਂ ਪਾਲ ਸਕਾਂ। ਉਹ ਕਹਿੰਦਾ ਕਿ ਇਹਦਾ ਵੀ ਬਹੁਤ ਵੱਡਾ ਹੱਥ ਹੈ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਇੰਟਰਪ੍ਰੀਨਿਓਰਸ਼ਿਪ ਦਾ। ਅੱਛਾ, ਉਹ ਕਹਿੰਦਾ ਹੈ ਕਿ ਜਿਹੜੀ ਵੈਸਟ ਦੇ ਵਿੱਚ, ਅਮਰੀਕਾ ਦੇ ਵਿੱਚ, ਸਿਲੀਕਾਨ ਵੈਲੀ ਦੇ ਵਿੱਚ ਜਿਹੜੀ ਗੱਲ ਐਪਰੀਸ਼ੀਏਟ ਨਹੀਂ ਹੋਈ ਚੀਨ ਦੇ ਵਿੱਚ ਜੋ ਕੁਝ ਹੋਇਆ, ਉਹ ਇਹ ਨਹੀਂ ਐਪਰੀਸ਼ੀਏਟ ਹੋਈ ਕਿ ਇਹ ਜਿਹੜਾ ਸ਼ੇਰੂਆਂ ਧਨਪਾਲਾਂ ਦਾ ਕੰਪੀਟੀਸ਼ਨ ਸੀ, ਜਿਹੜਾ 10 20 30 ਸਾਲ ਤੱਕ ਹੋ ਰਿਹਾ, ਹੁੰਦਾ ਰਿਹਾ, ਉਹਦੇ ਵਿੱਚ ਉਹ ਬਚੇ ਨੇ ਜਿਹੜੇ ਕਿ ਵਾਕਈ ਸ਼ੇਰੂ ਸਨ, ਤੇ ਧਨਪਾਲਾਂ ਦਾ ਇੱਕ ਬਹੁਤ ਵੱਡਾ ਤਬਕਾ ਪੈਦਾ ਹੋ ਗਿਆ ਹੈ, ਕਾਮਯਾਬ ਤਬਕਾ ਪੈਦਾ ਹੋ ਗਿਆ ਹੈ ਚੀਨ ਦੇ ਵਿੱਚ, ਜਿਹੜਾ ਕਿ ਅਜੇ ਦੁਨੀਆ ਦੇ ਬਾਕੀ ਮੁਲਕਾਂ ਵਿੱਚ ਨਹੀਂ ਹੈਗਾ। ਲਿਹਾਜ਼ਾ ਇਹ ਜਿਹੜੇ ਧਨਪਾਲ ਸ਼ੇਰੂ ਨੇ, ਇਹ ਹਰ ਵੇਲੇ ਤਾੜ 'ਚ ਰਹਿੰਦੇ ਨੇ ਕਿ ਕਿਹੜੀ ਇੰਡਸਟਰੀ ਦੇ ਵਿੱਚ ਕੀ ਅਸੀਂ ਇਸਤੇਮਾਲ ਕਰੀਏ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਤੇ ਸਾਨੂੰ ਮੁਨਾਫਾ ਮਿਲ ਸਕਦਾ ਹੈ। ਇਸ ਲਈ ਉਹ 1 ਮਿੰਟ ਜ਼ਾਇਆ ਕੀਤੇ ਬਗੈਰ ਉਧਰ ਜੰਪ ਕਰ ਜਾਂਦੇ ਨੇ ਔਰ ਮਾਰਨ ਲਈ ਤਿਆਰ ਹੋ ਜਾਂਦੇ ਨੇ ਉਸ ਕੰਮ ਲਈ। ਇਹ ਕੰਡੀਸ਼ਨ ਬਾਕੀ ਮੁਲਕਾਂ 'ਚ ਔਰ ਖਾਸ ਤੌਰ ਤੇ ਅਮਰੀਕਾ ਵਿੱਚ ਨਹੀਂ ਹੈਗੀ। ਤੀਜੀ ਗੱਲ, ਉਹ ਕਹਿੰਦਾ ਕਿ ਜਿਹੜੀ ਇੱਕ ਬਹੁਤ ਜ਼ਰੂਰੀ ਔਰ ਲਾਜ਼ਮੀ ਕੰਡੀਸ਼ਨ ਹੈ, ਉਹ ਹੈਗੀ ਹੈ ਕਿ ਜਿਹੜੀ ਰਿਆਸਤ ਹੈ, ਜਿਹੜੀ ਸਟੇਟ ਹੈ, ਉਹਦੀ ਕੀ ਡਾਇਰੈਕਸ਼ਨ ਹੈਗੀ ਹੈ, ਉਹ ਕੀ ਚਾਹੁੰਦੀ ਹੈ ਕਿ ਤੁਸੀਂ ਕਰੋ। ਤੇ ਕਹਿੰਦਾ ਕਿ ਜਿਹੜੀ ਚੀਨ ਦੀ ਰਿਆਸਤ ਹੈ, ਉਹਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਸਭ ਤੋਂ ਅੱਗੇ ਨਿਕਲਣਾ ਹੈ। ਸੈਂਟਰਲ ਲੈਵਲ, ਫੈਡਰਲ ਲੈਵਲ ਤੇ ਵੀ ਔਰ ਪ੍ਰੋਵਿੰਸ਼ੀਅਲ ਜਾਂ ਸਟੇਟ ਲੈਵਲ ਤੇ ਵੀ ਉਹਨਾਂ ਨੇ ਇਹ ਤੈਅ ਕਰਕੇ, ਔਰ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਉਹਨਾਂ ਨੇ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਵੇਂ ਵਰਤੋਂ, ਨਵੇਂ ਇਸਤੇਮਾਲ, ਨਵੀਂ ਐਪਲੀਕੇਸ਼ਨ ਜਿਹੜੀਆਂ ਨੇ, ਉਹਨਾਂ ਨੂੰ ਫੈਡਰਲ ਔਰ ਸਟੇਟ ਦੇ ਲੈਵਲ ਦੇ ਉੱਤੇ ਸਬਸਿਡਾਈਜ਼ ਕੀਤਾ ਗਿਆ, ਉਹਨਾਂ ਨੂੰ ਪ੍ਰਮੋਟ ਕੀਤਾ ਗਿਆ। ਲਿਹਾਜ਼ਾ ਜਿਹੜੀ ਸ਼ਰਾਈ ਸਾਹਿਬ ਤੁਸੀਂ ਗੱਲ ਕਹਿ ਰਹੇ ਸੋ, ਉਹਦਾ ਜਵਾਬ ਇਹ ਹੈ ਕਿ ਜਿਹੜੀ ਸਟੇਟ ਹੈ ਉਹਦੀ ਪਾਲਿਸੀ ਵੀ ਮੈਟਰ ਕਰਦੀ ਹੈ ਕਿ ਉਹ ਨਵੀਂ ਡਾਇਰੈਕਸ਼ਨ ਦੇ ਵੱਲ ਕਿੰਨਾ ਜਾਣਾ ਚਾਹੁੰਦੀ ਹੈ ਤੇ ਕਿੰਨਾ ਨਹੀਂ ਜਾਣਾ ਚਾਹੁੰਦੀ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਪਾਕਿਸਤਾਨ ਦੀ ਮਿਸਾਲ ਲੈ ਲਓ। ਪਾਕਿਸਤਾਨ ਦੀ ਮਿਸਾਲ ਅਗਰ ਤੁਸੀਂ ਲਓ ਤੇ ਤੁਸੀਂ ਵੇਖੋ ਪਾਕਿਸਤਾਨ ਦੇ 4 ਫੇਸਬੁੱਕ ਵੀ ਬੰਦ ਕੀਤਾ ਹੁੰਦਾ ਹੈ। ਪਾਕਿਸਤਾਨ ਦੀ ਸਟੇਟ ਜਿਹੜੀ ਹੈ ਉਹ ਤੇ ਚਾਹੁੰਦੀ ਨਹੀਂ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਧੰਦੇ ਆਉਣ ਜਿਨ੍ਹਾਂ ਦੇ ਨਾਲ ਉਹ ਉਹਨਾਂ ਨੂੰ ਬਦਨਾਮ ਕਰ ਸਕਣ, ਤੇ ਉਹ ਕੁਝ ਹੋਣ ਹੀ ਨਹੀਂ ਦਿੰਦੇ ਪਾਕਿਸਤਾਨ ਇਸ ਵਾਸਤੇ। ਤੇ ਮਾੜੇ ਮੋਟੇ ਵਿਚਾਰੇ ਵੈਬਸਾਈਟਾਂ ਬਣਾਉਂਦੇ ਨੇ, ਥੋੜੇ ਬਹੁਤ ਮੁੰਡੇ ਜਿਹੜੇ ਨੇ ਉਹ ਇਸ ਪਾਸੇ ਲੱਗ ਗਏ ਨੇ, ਕੋਈ ਤਰਜਮਾ ਕਰ ਲੈਂਦਾ ਹੈ ਮਕੈਨਿਕਲੀ, ਕੋਈ ਆਪਣਾ ਵੈਬਸਾਈਟਾਂ ਬਣਾ ਦਿੰਦਾ ਹੈ, ਵੈਬਸਾਈਟਾਂ ਚਲਾ ਦਿੰਦੇ ਨੇ, ਮਾੜਾ ਮੋਟਾ ਇਸ ਤਰ੍ਹਾਂ ਦਾ ਕੰਮ ਹੈਗਾ। ਲੇਕਿਨ ਜਿਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪ੍ਰਮੋਸ਼ਨ ਹੋਣੀ ਹੈ ਜ਼ਿਹਨਾਂ ਦੇ ਵਿੱਚ, ਦਿਮਾਗਾਂ ਦੇ ਵਿੱਚ, ਉਹਨਾਂ ਦੇ ਵਿੱਚ ਸਟੇਟ ਜਿਹੜੀ ਹੈ ਉਹ ਬਹੁਤ ਵੱਡੀ ਰੁਕਾਵਟ ਹੈ ਪਾਕਿਸਤਾਨ ਦੇ ਦੀ ਮੈਂ ਮਿਸਾਲ ਦੇ ਰਿਹਾ। ਲੇਕਿਨ ਚੀਨ ਜਿਹੜਾ ਹੈ ਉਹਨੂੰ ਪ੍ਰਮੋਟ ਕਰਨ 'ਚ ਬਹੁਤ ਅੱਗੇ ਹੈ। ਜਿਹੜੀ ਅਮੀਰ ਹੋਣ ਦੀ ਉਹਨੇ, ਲੇਕਿਨ ਚੀਨ ਨੇ ਜਿਹੜੇ ਇੰਟਰਨੈਸ਼ਨਲ ਹੈਗੇ ਨੇ ਨਾ, ਮਤਲਬ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ, ਉਹ ਆਪਣੇ ਮੁਲਕ 'ਚ ਨਹੀਂ ਰੱਖੇ ਹੋਏ। ਯਾਨੀ ਜੀਮੇਲ ਵੀ ਉੱਥੇ ਨਹੀਂ ਚੱਲੇਗਾ, ਜਾਂ ਉੱਥੇ ਸਾਡਾ ਇਹ ਆਪਣਾ ਫੇਸਬੁੱਕ ਨਹੀਂ ਚੱਲੇਗੀ, WhatsApp ਨਹੀਂ ਚੱਲੇਗਾ। ਉਹਨਾਂ ਸਾਰਾ ਉਹਨਾਂ ਦੇ ਆਲਟਰਨੇਟ ਉਹਨਾਂ ਨੇ ਆਪਣੇ ਬਣਾਏ ਹੋਏ ਨੇ।
ਨਹੀਂ ਉਹ ਉੱਥੇ ਉਹਦੇ ਜ਼ਰੀਏ ਕਰ। ਤੁਸੀਂ ਸਹੀ ਫਰਮਾ ਰਹੇ ਹੋ। ਉਹ ਉਹਨਾਂ ਨੇ ਸ਼ੁਰੂ ਦੇ ਵਿੱਚ ਤੇ ਐਗਜ਼ੈਕਟ ਕਾਪੀਆਂ ਕੀਤੀ ਨਾ, ਫਿਰ ਉਹਨਾਂ ਨੇ ਹੌਲੀ ਹੌਲੀ ਉਹਨੂੰ ਜਿਹੜਾ ਹੈ ਮੋਲਡ ਕਰਨਾ ਸ਼ੁਰੂ ਕੀਤਾ ਚੀਨੀਆਂ ਦੇ ਕਲਚਰ ਦੇ ਹਿਸਾਬ ਨਾਲ। ਫਿਰ ਅਖੀਰ ਉਹਨਾਂ ਨੂੰ ਇਹ ਪਤਾ ਲੱਗਾ ਕਿ ਇਹ ਜਿਹੜਾ ਪੂਰਾ ਨੈਟਵਰਕ ਹੈ, ਇਹ ਜਿਹੜਾ ਪੂਰਾ ਇੰਟਰਨੈਟ ਦਾ ਨੈਟਵਰਕ ਹੈ, ਇਹਦੇ ਉੱਤੇ ਅਮਰੀਕਾ ਦਾ ਜਿਹੜਾ ਹੈ ਉਹ ਕਬਜ਼ਾ ਹੈ, ਕੰਟਰੋਲ ਹੈ, ਤੇ ਅਸੀਂ ਅਲਟਰਨੇਟਿਵ ਉਹਦਾ ਬਣਾਉਣਾ ਹੈ। ਸਭ ਅਲਟਰਨੇਟਿਵ ਉਹਨਾਂ ਨੇ ਐਗਜ਼ੈਕਟਲੀ ਉਹਦਾ ਅਲਟਰਨੇਟਿਵ ਬਣਾ ਲਿਆ। ਹੁਣ ਜਿਹੜੀਆਂ ਉਹ ਐਪਲੀਕੇਸ਼ਨਾਂ ਡਿਵੈਲਪ ਕਰਦੇ ਨੇ ਬਹੁਤ ਸਾਰੀਆਂ, ਉਹਨਾਂ ਵਿੱਚ ਕਾਪੀਇੰਗ ਹੁੰਦੀ ਵੀ ਹੈ, ਤੇ ਕਾਪੀਇੰਗ ਦੀ ਜਿਹੜੀ ਇੰਪਰੋਵਾਈਜ਼ੇਸ਼ਨ ਹੁੰਦੀ ਹੈ ਚੀਨੀ, ਉਹ ਬਹੁਤ ਫੰਡਾਮੈਂਟਲ ਹੁੰਦੀ ਹੈ। ਸੋ ਲਿਹਾਜ਼ਾ ਮਤਲਬ ਜਿਹੜਾ ਟੈਂਗ ਸਿਆਓਪਿੰਗ ਸੀ, ਮਤਲਬ ਇੱਥੋਂ ਦੇਖੋ ਨਾ ਕਲਚਰ ਕਿੱਥੋਂ ਬਦਲਿਆ। ਟੈਂਗ ਸਿਆਓਪਿੰਗ ਜਿਹੜਾ ਸੀ, ਉਹਨੇ 80s ਦੇ ਵਿੱਚ ਉਹਨੇ ਕਿਹਾ ਕਿ ਮੁਲਕ ਨੂੰ ਅੱਗੇ ਵਧਾਉਣ ਦਾ ਔਰ ਇਹਨੂੰ ਇੱਥੇ ਇੰਡਸਟਰੀਅਲਾਈਜ਼ ਕਰਨ ਦਾ ਇਹ ਹਾਲ ਹੈ। ਕੁਝ ਲੋਕਾਂ ਨੂੰ ਬਿਲੀਅਨਰ ਬਣ ਦਿਓ, ਕੁਝ ਲੋਕਾਂ ਨੂੰ ਅਰਬਪਤੀ ਬਣ ਦਿਓ, ਉਹਨਾਂ ਦੀ ਵੇਖਾ ਵੇਖੀ ਦੂਜੇ ਵੀ ਇਨਵੈਸਟ ਕਰਨਗੇ ਤੇ ਇਹ ਇੱਕ ਕਲਚਰ ਬਣ ਜਾਏਗਾ। ਤੇ ਉਹੀ ਹੋਇਆ ਜੋ ਉਹਨੇ ਕਿਹਾ ਸੀ ਕਿ ਕਿੰਨੇ ਬਿਲੀਅਨਰ ਬਣ ਗਏ, ਔਰ ਕਿਹੜੀ ਚੀਜ਼ ਦੇ ਵਿੱਚ ਉਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅਪਲਾਈ ਕੀਤਾ, ਔਰ ਕਿਹੜੀ ਚੀਜ਼ ਦੇ ਵਿੱਚ ਉਹ ਅਪਲਾਈ ਕਰਨ ਦੀ ਰਸਤੇ ਲੱਭ ਰਹੇ ਨੇ, ਇਹ ਹੁਣ ਜਿਹੜਾ ਹੈ ਤੁਹਾਡੇ ਸਾਹਮਣੇ ਹੈ। ਹਾਂਜੀ, ਤੁਸੀਂ ਆਪਣਾ ਕੀ ਕਹਿੰਦੇ ਨੇ ਆਬਦ ਜੀ, ਤੁਹਾਨੂੰ ਸਵਾਲ ਦਾ ਜਵਾਬ ਮਿਲਿਆ? ਹਾਂਜੀ, ਇੱਕ ਪਰਸਪੈਕਟਿਵ ਤੋਂ ਤਾਂ ਮੈਨੂੰ ਮਿਲ ਗਿਆ, ਪਰ ਮੈਂ ਐਡ ਕਰਨਾ ਚਾਹ ਰਿਹਾ ਸੀ ਕਿ ਵੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇ ਸ਼ਰਾਜ਼ੀ ਸਾਹਿਬ ਨੇ ਵੀ ਗੱਲ ਕੀਤੀ ਹੈ, ਇਹ ਜਿਹੜੀ ਕਸ਼ਮਕਸ਼ ਹੈ ਚੀਨ ਤੇ ਅਮਰੀਕਾ ਦੇ ਸਾਹਮਣੇ, ਇਹਨਾਂ ਦੀ ਵਜੂਹਾਂ ਜਿਹੜੀ ਵੀ ਹੋਣ, ਪਰ ਇਹ ਜਿਹੜੀ ਜੰਗ ਹੈ ਨਾ, ਇਹ ਕਿਸੇ ਨੇ ਜਿੱਤੀ ਨਹੀਂ ਹੈ ਫਿਲਹਾਲ, ਕਿਉਂਕਿ ਉਹਦੇ 'ਚ ਚੀਨ ਦਾ ਸਿਸਟਮ ਹੈ ਕਿ ਜਿੰਨੇ ਵੀ ਆਲਟਰਨੇਟਿਵ ਉਹਨਾਂ ਦੀ ਸੋਸ਼ਲ ਮੀਡੀਆ ਹੈ, ਉਹਦੇ 'ਚ ਹਕੂਮਤ ਦਾ ਕੰਟਰੋਲ ਬੜਾ ਡਾਇਰੈਕਟ ਹੈ, ਤੇ ਉਹ ਬਿਲਕੁਲ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਪ੍ਰਾਈਵੇਟ ਐਂਟਰਪ੍ਰਾਈਜ਼ ਅਮਰੀਕਾ 'ਚ ਜਿਹੜੀ ਹੈ, ਉਹਨਾਂ ਦੀ ਕੋਲੈਬੋਰੇਸ਼ਨ ਜ਼ਰੂਰ ਹੈ ਇੰਟੈਲੀਜੈਂਸ ਏਜੰਸੀਜ਼ ਨਾਲ, ਪਰ ਕੰਟਰੋਲ ਨਹੀਂ ਹੈ ਉਸ ਕਿਸਮ ਦਾ ਜਿਹੜਾ ਚਾਈਨੀਜ਼ ਕੰਟਰੋਲ ਕਰਦਾ ਹੈ। ਅਸੀਂ ਫਿਲਹਾਲ ਆਪਣਾ ਆਬਦ ਜੀ, ਅਸੀਂ ਫਿਲਹਾਲ ਉਹ ਗੱਲ ਕਰ ਹੀ ਨਹੀਂ ਰਹੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ। ਅਸੀਂ ਤੇ ਇਹ ਗੱਲ ਕਰ ਰਹੇ ਹਾਂ ਕਿ ਜਿਹੜੇ ਪ੍ਰੋਸੈਸਸ ਨੇ ਉਹ ਕਿਵੇਂ ਇਵਾਲਵ ਹੋ ਰਹੇ ਨੇ, ਸੂਫੀਸ਼ੀਐਂਟ ਕੰਡੀਸ਼ਨਸ ਕਿਵੇਂ ਮੀਟ ਕੀਤੀਆਂ ਜਾ ਰਹੀਆਂ ਨੇ, ਤੇ ਬਾਕੀ ਇਹ ਕਿ ਅਮਰੀਕਾ ਤੇ ਚੀਨ ਦੇ ਵਿੱਚ ਮੁਕਾਬਲੇ ਵਿੱਚ ਕੀ ਹੋਏਗਾ, ਉਹਦੇ ਤੇ ਅਸੀਂ ਫਿਰ ਉਹਦੇ ਤੇ ਵੀ ਗੱਲ ਕਰਾਂਗੇ ਬਾਅਦ ਦੇ ਵਿੱਚ, ਇਸ ਲੈਕਚਰ 'ਚ ਨਹੀਂ, ਅਗਲੇ ਵਿੱਚ ਕਰਾਂਗੇ। ਔਰ ਮੈਂ ਤੁਹਾਡੀ ਇਸ ਗੱਲ ਦਾ ਵੀ ਜਵਾਬ ਦਿਆਂਗਾ, ਔਰ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਅਮਰੀਕਾ ਬਹੁਤ ਪਿੱਛੇ ਰਹਿ ਚੁੱਕਿਆ ਹੈ ਇਸ ਵੇਲੇ। ਲੇਕਿਨ ਉਹ ਆਪਣੀ ਸਟੇਟ ਲੈਵਲ ਤੇ ਆਰਗੇਨਾਈਜ਼ ਕਰ ਰਹੇ ਨੇ ਹਰ ਚੀਜ਼ ਨੂੰ, ਸਟੇਟ ਲੈਵਲ ਤੇ। ਅੱਛਾ, ਹੁਣ ਤੁਸੀਂ ਮੈਨੂੰ ਇਹ ਦੱਸੋ, ਮੈਨੂੰ ਗੱਲ ਇਹ ਹੈਗੀ ਹੈ ਕਿ ਹਿੰਦੁਸਤਾਨ 'ਚ ਵੀ ਜਮਹੂਰੀਅਤ ਹੈਗੀ ਹੈ, ਜਮਹੂਰੀਅਤ ਤੇ ਬੜੇ ਮੁਲਕਾਂ ਦੇ ਵਿੱਚ ਹੈਗੀ ਹੈ, ਤੇ ਕੀ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਾਇੰਟਸ ਬਣ ਗਏ ਨੇ ਜਮਹੂਰੀਅਤ ਦੀ ਵਜ੍ਹਾ ਤੋਂ? ਚੀਨ ਜਿਹੜਾ ਹੈ, ਉਹ ਤੁਸੀਂ ਕਹਿ ਸਕਦੇ ਹੋ ਇਹ ਗੱਲ ਕਿ ਚੀਨ ਜਿਹੜਾ ਹੈ ਉਹ ਪੋਲੀਟੀਕਲ ਐਕਸਪ੍ਰੈਸ਼ਨ ਜਿਹੜਾ ਹੈ ਉਹਨੂੰ ਮਹਦੂਦ ਕਰਦਾ ਹੈ, ਉਹਦੇ ਤੇ ਲਿਮਿਟ ਲਾਉਂਦਾ ਹੈ ਪੋਲੀਟੀਕਲ ਐਕਸਪ੍ਰੈਸ਼ਨ ਦੇ ਉੱਤੇ। ਦੂਸਰਾ ਲੇਕਿਨ ਪੋਲੀਟੀਕਲ ਐਕਸਪ੍ਰੈਸ਼ਨ ਜਿਹੜਾ ਪ੍ਰੋਡਕਸ਼ਨ ਪ੍ਰੋਸੈਸਸ ਨੇ, ਉਹਨਾਂ ਨੂੰ ਕਿੰਨਾ ਇਫੈਕਟ ਕਰ ਰਿਹਾ ਹੈ, ਉਹ ਤੇ ਨਜ਼ਰ ਆ ਰਿਹਾ ਕਿ ਜ਼ਿਆਦਾ ਇਫੈਕਟ ਨਹੀਂ ਕਰ ਰਿਹਾ। ਤੁਸੀਂ ਕਰੋਨਾ ਦੀ ਮਿਸਾਲ ਲੈ ਲਓ, ਕਰੋਨਾ ਦੀ ਮਿਸਾਲ ਦੇਖੋ। ਕਰੋਨਾ ਇੱਕ ਅਨਸੀਨ ਇਨਵਿਜ਼ੀਬਲ ਜਿਹੜੀ ਸੀ ਉਹ ਬਿਮਾਰੀ ਆਈ, ਔਰ ਚੀਨ ਤੋਂ ਸ਼ਾਇਦ ਸ਼ੁਰੂ ਹੋਈ, ਔਰ ਫਿਰ ਉਹ ਸਾਰੀ ਦੁਨੀਆ ਵਿੱਚ ਪਹੁੰਚੀ।
ਤੁਸੀਂ ਮੈਨੂੰ ਇਹ ਦੱਸੋ ਕਿ ਇਹਦੇ ਵਿੱਚ ਇਹਦਾ ਉਪਾਅ ਕਰਨ 'ਚ, ਇਹਦਾ ਇਲਾਜ ਕਰਨ ਦੇ ਵਿੱਚ ਅਮਰੀਕਾ ਜ਼ਿਆਦਾ ਕਾਮਯਾਬ ਹੋਇਆ ਕਿ ਚੀਨ? ਡੈਫੀਨਿਟਲੀ ਚੀਨ। ਅਮਰੀਕਾ ਕਿਉਂ ਨਹੀਂ ਹੋਇਆ? ਇੱਥੇ ਤਾਂ ਕੰਟਰੋਲਸ ਨੇ ਸੀ। ਇੱਥੇ ਤਾਂ ਜਮਹੂਰੀਅਤ ਵੀ ਹੈ, ਇੱਥੇ ਤਾਂ ਰੋਜ਼ ਰੌਲਾ ਵੀ ਪੈਂਦਾ ਟੀਵੀ ਦੇ ਉੱਤੇ, ਇੰਨੇ ਬੰਦੇ ਮਰ ਗਏ ਨੇ, 6 ਲੱਖ ਬੰਦਾ ਮਰ ਗਿਆ ਹੈ, ਇੰਨੇ ਇਸ ਘੰਟੇ ਤੱਕ ਇੰਨੇ ਬੰਦੇ ਮਰ ਚੁੱਕੇ ਨੇ, ਤੇ ਇੰਨੀ ਪੋਲੀਟੀਕਲ ਆਜ਼ਾਦੀ ਦੇ ਬਾਵਜੂਦ ਇਹ ਰੋਕ ਕਿਉਂ ਨਹੀਂ ਸਕੇ? ਪੋਲੀਟੀਕਲ ਆਜ਼ਾਦੀ ਤਾਂ ਰੁਕਾਵਟ ਬਣ ਗਈ ਨਾ ਜੀ। ਮੈਂ ਹੁਣ ਗੱਲ ਇੱਕ ਸਿਆਸਤਦਾਨ ਦੀ ਦੂਸਰੀ ਸਿਆਸਤਦਾਨ ਦੇ ਖਿਲਾਫ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਦੋ ਸਿਸਟਮਸ ਨੇ, ਜਿਸ ਤਰ੍ਹਾਂ ਦੀ ਵੀ ਉਹ ਸਿਸਟਮ ਹੈ ਨੇ, ਉਹ ਇੱਕ ਹੀ ਬਿਮਾਰੀ ਹੈ, ਉਹਦੇ ਉੱਤੇ ਕੰਪੀਟ ਕਰ ਰਹੇ ਨੇ ਕਿ ਉਹਨਾਂ ਨੇ ਕਿਵੇਂ ਕੰਟਰੋਲ ਕਰਨਾ ਹੈ। ਇੱਕ ਸੁਸਾਇਟੀ ਜਿਹੜੀ ਹੈ ਉਹ ਕੰਪਲੀਟਲੀ ਜਲਦੀ ਕੰਟਰੋਲ ਕਰ ਲੈਂਦੀ ਹੈ ਉਹਨੂੰ, ਉਹ ਵੈਕਸੀਨ ਵੀ ਬਣਾ ਲੈਂਦੀ ਹੈ, ਉਹ ਵੈਕਸੀਨ ਸਾਰੀ ਦੁਨੀਆ ਨੂੰ ਵੰਡ ਵੀ ਦਿੰਦੀ ਹੈ। ਦੂਜੀ ਸੁਸਾਇਟੀ ਹੈ ਜਿਹਦੇ ਵਿੱਚ 6 ਲੱਖ ਬੰਦਾ ਮਰਨ ਤੋਂ ਬਾਅਦ ਹੋਸ਼ ਆਉਂਦੀ ਹੈ ਕਿ ਇਹਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ। ਇਹ ਠੀਕ ਹੈ ਕਿ ਅਮਰੀਕਾ ਦੇ ਵਿੱਚ ਪੋਟੈਂਸ਼ੀਅਲ ਹੈਗਾ ਹੈ ਕਿ ਉਹ ਕੈਚ ਅਪ ਕਰ ਜਾਏਗਾ ਕੰਟਰੋਲ ਕਰਨ ਦੇ ਵਿੱਚ ਚੀਨ ਦੇ ਨਾਲ, ਲੇਕਿਨ ਜਿਹੜੇ ਪਿਛਲੇ 1 ਸਾਲ 1.5 ਸਾਲ ਦੇ ਵਿੱਚ ਜੋ ਸਮਾਂ ਰਿਹਾ ਹੈ ਇਹਨਾਂ ਦੋ ਵੱਡੀਆਂ ਤਾਕਤਾਂ ਦਾ, ਉਹਦੇ ਵਿੱਚ ਤੇ ਅਮਰੀਕਾ ਬਹੁਤ ਪਿੱਛੇ ਰਹਿ ਗਿਆ ਸੀ। ਤੇ ਇਹ ਫਰਜ਼ ਕਰ ਲੈਣਾ ਜਿਹੜਾ ਸਾਡੇ ਬਹੁਤ ਸਾਰੇ ਸਾਡੇ ਲੋਕਾਂ ਦੇ ਜ਼ਿਹਨਾਂ ਵਿੱਚ ਬੈਠੀ ਹੈ ਗੱਲ, ਔਰ ਖਾਸ ਤੌਰ ਤੇ ਜਿਹੜੇ ਅਮਰੀਕਨਾਈਜ਼ਡ ਮਾਈਂਡਸੈਟ ਜਿਨ੍ਹਾਂ ਦਾ ਹੋ ਚੁੱਕਿਆ ਹੈ ਕਿ ਬਹਰਹਾਲ ਇਹ ਐਸਾ ਨਹੀਂ ਹੋਣਾ, ਅਮਰੀਕਾ ਨਹੀਂ ਅਖੀਰ ਉੱਤੇ ਆਉਣਾ ਹੈ। ਇਹ ਇਵੇਂ ਹੀ ਹੈ ਜਿਵੇਂ ਰੋਮਨ ਜਦੋਂ ਉੱਤੇ ਸਨ ਤੇ ਲੋਕੀ ਸਮਝਦੇ ਰੋਮਨਾਂ ਤੋਂ ਇਲਾਵਾ ਆ ਹੀ ਕੋਈ ਨਹੀਂ ਸਕਦਾ, ਜਦੋਂ ਗਰੀਕ ਸਨ ਤੇ ਗਰੀਕ ਹੀ ਰਹਿ ਸਕਦੇ ਨੇ, ਤੇ ਜਦੋਂ ਆਪਣਾ ਵਗੈਰਾ ਵਗੈਰਾ ਤੁਸੀਂ ਤਾਰੀਖ ਨੂੰ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਹੈ। ਤੇ ਸਵਾਲ ਇਹ ਹੈਗਾ ਕਿ ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਦੇ ਨਾਲ ਜਿਹੜੀ ਤਬਦੀਲੀ ਆਉਣੀ ਹੈ, ਉਹਦੀ ਜਨਰਲ ਨਕਸ਼, ਉਹਦੀ ਡਿਟੇਲ ਤੇ ਅਸੀਂ ਵਰਕਆਊਟ ਨਹੀਂ ਕਰ ਸਕਦੇ, ਮੁਮਕਿਨ ਨਹੀਂ ਹੈਗਾ, ਲੇਕਿਨ ਸਾਨੂੰ ਜਨਰਲ ਜਿਹੜੇ ਉਹਦੇ ਕਰੈਕਟਰਿਸਟਿਕਸ ਨੇ, ਜਿਹੜੇ ਉਹਦੇ ਰਾਹ ਨੇ, ਉਹ ਸਾਨੂੰ ਪਤਾ ਲੱਗ ਰਹੇ ਨੇ ਕਿ ਕੀ ਹੋ ਰਿਹਾ। ਆਵਦ ਜੀ, ਤੁਹਾਨੂੰ ਮੈਂ ਕਿਹਾ ਸੀਗਾ ਕਿ ਤੁਸੀਂ ਉਹਦੇ ਉੱਤੇ ਟਰਾਂਸਪੋਰਟੇਸ਼ਨ ਤੇ ਦੱਸਣਾ ਕਿ ਕੀ ਤਬਦੀਲੀਆਂ ਆਉਣਗੀਆਂ, ਤੁਸੀਂ ਕੀਤਾ ਕੁਝ? ਹਾਂਜੀ, ਮੈਂ ਉਹਦੇ ਚ ਪੜਿਆ ਸੀ, ਮੇਰੀ ਕੋਈ ਤਬੀਅਤ ਨਹੀਂ ਸਹੀ ਸੀ 2-1 ਦਿਨ ਲਈ, ਤੇ ਮੈਂ ਉਹ ਬਾਕੀ ਸਾਰਾ ਉਹ ਖਤਮ ਨਹੀਂ ਕੀਤਾ। ਅਗਲੇ ਲੈਕਚਰ ਵਿੱਚ ਤੇ ਮੈਂ ਤੁਹਾਨੂੰ ਹੋਰ ਡਿਟੇਲ ਭੇਜ ਦਿਆਂਗਾ ਉਸ ਤੇ। ਮੈਂ ਪੜਿਆ ਸੀ ਟਰਾਂਸਪੋਰਟੇਸ਼ਨ ਤੇ ਟਰਾਂਸਪੋਰਟੇਸ਼ਨ ਦੀ ਜਿਹੜੀ ਚੇਂਜਸ ਆ ਰਹੀਆਂ ਨਾ, ਉਹ ਜੋ ਸਭ ਤੋਂ ਜੋ ਟਰਾਂਸਫੋਰਮੇਸ਼ਨਲ ਚੇਂਜਸ ਆ ਰਹੀਆਂ, ਉਹਦੇ ਵਿੱਚ ਜਿਹੜੀ ਆਟੋਮੇਸ਼ਨ ਤੇ ਇੰਟੈਲੀਜੈਂਸ ਜਿਹੜੀ ਹੈ, ਜਿਹਦੇ ਵਿੱਚ ਇਨਸਾਨ ਡਰਾਈਵ ਨਹੀਂ ਕਰੇਗਾ ਚੀਜ਼ਾਂ ਨੂੰ, ਤੇ ਇੱਕ ਤੇ ਉਹਦੇ ਚੋਇਸ ਵੀ ਜ਼ਿਆਦਾ ਹੋਣੀ ਹੈ ਕਿ ਇਨਸਾਨ ਆਪੇ ਹੀ ਡਿਸਾਈਡ ਕਰੇਗਾ ਕਿੱਥੋਂ ਮੈਂ ਕਿੱਥੇ ਜਾਣਾ ਹੈ। ਤੇ ਜਿਹੜਾ ਇਨਫਰਾਸਟ੍ਰਕਚਰ ਵਿੱਚ ਜਿਸ ਤਰ੍ਹਾਂ ਅੱਜ ਕੱਲ ਪਬਲਿਕ ਟਰਾਂਸਪੋਰਟ ਹੈ, ਇਹ ਬਿਲਕੁਲ ਬਦਲ ਜਾਣਾ ਹੈ, ਇਹਦਾ ਕੋਈ ਰੋਲ ਹੀ ਨਹੀਂ ਹੋਣਾ, ਉਹ ਬੜੀ ਇੰਡੀਵਿਜੂਅਲਾਈਜ਼ ਸਰਵਿਸ ਹੋਣੀ ਹੈ। ਇੱਕ ਤੇ ਹੈ ਕਿਉਂਕਿ ਉਹ ਆਟੋਮੇਟਿਡ ਹੋਏਗੀ ਤੇ ਬਹੁਤ ਸਾਰੀ ਉਹ ਸਰਵਿਸ ਜਿਹੜੀ ਹੈ ਉਹ ਰੋਡ ਟਰਾਂਸਪੋਰਟ ਤੇ ਨਹੀਂ ਹੋਣੀ, ਉਹ 에ਅਰ ਵਿੱਚ ਵੀ ਬਹੁਤ ਚੇਂਜਸ ਆ ਰਹੇ ਨੇ, ਖਾ ਉਹ ਡਿਲੀਵਰੀ ਦੀ ਹੋਏ, ਖਾ ਉਹ ਟਰਾਂਸਪੋਰਟੇਸ਼ਨ ਦੀ ਹੋਏ, ਉਹ ਇੰਡੀਵਿਜੂਅਲਾਈਜ਼ ਵੀ ਹੋ ਸਕੇਗੀ ਤੇ ਡਾਈਵਰਸ ਵੀ ਹੋ ਸਕੇਗੀ। ਇਹ ਉਹਦੇ ਚ ਬਹੁਤ ਵੱਡੀ ਚੇਂਜ ਆ ਰਹੀ ਹੈ ਜਿਹਨੂੰ ਅਸੀਂ ਕਨਸੈਪਚੁਅਲਾਈਜ਼ ਨਹੀਂ ਕਰ ਸਕਦੇ। ਤੇ ਇੱਕ ਤੇ ਉਹਦੇ ਚ ਮੈਂ ਤੁਹਾਨੂੰ ਐਗਜ਼ਾਮਪਲਸ ਵੀ ਭੇਜਾਂਗਾ ਤੇ ਗੱਲ ਵੀ ਕਰਾਂਗਾ ਉਹਦੇ ਚ। ਅੱਛਾ, ਕਾਸਟ ਤੇ ਬਹੁਤ ਫਰਕ ਆਏਗਾ, ਬਹੁਤ ਕਾਸਟ ਆਏਗਾ, ਤਾਂ ਕਿ ਕੋਈ ਉਹ ਜਿਹੜੀ ਇਕਨੋਮਿਕ ਕੰਸਟ੍ਰੇਂਟਸ ਹੈ ਨਾ, ਉਹ ਵੀ ਸਾਰੀ ਚਲੀ ਜਾਣੀ ਜਿਹੜੀ ਆ ਰਹੀ ਹੈ, ਤੇ ਸਸਟੇਨੇਬਿਲਿਟੀ ਤੇ ਵੀ ਬਹੁਤ ਫਰਕ ਆਏਗਾ। ਤੇ ਇਹ 3 ਏਰੀਆਜ਼ ਜਿਹੜੀ ਨੇ, ਉਹਦੀ ਕਾਸਟ ਤੇ ਡਾਈਵਰਸਿਫਿਕੇਸ਼ਨ, ਸਪੀਡ ਤੇ ਜਿਹੜੀ ਮੈਂ ਤੀਸਰੀ ਚੀਜ਼ ਦੱਸੀ ਸੀ ਤੁਹਾਨੂੰ, ਇੰਡੀਵਿਜੂਅਲਾਈਜੇਸ਼ਨ, ਉਹ 3 ਬਹੁਤ ਬੜੀ ਚੇਂਜਸ ਆ ਰਹੀ ਹੈ ਟਰਾਂਸਪੋਰਟੇਸ਼ਨ।
ਅੱਛਾ ਹਾਂ, ਉਹ ਆਪਣਾ ਇਹ ਆਬੂ ਦੌਰਾਨ ਜਿਹੜਾ ਨਾ ਇਹਨਾਂ ਦੇ ਜ਼ਿੰਮੇ ਹੈ ਕਿ ਇਹ ਸਾਡੀ ਇਸ ਕਲਾਸ ਦੇ ਵਿੱਚ ਹਰ ਕਲਾਸ ਦੇ ਵਿੱਚ ਕਿਸੇ ਇੱਕ ਇੰਡਸਟਰੀ ਦੇ ਵਿੱਚ ਜਿਹੜੀਆਂ ਹੋਣ ਵਾਲੀਆਂ ਤਬਦੀਲੀਆਂ ਨੇ ਉਹਨਾਂ ਉੱਤੇ ਜਿਹੜੀ ਹੈ ਉਹਦੀ ਡਿਟੇਲ ਦੱਸਣ ਕਰਨ ਸਾਨੂੰ ਕਿ ਅੱਜ ਇਹਨਾਂ ਨੇ ਟਰਾਂਸਪੋਰਟੇਸ਼ਨ ਦੀ ਦੱਸੀ ਹੈ, ਇਹਦੇ ਉੱਤੇ ਕੁਝ ਹੋਰ ਵੀ ਦੱਸਣਗੇ ਅਗਲੀ ਵਾਰੀ, ਫਿਰ ਇਹ ਕਿਸੇ ਹੋਰ ਇੰਡਸਟਰੀ ਨੂੰ ਲੈਣਗੇ ਉਹਦੇ ਉੱਤੇ ਸਾਨੂੰ ਦੱਸਣਗੇ। ਤੇ ਇਹ ਬਹੁਤ ਵੱਡਾ ਕੰਮ ਹੈ ਜਿਹੜਾ ਇਹ ਕਰ ਰਹੇ ਨੇ। ਔਰ ਮਰੀਮ ਔਰ ਬਾਕੀ ਲੋਕਾਂ ਨੂੰ ਚਾਹੀਦਾ ਕਿ ਇਹਦਾ ਨੋਟਸ ਜਿਹੜੇ ਨੇ ਇਹਨਾਂ ਦੇ ਉਹ ਰੱਖਦੇ ਜਾਣ ਤਾਂ ਕਿ ਅਸੀਂ ਜਦੋਂ ਹੁਣ ਡਾਕੂਮੈਂਟ ਨੂੰ ਮੁਕੰਮਲ ਕਰੀਏ ਤੇ ਉਹਦੇ ਵਿੱਚ ਇਹ ਸਾਰਾ ਕੁਝ ਮੌਜੂਦ ਹੋਵੇ। ਮੈਨੂੰ ਯਾਦ ਹੈ ਕਿ ਇੱਕ ਮੀਆਂ ਬੀਬੀ ਹੁੰਦੇ ਸਨ, ਉਹਦਾ ਨਾਂ ਲਾਸਟ ਨਾਂ ਹਾਈਡੀ ਸੀ, ਫਿਊਚਰਿਸਟ ਸਨ। ਤੇ ਰੇਗਨ ਦੇ ਜ਼ਮਾਨੇ ਦੇ ਵਿੱਚ ਉਹ ਫਿਊਚਰ ਕਿਵੇਂ ਦਾ ਹੋਏਗਾ ਇਹਦੇ ਉੱਤੇ ਉਹਨਾਂ ਦੀਆਂ ਕਿਤਾਬਾਂ ਬੜੀਆਂ ਛਪਦੀਆਂ ਤੇ ਪੜ੍ਹੀਆਂ ਜਾਂਦੀਆਂ ਸਨ। ਤੇ ਮੈਂ ਵੀ ਉਹਨਾਂ ਦੀਆਂ ਕਿਤਾਬਾਂ ਲੈ ਕੇ ਪੜ੍ਹਦਾ ਸਾਂ ਕਿ ਫਿਊਚਰ ਜਿਹੜਾ ਹੈ ਉਹ ਕਿਵੇਂ ਹੁੰਦਾ ਹੈ, ਕਿਵੇਂ ਹੋਣਾ ਹੈ। ਜਿਹੜੀ ਇੱਕ ਮਿਸਾਲ ਉਹਦੇ ਚੋਂ ਮੈਨੂੰ ਯਾਦ ਰਹਿ ਗਈ, ਜਿਹੜੀ ਆਬਦ ਸਾਹਿਬ ਇੰਡੀਵਿਜੂਅਲਾਈਜੇਸ਼ਨ ਦੀ ਗੱਲ ਕਰ ਰਹੇ ਨੇ, ਡਾਇਵਰਸਿਫਿਕੇਸ਼ਨ ਦੀ ਗੱਲ ਕਰ ਰਹੇ ਨੇ, ਉਹਨਾਂ ਨੇ ਇੱਕ ਮਿਸਾਲ ਦਿੱਤੀ ਸੀ ਉਹਦੇ ਵਿੱਚ। ਉਹਦੀ ਮਿਸਾਲ ਉਹਨਾਂ ਨੇ ਦਿੱਤੀ ਇਹ ਸੀ ਕਿ ਹੁਣ ਜਿਹੜੇ ਕੱਪੜੇ ਜਿਹੜੀ ਆਪਣਾ ਮੈਸ ਪ੍ਰੋਡਕਸ਼ਨ ਹੈ ਉਹਦੇ ਵਿੱਚ ਜਿਹੜੇ ਕੱਪੜੇ ਸੀ ਕੇ ਤਿਆਰ ਹੁੰਦੇ ਨੇ ਤੇ ਉਹਨਾਂ ਦੇ ਵਿੱਚ 2-3 ਸਾਈਜ਼ ਹੁੰਦੇ ਨੇ, ਇੱਕ ਤੇ ਮੀਡੀਅਮ ਹੁੰਦਾ ਹੈ, ਇੱਕ ਸਮਾਲ ਹੁੰਦਾ ਹੈ, ਇੱਕ ਲਾਰਜ ਹੁੰਦਾ ਹੈ, ਇੱਕ ਐਕਸਟਰਾ ਲਾਰਜ ਹੁੰਦਾ ਹੈ, ਜਾਂ ਤੁਸੀਂ ਐਕਸਟਰਾ ਲਾਰਜ ਵੀ ਲੈ ਲਓ। ਸੋ ਮਤਲਬ 5-6 ਦਰਜੇ ਜਿਹੜੇ ਨੇ ਉਹ ਹੁੰਦੇ ਨੇ ਤੇ ਤੁਸੀਂ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਤੁਸੀਂ ਚੂਜ਼ ਕਰਨਾ ਹੁੰਦਾ ਹੈ। ਠੀਕ। ਅੱਛਾ, ਉਹਨਾਂ ਦਾ ਇਹ ਕਹਿਣਾ ਸੀ ਕਿ ਫਿਊਚਰ ਦੇ ਵਿੱਚ ਇਹ ਹੋ ਸਕਦਾ ਹੈ ਕਿ ਤੁਸੀਂ ਕੰਪਿਊਟਰ ਦੇ ਜ਼ਰੀਏ, ਇੰਟਰਨੈਟ ਦੇ ਜ਼ਰੀਏ ਤੁਸੀਂ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਉਹ ਫੀਡ ਕਰੋ ਪ੍ਰੋਡਿਊਸਰ ਨੂੰ, ਔਰ ਪ੍ਰੋਡਿਊਸਰ 1 ਮਿੰਟ ਦੇ ਵਿੱਚ ਤੁਹਾਡੀ ਸਾਈਜ਼ ਦਾ ਤੁਹਾਡੇ ਮੁਤਾਬਕ ਕਪੜਾ ਸੀ ਕਿ ਇੰਡੀਵਿਜੂਅਲ ਕਪੜਾ ਤੁਹਾਨੂੰ ਦੇ ਦੇਵੇ, ਜਿਹੜਾ ਬਿਲਕੁਲ ਤੁਹਾਡੇ ਲਈ ਬਣਿਆ ਹੋਵੇਗਾ, ਜਿਵੇਂ ਪੁਰਾਣੇ ਦਰਜੀ ਬਣਾਉਂਦੇ ਸਨ, ਮਾਪ ਲੈ ਕੇ। ਤੇ ਉਹ ਮਾਪ ਲੈ ਕੇ ਖੁਦ ਹੀ ਤੁਹਾਡੀ ਉਹ ਉਸ ਤਰ੍ਹਾਂ ਬਣਾ ਦੇਗਾ, ਤੁਹਾਨੂੰ ਮਾਸ ਪ੍ਰੋਡਕਸ਼ਨ ਦੀ ਲੋੜ ਨਹੀਂ। ਇਹ ਗੱਲ ਇਹ ਕਹਿ ਰਹੇ ਨੇ ਕਿ ਟਰਾਂਸਪੋਰਟੇਸ਼ਨ ਦੇ ਵਿੱਚ ਵੀ ਇੰਜ ਹੀ ਹੋਣਾ ਹੈ ਕਿ ਇੰਡੀਵਿਜੂਅਲਾਈਜੇਸ਼ਨ ਜਿਹੜੀ ਹੈ, ਡਾਇਵਰਸਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਜਾਣੀ ਹੈ। ਹਾਂਜੀ, ਕੋਈ ਹੋਰ ਸਵਾਲ? ਮੇਰਾ ਖਿਆਲ ਹੈ ਬਹੁਤ ਬੋਲ ਲਿਆ ਤੇ ਹੁਣ ਕੋਈ ਸਵਾਲ ਕਰੋ ਤਾਂ ਕਿ ਗੱਲ ਅੱਗੇ ਵਧੇ। ਸਪੈਕੂਲੇਟ ਹੀ ਕਰੋ, ਹੋਰ ਕੁਝ ਨਹੀਂ। ਤੇ ਸਰ ਜੀ, ਸਪੈਕੂਲੇਸ਼ਨ ਤੇ ਗੱਲ ਕਰਦੇ, ਤੁਸੀਂ ਜਿਹੜੀ ਗੱਲ ਕਰ ਰਹੇ ਸੋ ਕਿ ਉਹ ਜੇ ਤੁਸੀਂ ਕਹਿ ਰਹੇ ਹੋ ਕਿ ਇੱਕ ਸਕੂਲ ਆਫ ਥਾਟ ਹੈ ਜਿਹੜਾ ਕਹਿੰਦਾ ਹੈ ਕਿਉਂਕਿ ਅਮਰੀਕਾ ਸੁਪਰ ਪਾਵਰ ਹੈ ਇਸ ਲਈ ਹਮੇਸ਼ਾ ਰਹੇਗੀ ਸੁਪਰ ਪਾਵਰ ਤੇ ਉਹਨੇ ਕੋਈ ਤਰੀਕਾ ਲੱਭ ਲੈਣਾ ਹੈ, ਉਹ ਮੈਨੂੰ ਲੱਗਦਾ ਹੈ ਕਿ ਬੜੀ ਕੋਈ ਇੰਟੈਲੈਕਚੁਅਲੀ ਇੰਟਰਸਟਿੰਗ ਮੇਰੇ ਲਈ ਗੱਲ ਨਹੀਂ ਹੈ। ਕਿਉਂਕਿ ਮੈਨੂੰ ਲੱਗਦਾ ਹੈ ਕਿ ਚਾਈਨਾ ਦੀ ਜਿਹੜੀ ਕੰਟਰੀਬਿਊਸ਼ਨ ਹੈ, ਇਹ ਜਿਹੜੀ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਤੁਸੀਂ ਤੇ ਸਭ ਤੋਂ ਬਿਹਤਰ ਜਾਣਦੇ ਹੋ ਕਿ ਉਹ ਇੱਕ ਸਲੋਗਨ ਹੈ, ਤੇ ਜਿਹੜੀ ਟਰੂ ਡੈਮੋਕ੍ਰੇਸੀ ਅਗਰ ਤੁਸੀਂ ਸਕਿਨ ਡੀਪ ਨਾ ਰਹੋ ਜਾਓ ਤੇ ਇੱਥੇ ਵੀ ਕੋਈ ਇੰਨੀ ਡੈਮੋਕ੍ਰੇਸੀ ਨਹੀਂ ਹੈ, ਕਿਧਰੇ ਵੀ ਨਹੀਂ ਹੈ ਉਹ ਤੇ ਨਾ ਇੰਡੀਆ ਵਿੱਚ ਹੈ। ਤੇ ਉਹਦੇ ਬਹੁਤ ਫੈਕਟਰਸ ਹੁੰਦੇ ਤੇ ਇੱਕ ਤੇ ਸਕੂਲ ਆਫ ਥਾਟ, ਯੂ ਕੈਨ ਮੇਕ ਐਨ ਆਰਗੂਮੈਂਟ ਕਿ ਚੀਨ ਜ਼ਿਆਦਾ ਡੈਮੋਕ੍ਰੇਸੀ ਹੈ, ਪਰ ਉਹ ਜਿਹੜਾ ਓਵਰ ਯੂਜ਼ਡ ਵਰਡ ਹੈ ਨਾ ਡੈਮੋਕ੍ਰੇਸੀ, ਜਿਹੜਾ ਇੱਕ ਬਾਇਸ ਕੋਨੋਟੇਸ਼ਨ ਕੈਰੀ ਕਰਦਾ ਹੈ, ਉਹ ਇੰਟੈਲੈਕਚੁਅਲ ਡਿਸਕਸ਼ਨ ਲਈ ਮੈਨੂੰ ਲੱਗਦਾ ਹੈ ਜ਼ਿਆਦਾ ਫਾਇਦੇਮੰਦ ਨਹੀਂ ਹੈ, ਕਿਉਂਕਿ ਉਹਦੇ ਵਿੱਚ ਬਾਇਸਿਸ ਆ ਜਾਂਦੀਆਂ ਨੇ। ਪਰ ਜਿਹੜਾ ਚੀਨ ਦੇ ਕੰਟਰੀਬਿਊਸ਼ਨ ਹੈ, ਜਿਹਦੇ ਚ ਦ ਰੋਲ ਆਫ ਗਵਰਨਮੈਂਟ ਜਿਹੜਾ ਹੈ ਉਹ ਇੱਕ ਯੂਨੀਕ ਕੰਟਰੀਬਿਊਸ਼ਨ ਹੈ, ਉਹ ਇੱਕ ਸਟੀਰੀਓਟਾਈਪ ਵਿੱਚ ਨਹੀਂ ਫਿਟ ਆਉਂਦਾ ਕਿ ਇਹ ਡਿਕਟੇਟਰਸ਼ਿਪ ਹੈ ਤੇ ਡੈਮੋਕ੍ਰੇਸੀ ਹੈ ਤੇ ਕਿਹਦੇ ਚ ਪ੍ਰੋਗਰੈਸ ਹੁੰਦੀ ਹੈ, ਉਹ ਕਿਸੇ ਉਸ ਫਰਮੇ ਵਿੱਚ ਨਹੀਂ ਫਿਟ ਹੁੰਦਾ। ਦੇਖੋ ਇਹਦੇ ਚ ਮੈਨੂੰ ਆਪ ਜੀ ਇੱਕ ਹੋਰ ਗੱਲ ਜਿਹੜੀ ਮੇਰੇ ਧਿਆਨ ਚ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਤੁਸੀਂ ਦੇਖੋ ਕਿ ਰੂਸ ਦੇ ਵਿੱਚ ਜਿਵੇਂ ਉਹਨਾਂ ਨੇ ਕਲੋਨੀਅਲ
ਗੈਸ ਕੰਪਨੀ ਨੂੰ ਜਿਵੇਂ ਉਹਨਾਂ ਨੇ ਜੈਮ ਕੀਤਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਔਰ 5 ਮਿਲੀਅਨ ਦਾ ਉਹਨਾਂ ਨੇ ਉਹਨਾਂ ਕੋਲੋਂ ਚੱਟੀ ਲਈ ਹੈ ਤੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉੱਥੇ ਟੈਲੈਂਟ ਜਿਹੜਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਆਲਾ ਟੈਲੈਂਟ ਮੌਜੂਦ ਹੈ ਬਿਲਕੁਲ ਹੈ। ਉਹ ਲੇਕਿਨ ਜੀ ਰਾਜ਼ੀ ਸਾਹਿਬ ਇਹ ਤੇ ਗੱਲ ਕਰ ਰਹੇ ਸੀ ਤੇ ਇਹ ਰੋਲ ਆਫ ਦੀ ਇੰਡੀਵਿਜੂਅਲ ਬਹੁਤ ਨਹੀਂ ਸੁਣੋ ਨਾ ਮੇਰੀ ਗੱਲ ਸੁਣੋ ਨਾ ਪੂਰੀ ਗੱਲ ਸੁਣ ਲਓ ਨਾ ਤੁਸੀਂ ਜੀ ਜ਼ਰੂਰ। ਕਿਉਂਕਿ ਰੂਸ ਦੀ ਜਿਹੜੀ ਸਟੇਟ ਹੈ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪ੍ਰੋਡਕਟਿਵ ਯੂਜ਼ਰਸ ਨੂੰ ਇਨਕਰੇਜ ਨਹੀਂ ਕਰਦੀ, ਚੀਨ ਦੀ ਕਰਦੀ ਹੈ। ਲਿਹਾਜ਼ਾ ਜਿਹੜਾ ਚੀਨ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬੰਦਾ ਹੈ ਉਹ ਅਮਰੀਕਾ ਦੀ ਕੰਪਨੀ ਤੇ ਡਾਕਾ ਮਾਰ ਕੇ ਚੱਟੀ ਨਹੀਂ ਲੈ ਰਿਹਾ, ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਆਪੂ ਕੋਈ ਪੋਰਟਲ ਬਣਾਵੇ ਐਸਾ ਜਿਹਦੇ ਜ਼ਰੀਏ ਉਹ ਪੈਸੇ ਕਮਾਵੇ। ਹੁਣ ਤੱਕ ਚੀਨੀਆਂ ਨੇ ਇਸ ਤਰ੍ਹਾਂ ਦੇ ਡਾਕੇਜ਼ਨੀ ਵਿੱਚ ਹਿੱਸਾ ਨਹੀਂ ਲਿਆ। ਰੂਸੀ ਜਿਹੜੇ ਨੇ ਉਹ ਪਿਛਲੇ ਕਈ ਸਾਲ ਤੋਂ ਇਸ ਕੰਮ ਦੇ ਵਿੱਚ ਅੱਗੇ ਨੇ ਕਿਉਂਕਿ ਉਹਨਾਂ ਦੀ ਟੈਕਨੀਕਲ ਨੋ ਹਾਉ ਤੇ ਸੋਵੀਅਤ ਏਰੀਆ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਹੈਗੀ ਹੈ। ਲੇਕਿਨ ਉਹਨਾਂ ਦੀ ਜਿਹੜੀ ਸੁਸਾਇਟਲ ਜਿਹੜੀ ਸਰਕਮਸਟੈਂਸਸ ਨੇ, ਸਟੇਟ ਦੇ ਜਿਹੜੇ ਸਰਕਮਸਟੈਂਸਸ ਨੇ, ਉਹ ਉਹਨਾਂ ਇੰਡੀਵਿਜੂਅਲ ਜਿਹੜੀ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਗਰੋ ਨਹੀਂ ਹੋਣ ਦਿੰਦੇ। ਇਹ ਫਰਕ ਹੈ ਚੀਨ ਔਰ ਰੂਸ ਦੇ ਵਿੱਚ। ਸਰ ਇੱਕ ਹੋਰ ਹੈ ਕਿ ਚਾਈਨਾ ਨੇ ਆਪਣੇ ਸਾਰੇ ਇਸ ਡਿਵੈਲਪਮੈਂਟ ਨੂੰ ਬੜਾ ਕੰਟਰੋਲ ਤਰੀਕੇ ਨਾਲ ਅੱਗੇ ਚਲਾ ਰਿਹਾ ਹੈ। ਚਾਈਨਾ ਔਰ ਇਜ਼ਰਾਈਲ ਇਹ ਦੋ ਕੰਟਰੀਜ਼ ਨੇ, ਇਹਨਾਂ ਦੀ ਸਟੇਟਸ ਪੂਰੀ ਤਰ੍ਹਾਂ ਇਨਵੋਲਵ ਹੋਈਆਂ ਹੋਈਆਂ ਨੇ। ਉਹ ਇੰਡੀਵਿਜੂਅਲਸ ਦੇ ਉੱਤੇ ਵੀ ਉਹਨਾਂ ਨੇ ਉਹਨੂੰ ਕਿਸੇ ਨਾ ਕਿਸੇ ਲੜੀ 'ਚ ਪਰੋਇਆ ਹੈ, ਜਦੋਂ ਕਿ ਰੂਸ ਦੇ ਵਿੱਚ ਇਹ ਨਹੀਂ ਹੈ। ਰੂਸ ਦੇ ਵਿੱਚ ਲੋਕ ਬਹੁਤ ਨੇ, ਸਿਆਣੇ ਨੇ ਔਰ ਉਹ ਸੌਫਟਵੇਅਰ ਵੱਲ ਕਾਫੀ ਉਹ ਐਡਵਾਂਸ ਨੇ, ਲੇਕਿਨ ਉਹ ਹੈਗੇ ਨੇ ਤੁਸੀਂ ਕਹਿ ਸਕਦੇ ਹੋ ਅਵਾਰਾ ਸਿਆਰੇ ਨੇ ਜਿਹੜੇ ਔਰ ਜਦੋਂ ਕਿ ਇਜ਼ਰਾਈਲ ਔਰ ਚਾਈਨਾ ਇਹਨਾਂ ਨੇ ਬਹੁਤ ਜ਼ਿਆਦਾ ਕੰਟਰੋਲ ਰੱਖੇ ਨੇ ਔਰ ਉਹਨਾਂ ਨੂੰ ਬੜੇ ਕੰਟਰੋਲ ਤਰੀਕੇ ਨਾਲ ਉਹਨਾਂ ਨੇ ਇਨਵੋਲਵ ਕੀਤਾ ਹੈ। ਹਾਂਜੀ ਨੇ ਉਹੀ ਗੱਲ ਹੈ ਨਾ ਸ਼ਿਰਾਜ਼ੀ ਸਾਹਿਬ ਜਿਹੜੀ ਮਨਜ਼ੂਰ ਵੀ ਕਰ ਰਹੇ ਸੀ ਕਿ ਚਾਈਨਾ ਬਹੁਤ ਵੱਡਾ ਜਿਹੜਾ ਫਰਕ ਹੈ AI ਸੁਪਰ ਪਾਵਰਸ ਬਣਨ ਲਈ ਉਹ ਇਜ਼ਰਾਈਲ ਦਾ ਤੁਸੀਂ ਬੜਾ ਸਹੀ ਦਿੱਤਾ ਹੈ। ਉਹਦੇ 'ਚ ਵੀ ਬਹੁਤ ਮਜ਼ੇਦਾਰ ਗੱਲ ਹੋ ਸਕਦੀ ਹੈ ਕਿਉਂਕਿ ਮੈਂ ਉਹਨੂੰ ਬੜਾ ਸਟੱਡੀ ਵੀ ਕਰ ਰਿਹਾ ਤੇ ਚੀਨ ਦਾ ਸਭ ਤੋਂ ਵੱਡਾ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਗਵਰਨਮੈਂਟ ਪਾਲਿਸੀ ਸਟੇਟ ਲੈਵਲ ਉਹ ਉਹਨਾਂ ਨੇ ਡੈਮੋਨਸਟ੍ਰੇਟ ਕੀਤੀ ਹੈ ਕਿ ਅਗਰ ਸਟੇਟ ਦੀ ਇੱਕ ਹੋਏ ਫਿਊਚਰਿਸਟਿਕ ਪਾਲਿਸੀ ਤੇ ਸਪੋਰਟ ਹੋਏ ਤੇ ਉਹ ਬਹੁਤ ਮਤਲਬ ਟ੍ਰਾਂਸਫੋਰਮੇਸ਼ਨਲ ਫਰਕ ਲਾ ਸਕਦੀ ਹੈ ਸੋਸਾਇਟੀ 'ਚ। ਫਿਰ ਸਾਰੀ ਹਰ ਚੀਜ਼ ਨੂੰ ਉਹਨਾਂ ਨੇ ਨਾ ਜੀ ਪੈਰਲਲ ਕੀਤਾ ਹੈ। ਉਹਨਾਂ ਦਾ ਇਤਨਾ ਜ਼ਿਆਦਾ ਇੰਡੀਵਿਜੂਅਲ ਦਾ ਬਾਕੀ ਸਿਲਸਿਲੇ ਦੇ ਵਿੱਚ ਇੰਟਰਫੇਰੈਂਸ ਨਹੀਂ, ਉਹ ਹਰ ਚੀਜ਼ ਨਾਲ ਪੈਰਲਲ ਕੀ। ਅਗਰ ਤੁਹਾਡਾ WhatsApp ਹੈ ਉੱਥੇ WeChat ਹੈ, ਉਹ WeChat ਇਜ਼ ਡੂਇੰਗ ਐਵਰੀਥਿੰਗ। ਪੇਮੈਂਟ ਤੁਸੀਂ ਇੱਕ ਛੱਡੀ ਲੈਣੀ ਹੈ ਨਾ ਸੜਕ ਦੇ ਕੰਢੇ ਤੋਂ ਵੀ ਆਪਣਾ ਖਰੀਦਣਾ ਚਾਹੁੰਦੇ ਹੋ, ਉਹ ਭੁੰਨੀ ਹੋਈ ਤਾਂ ਉਹ ਵੀ ਉਹ WeChat ਤੋਂ ਲੈ ਕੇ ਦੇ ਦੇਗਾ। ਹਾਂਜੀ ਤੇ ਇੱਕ ਹੋਰ ਮੈਂ ਗੱਲ ਬਸ ਮਨਜ਼ੂਰ ਦੀ ਗੱਲ ਤੋਂ ਕਰਨਾ ਚਾਹ ਰਿਹਾ ਸੀ, ਉਹ ਹੈ ਕਿ ਮੈਨੂੰ ਤੇ ਜਿਹੜੀ ਆਬਵੀਅਸ ਚੀਜ਼ ਉਹ ਲੱਗਦੀ ਹੈ ਕਿ ਦੇਖੋ ਨਾ ਇਹ ਜਿਹੜੀ ਸਾਡੀ ਪਰਸੈਪਸ਼ਨ ਹੈ ਨਾ ਕਿ ਤਾਕਤਵਰ ਕੌਣ ਹੈ, ਜਿਸ ਤਰ੍ਹਾਂ ਨਾਰਥ ਕੋਰੀਆ ਤੇ ਰੂਸ ਵਿੱਚ ਬਹੁਤ ਹਥਿਆਰ ਹਨ ਤੇ ਸਾਨੂੰ ਲੱਗਦੇ ਬਹੁਤ ਤਾਕਤਵਰ ਹਨ ਤੇ ਅਸਲ ਵਿੱਚ ਰੂਸ ਦੀ ਜਿਹੜੀ ਹਕੂਮਤ ਹੈ ਨਾ ਉਹ ਇਨਸਟੈਡ ਆਫ ਥਿੰਕਿੰਗ ਆਫ ਸਟ੍ਰੈਟੇਜਿਕ ਨੈਸ਼ਨਲ ਇੰਟਰਸਟ ਉਹ ਸਰਵਾਈਵਲਿਸਟ ਹਕੂਮਤ ਹੈ। ਉਹ ਨਾਲ ਸਾਰਾ ਕੰਮ ਹੈ ਕਿ ਜੀ ਅਸੀਂ ਕਿਸ ਤਰ੍ਹਾਂ ਹਕੂਮਤ ਕਰੀਏ। ਇਹ ਆਬਦ ਤੇਰਾ ਬੜਾ ਫੇਵਰਿਟ ਟਾਪਿਕ ਹੈ। ਹਾਂਜੀ ਸਾਈਕੋ ਐਨਾਲਿਸਿਸ ਕਰਨਾ ਮੁਲਕਾਂ ਦਾ ਮਤਲਬ ਮੈਨੂੰ ਤੇ ਕੋਈ ਮੇਰਾ ਨਹੀਂ ਖਿਆਲ ਕਿ ਸਾਈਕੋ ਐਨਾਲਿਸਿਸ ਨਾਲ ਕੁਝ ਪਤਾ ਲੱਗਦਾ ਹੈ। ਇਹ ਮੈਨੂੰ ਪਤਾ ਹੈ ਕਿ ਚੀਨ ਦੀ ਹਕੂਮਤ ਇਹ ਅਗਰ ਫਰਜ਼ ਕਰੋ ਕੋਈ ਉਹਨਾਂ ਦੀ ਐਂਟੀਟੀ ਉਹ ਪ੍ਰੋਗਰਾਮ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈ ਕਿ ਜੀ ਜਿਹੜੀ ਮੈਡੀਕਲ ਡਾਇਗਨੋਸਿਸ ਹੈ ਕੰਪਲੀਟ ਉਹ ਕਿਵੇਂ ਕਰਨਾ ਹੈ ਤੇ ਚੀਨ ਦੀ ਹਕੂਮਤ ਕਹੇਗੀ ਸਾਡੇ ਕੋਲੋਂ ਵੀ ਪੈਸੇ ਲੈ ਲਓ ਤੇ ਇਹ ਬਣਾ ਦਿਓ ਤੇ ਫਿਰ ਉਹ ਸਾਰੀ ਦੁਨੀਆ 'ਚ ਵੇਚਣਗੇ ਉਹਨੂੰ। ਠੀਕ ਪਾਕਿਸਤਾਨ ਅਮਰੀਕਾ ਦੇ ਵਿੱਚ ਡਾਕਟਰਾਂ ਨੇ ਨਹੀਂ ਬਣਨ ਦੇਣੀ,
ਅਡਾਪਟ ਨਹੀਂ ਕਰਨ ਦੇਣੇ, ਅਡਾਪਟ ਨਹੀਂ ਕਰਨ ਦੇਣੇ। ਡਾਕਟਰ ਜਿਹੜੇ ਨੇ ਉਹ ਅਜੇ ਤੱਕ ਉਹ ਮੈਡੀਸਨ ਨੂੰ ਸੋਸ਼ਲਾਈਜ਼ ਨਹੀਂ ਹੋ ਡਾਕਟਰ ਸਾਹਿਬ ਮੇਰਾ ਸਵਾਲ ਹੈ, ਕਰ ਸਕਦਾ ਸਵਾਲ? ਹਾਂਜੀ ਬਿਲਕੁਲ। ਹਾਂਜੀ ਹਾਂਜੀ ਡਾਕਟਰ ਸਾਹਿਬ ਮੇਰਾ ਜਿਹੜਾ ਸਵਾਲ ਹੈ ਉਹ ਇਹ ਹੈ ਵੀ ਜਿਵੇਂ ਤੁਸੀਂ ਕਿਹਾ ਵੀ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਾਏਗੀ ਵੀ ਲੋਕਾਂ ਦੀ ਜਿਹੜੀ ਪਰਚੇਜਿੰਗ ਪਾਵਰ ਵਧਾਉਣ ਵਾਸਤੇ ਉਹਨਾਂ ਨੂੰ ਕੋਈ ਇਨਕਮ ਦੇਈ ਜਾਏਗੀ। ਮਜਬੂਰੀ ਹੈ ਮੈਨੂੰ ਹੈਲੋ ਵੀ ਐਵੇਂ ਲੱਗ ਰਿਹਾ ਹੈ ਜਿਹੜੇ ਲੋਕ ਪਰਚੇਜ ਕਰਨਗੇ ਵੀ ਉਹ ਪਰਚੇਜ ਕਰਨ ਤਾਂ ਕਰਕੇ ਉਹਨਾਂ ਨੂੰ ਇਨਕਮ ਦੇਈ ਜਾਏਗੀ ਵੀ ਇਹ ਗੱਲ ਵੀ ਜਿਹੜਾ ਮਤਲਬ ਪਾਵਰਫੁਲ ਤਬਕਾ ਹੈ ਜਾਂ ਜਿਹੜਾ ਕੈਪੀਟਲਿਸਟ ਤਬਕਾ ਹੈ ਵੀ ਉਹ ਲੋਕ ਜਦੋਂ ਭੁੱਖੇ ਮਰਦੇ ਨੇ ਉਦੋਂ ਵੀ ਉਹਨਾਂ ਦੀ ਕੋਈ ਮਦਦ ਨਹੀਂ ਕਰਦਾ ਵੀ ਇਹ ਸੰਭਾਵਨਾ ਮੈਨੂੰ ਨਹੀਂ ਲੱਗਦਾ ਵੀ ਹੋਏਗੀ ਲੋਕਾਂ ਨੂੰ। ਨਹੀਂ ਇਹ ਨਹੀਂ ਹੈਗਾ। ਸ਼ਾਇਦ ਮੈਂ ਸਵਾਲ ਸਹੀ ਨਹੀਂ ਕਰ ਪਾਇਆ, ਸੌਰੀ। ਤੁਸੀਂ ਸਵਾਲ ਸਹੀ ਕੀਤਾ ਹੈ, ਮੈਂ ਤੁਹਾਡੇ ਸਵਾਲ ਨੂੰ ਸਮਝ ਗਿਆ। ਤੁਸੀਂ ਇੱਕ ਇਹ ਸਮਝ ਤੁਹਾਡੇ ਜ਼ਿਹਨ ਦੇ ਵਿੱਚ ਇੱਕ ਗੱਲ ਫਸੀ ਹੋਈ ਹੈ, ਜਿਹੜੀ ਗੱਲ ਤੁਸੀਂ ਬਾਰ-ਬਾਰ ਤੁਸੀਂ ਕਰਦੇ ਹੋ ਔਰ ਅੱਜ ਉਹਦੇ ਤੇ ਸਾਨੂੰ ਗੱਲ ਕਰਨੀ ਚਾਹੀਦੀ ਹੈ। ਤੁਹਾਡੇ ਜ਼ਿਹਨ 'ਚ ਇੱਕ ਗੱਲ ਫਸੀ ਹੋਈ ਹੈ ਕਿ ਇੱਕ ਜਿਹੜਾ ਪ੍ਰਿਮਿਟਿਵ ਸਰਮਾਇਆਦਾਰ ਹੈ ਨਾ, ਕੈਪੀਟਲਿਸਟ ਜਿਹੜਾ ਹੈਗਾ, ਉਹਦੇ ਸਾਹਮਣੇ ਸਿਰਫ ਇੱਕ ਹੀ ਮਕਸਦ ਹੈਗਾ, ਉਹ ਹੈ ਮੁਨਾਫਾ ਕਮਾਉਣਾ। ਤੇ ਮੁਨਾਫਾ ਉਹ ਕਮਾ ਸਕਦਾ ਹੈ ਜ਼ਿਆਦਾ ਚੀਜ਼ਾਂ ਵੇਚ ਕੇ, ਜ਼ਿਆਦਾ ਚੀਜ਼ਾਂ ਬਣਾ ਕੇ ਤੇ ਜ਼ਿਆਦਾ ਚੀਜ਼ਾਂ ਵੇਚ ਕੇ ਉਹ ਬਣਾ ਸਕਦਾ ਹੈ। ਉਹਨੂੰ ਜਿਹੜੀ ਮੈਂ ਗੱਲ ਕਹਿ ਰਿਹਾ ਸਾਂ, ਮੈਂ ਵੀ ਇਹੋ ਹੀ ਗੱਲ ਕਹਿ ਰਿਹਾ ਸਾਂ ਕਿ ਜਿਹੜਾ ਸਰਮਾਇਆਦਾਰ ਹੋਵੇਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ, ਜਿਹੜੇ ਸਰਮਾਇਆਦਾਰ ਹੋਣਗੇ ਉਹਨਾਂ ਨੂੰ ਲੋਕਾਂ ਦੇ ਨਾਲ ਕੋਈ ਪਿਆਰ ਨਹੀਂ ਹੋਏਗਾ ਕਿ ਲੋਕਾਂ ਦੇ ਪਿਆਰ ਦੀ ਵਜ੍ਹਾ ਤੋਂ ਇਨਕਮ ਵੰਡਣਗੇ। ਨਹੀਂ, ਉਹ ਮਜਬੂਰ ਹੋਣਗੇ ਇਨਕਮ ਵੰਡਣ ਦੇ ਉੱਤੇ, ਉਹ ਵੀ ਉਹਨਾਂ ਦੀ ਮਜਬੂਰੀ ਹੋਏਗੀ। ਇਹ ਫਰਕ ਕਰੋ ਇਹਦੇ ਵਿੱਚ, ਇੱਕ ਮਜਬੂਰੀ ਹੈ, ਇੱਕ ਇਖਤਿਆਰ ਹੈ। ਹੁਣ ਮਿਸਾਲ ਦੇ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਤੁਸੀਂ ਹੋ ਤੇ 65 ਸਾਲ 62 ਸਾਲ ਦੇ 65 ਸਾਲ ਦੇ ਤੁਸੀਂ ਹੋ ਜਾਓ ਤੇ ਤੁਸੀਂ ਅਮਰੀਕੀ ਸ਼ਹਿਰੀ ਹੋ ਤੇ ਤੁਹਾਨੂੰ ਆਟੋਮੈਟਿਕਲੀ ਤੁਹਾਡੀ ਹੈਲਥ ਜਿਹੜੀ ਹੈ ਉਹ ਤਕਰੀਬਨ ਮੁਫਤ ਹੋ ਜਾਂਦੀ ਹੈ। ਇਹ ਤੇ ਆਲਰੇਡੀ ਇੱਕ ਸਭ ਤੋਂ ਦੁਨੀਆ ਦੇ ਵੱਡੇ ਸਰਮਾਇਆਦਾਰ ਮੁਲਕ 'ਚ ਹੋ ਰਿਹਾ ਹੈ। ਤੁਹਾਨੂੰ ਸੋਸ਼ਲ ਸਿਕਿਉਰਿਟੀ ਦੀ ਇਨਕਮ ਜਿਹੜੀ ਹੈ ਬੁਢਾਪੇ ਦੀ, ਉਹ 65 ਸਾਲ ਦੀ ਉਮਰ 'ਚ ਮਿਲਣਾ ਸ਼ੁਰੂ ਹੋ ਜਾਂਦੀ ਹੈ। ਜ਼ਾਹਰ ਗੱਲ ਹੈ ਕਿ ਸਰਮਾਇਆਦਾਰੀ ਨਿਜ਼ਾਮ ਦੇ ਅੰਦਰ ਹੀ ਤਬਦੀਲੀਆਂ ਹੋ ਰਹੀਆਂ ਨੇ। ਹੁਣ ਤੁਸੀਂ ਇਸ ਤੋਂ ਅੱਗੇ ਚੱਲੋ, ਤੁਸੀਂ ਸਕੈਂਡੀਨੇਵੀਅਨ ਕੰਟਰੀਜ਼ ਦੇ ਵਿੱਚ ਤੇ ਆਲਰੇਡੀ ਲੋਕਾਂ ਨੂੰ ਇਨਕਮ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਵਿੱਚ ਔਰਤ ਜਦੋਂ ਬੱਚਾ ਪੈਦਾ ਕਰਦੀ ਹੈ ਤੇ ਉਸ ਦੇ ਨਾਲ ਹੀ ਉਸ ਬੱਚੇ ਦਾ ਸਕਾਲਰਸ਼ਿਪ ਲੱਗ ਜਾਂਦਾ ਹੈ ਹਕੂਮਤ ਵੱਲੋਂ। ਨਿਊਜ਼ੀਲੈਂਡ 'ਚ ਵੀ ਇੰਜ ਹੁੰਦਾ ਹੈ। ਮੇਰਾ ਮਤਲਬ ਇਹ ਕਹਿਣ ਦਾ ਹੈ ਕਿ ਸਰਮਾਇਆਦਾਰੀ ਜਿਹੜਾ ਮੋਡ ਆਫ ਪ੍ਰੋਡਕਸ਼ਨ ਹੈਗਾ, ਉਹਦੀ ਇੱਕ ਬਹੁਤ ਪ੍ਰਿਮਿਟਿਵ ਸ਼ਕਲ ਹੈਗੀ ਹੈ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ। ਜਿਹੜੀ ਮੈਚਿਓਰਡ ਔਰ ਐਡਵਾਂਸ ਸਰਮਾਇਆਦਾਰੀ ਹੈ, ਜਿਹੜੀ ਕਿ ਵੈਸਟਰਨ ਯੂਰਪ ਦੇ ਵਿੱਚ ਔਰ ਇੱਕ ਹੱਦ ਤੱਕ ਅਮਰੀਕਾ ਦੇ ਵਿੱਚ ਹੈ, ਉਹਦੇ ਵਿੱਚ ਸਰਮਾਇਆਦਾਰੀ ਦਾ ਮੋਡ ਜਿਹੜਾ ਹੈਗਾ ਪ੍ਰੋਫਿਟ ਮੇਕਿੰਗ ਦਾ, ਉਹ ਹੋਰ ਹੈ, ਉਹ ਬਦਲ ਗਿਆ ਹੈ। ਇਹ ਗੱਲ ਮੈਂ ਜਿਹੜੀ ਇਸੇ ਲਈ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਸਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੰਪਲੀਮੈਂਟੇਸ਼ਨ ਤੋਂ ਬਾਅਦ ਯੂਨੀਵਰਸਲ ਇਨਕਮ ਇਸ ਲਈ ਨਹੀਂ ਦਿੱਤੀ ਜਾਣੀ ਕਿ ਲੋਕ ਭੁੱਖੇ ਮਰ ਰਹੇ ਨੇ। ਇਹ ਤੁਹਾਡੀ ਗੱਲ ਸਹੀ ਹੈ, ਸਰਮਾਇਆਦਾਰ ਨੂੰ ਇਸ ਗੱਲ ਨਾਲ ਕੋਈ ਗਰਜ਼ ਨਹੀਂ ਹੈਗੀ ਕਿ ਲੋਕ ਭੁੱਖੇ ਮਰਨ ਕਿ ਨਾ ਮਰਨ। ਲੇਕਿਨ ਸਰਮਾਇਆਦਾਰ ਨੂੰ ਇਹ ਤੇ ਗਰਜ਼ ਹੈਗੀ ਹੈ ਨਾ ਕਿ ਚੀਜ਼ਾਂ ਮੇਰੀਆਂ ਵਿਕਣ, ਕੋਈ ਖਰੀਦੇ ਇਹਨਾਂ ਨੂੰ, ਤਾਂ ਕਿ ਮੈਂ ਮੁਨਾਫਾ ਬਣਾ ਸਕਾਂ। ਮੈਂ ਤੁਹਾਨੂੰ ਉਹਦੀ ਇੱਕ ਹੋਰ ਲਾਈਵ ਮਿਸਾਲ ਦੱਸਣਾ ਹੈ ਅਮਰੀਕਾ ਦੀ। ਅਮਰੀਕਾ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਨਾ, ਉਹਨਾਂ ਨੂੰ ਫੂਡ ਸਟੈਂਪਸ ਦਿੱਤੀਆਂ ਜਾਂਦੀਆਂ ਨੇ। ਤੁਸੀਂ ਸਮਝਦੇ ਫੂਡ ਸਟੈਂਪਸ ਕੀ ਹੁੰਦੀਆਂ ਨੇ?
ਕਿਉਂ ਸੁਖਵਿੰਦਰ ਜੀ? ਉਹ ਜੀ ਉਹਨਾਂ ਦੇ ਨਹੀਂ ਨਹੀਂ, ਤੁਸੀਂ ਸੁਖਵਿੰਦਰ ਨੂੰ ਜਵਾਬ ਦੇਣ ਦਿਓ ਨਾ। ਉਹਨਾਂ ਹਾਂਜੀ ਡਾਕਟਰ ਸਾਹਿਬ, ਫੂਡ ਸਟੈਂਪਸ ਕੀ ਹੁੰਦੀਆਂ ਨੇ? ਫੂਡ ਡਾਕਟਰ ਸਾਹਿਬ ਆਈ ਡੋਂਟ ਨੋ। ਅੱਛਾ, ਫੂਡ ਸਟੈਂਪਸ ਇਹ ਹੁੰਦੀਆਂ ਨੇ ਕਿ ਇੱਕ ਇਨਕਮ ਤੋਂ ਥੱਲੇ ਤੁਸੀਂ ਹੋਵੋ ਗੁਰਬਤ ਦੇ ਲੈਵਲ ਦੇ ਉੱਤੇ, ਤੇ ਤੁਹਾਨੂੰ ਜਿਹੜੀ ਸਟੇਟ ਹੈ ਉਹ ਤੁਹਾਡੇ ਖਾਣ ਪੀਣ ਲਈ ਜਿੰਨੇ ਵੀ ਘਰ ਦੇ ਬੰਦੇ ਨੇ, ਜੇ 4 ਬੰਦੇ ਨੇ ਤੇ ਫਿਰ ਉਹਦੇ ਹਿਸਾਬ ਨਾਲ, ਜੇ 2 ਨੇ ਤੇ ਉਹਦੇ ਹਿਸਾਬ ਨਾਲ ਉਹ ਤੁਹਾਨੂੰ ਕੂਪਨ ਦਿੰਦੀ ਹੈ ਜਿਨ੍ਹਾਂ ਦੇ ਨਾਲ ਜਾ ਕੇ ਤੁਸੀਂ ਫੂਡ ਖਰੀਦ ਸਕਦੇ ਹੋ। ਤੇ ਮੈਨੂੰ ਇਹ ਪਤਾ ਹੈ ਕਿ ਸਾਡੇ ਇੱਕ ਜਾਣਨ ਵਾਲਾ ਬੰਦਾ ਰਿਸ਼ਤੇਦਾਰ ਹੈ, ਉਹਨੂੰ ਫੂਡ ਸਟੈਂਪ ਮਿਲਦੀਆਂ ਸਨ, ਤੇ ਉਹ ਮੇਰੀ ਬੀਵੀ ਕਹਿੰਦੀ ਸੀ ਕਿ ਜਦੋਂ ਉਹ ਮੇਰੇ ਨਾਲ ਗਰੋਸਰੀ ਕਰਨ ਜਾਂਦੀ ਹੈ ਨਾ, ਉਹ ਜਿਨ੍ਹਾਂ ਨੂੰ ਫੂਡ ਸਟੈਂਪ ਮਿਲਦੀ ਹੈ, ਤੇ ਉਹ ਆਲਾ ਤੋਂ ਆਲਾ ਚੀਜ਼ ਜਿਹੜੀ ਹੈ ਨਾ ਸਟੈਂਡਰਡ ਦੀ ਚੁੱਕਦੀ ਹੈ, ਤੇ ਅਸੀਂ ਸਸਤੀ ਚੀਜ਼ ਚੁੱਕਨੇ ਆ, ਕਿਉਂਕਿ ਉਹਨੇ ਕਿਹੜੇ ਆਪਣੇ ਕੋਲੋਂ ਪੈਸੇ ਦੇਣੇ, ਉਹਨੇ ਤਾਂ ਫੂਡ ਸਟੈਂਪ ਚ ਕਟਵਾਉਣੇ ਨਾ। ਅੱਛਾ, ਖੈਰ ਇਹ ਤੇ ਮੈਂ ਤੁਹਾਨੂੰ ਜ਼ਰਾ ਮਜ਼ੇਦਾਰੀ ਲਈ ਦੱਸ ਰਿਹਾ ਸਾਂ, ਲੇਕਿਨ ਫੂਡ ਸਟੈਂਪ ਜਿਹੜੀ ਹੈ ਉਹਨੂੰ ਪ੍ਰਮੋਟ ਕਰਨ ਲਈ ਬੁਨਿਆਦੀ ਮਸਲਾ ਗਰੀਬਾਂ ਨੂੰ ਰੋਟੀ ਦੇਣਾ ਨਹੀਂ ਸੀ ਹੈਗਾ। ਬੁਨਿਆਦੀ ਮਸਲਾ ਹੈਗਾ ਸੀ ਕਿ ਜਿਹੜਾ ਐਗਰੀਕਲਚਰ ਦੇ ਵਿੱਚ ਸਰਪਲਸ ਪ੍ਰੋਡਿਊਸ ਹੋ ਰਿਹਾ ਹੈ ਉਹਨੂੰ ਕਿਵੇਂ ਖਪਾਇਆ ਜਾਵੇ। ਚੁਨਾਚੇ ਇਹ ਸਮਝੋ ਤੁਸੀਂ, ਜਿਹੜੀ ਫੂਡ ਸਟੈਂਪਸ ਨੇ ਇਹ ਹਕੂਮਤ ਲੋਕਾਂ 'ਚ ਪੈਸੇ ਵੰਡ ਰਹੀ ਹੈ ਗਰੋਸਰੀ ਖਰੀਦਣ ਲਈ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਇਹ ਜਿਹੜਾ ਆਈਡੀਆ ਅਸੀਂ ਜਿਸ ਦੀ ਗੱਲ ਕਰ ਰਹੇ ਹਾਂ, ਇਹ ਕੋਈ ਐਡਾ ਯੂਨੀਕ ਔਰ ਐਡਾ ਅਨਫੈਮਿਲੀਅਰ ਵੀ ਨਹੀਂ ਹੈਗਾ। ਮੈਚੁਰ ਸਰਮਾਇਆਦਾਰ ਮੁਲਕਾਂ ਦੇ ਵਿੱਚ ਆਲਰੇਡੀ ਇਹ ਜਿਹੜੀ ਇਨਕਮ ਡਿਸਟ੍ਰੀਬਿਊਸ਼ਨ ਹੈ ਦੇ ਇਹ ਤਰੀਕੇ ਨੇ, ਇਹ ਹੋ ਰਹੇ ਨੇ। ਮਿਸਾਲ ਦੇ ਤੌਰ ਤੇ ਪੂਰੇ ਵੈਸਟਰਨ ਯੂਰਪ ਦੇ ਜਿਹੜਾ ਹੈਲਥ ਦਾ ਸਿਸਟਮ ਆ ਮੁਫਤ ਹੈ। ਜੰਮਣ ਤੋਂ ਲੈ ਕੇ ਮਰਨ ਤੱਕ ਤੁਹਾਡੀ ਹੈਲਥ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ, ਤੁਹਾਡੀ ਤਾਲੀਮ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ, ਤੁਹਾਡੀ ਬੇਰੋਜ਼ਗਾਰੀ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਇਹ ਸਾਰੀ ਜ਼ਿੰਮੇਵਾਰੀਆਂ ਉਹਨਾਂ ਸਟੇਟ ਦੀਆਂ ਨੇ। ਇਹ ਆਲਰੇਡੀ ਹੋ ਰਿਹਾ ਹੈ, ਇਹ ਕੋਈ ਅਲੋਕਾਰ ਕੰਮ ਨਹੀਂ ਹੋਣ ਜਾ ਰਿਹਾ। ਹੁਣ ਸਿਰਫ ਇਹ ਹੋਣਾ ਹੈ ਕਿ ਉਹਦੀ ਜਿਹੜੀ ਡਿਗਰੀ ਹੈ ਉਹ ਟਰਾਂਸਫਾਰਮ ਹੋ ਜਾਣੀ ਹੈ, ਕਿ ਅਗਰ ਹੁਣ 50% ਜਾਂ 60% ਬੰਦੇ ਜਿਹੜੇ ਨੇ ਉਹ ਫੁੱਲ ਟਾਈਮ ਕੰਮ ਕਰ ਰਹੇ ਨੇ ਤੇ 30% ਵੈਲਫੇਅਰ ਲੈ ਰਹੇ ਨੇ, ਅਗਰ ਇਹ ਹੈ ਤੇ ਉਸ ਵੇਲੇ ਇਹ ਹੋਏਗਾ ਕਿ 99% ਜਿਹੜੇ ਨੇ ਉਹ ਵੈਲਫੇਅਰ ਚੈੱਕ ਲੈਣਗੇ, ਤੇ ਕੋਈ 1-2% ਬੰਦੇ ਜਿਹੜੇ ਨੇ ਉਹ ਪ੍ਰੋਡਕਸ਼ਨ ਦਾ ਕੰਮ ਕਰਨਗੇ, ਤੇ ਬਾਕੀ ਜਿਹੜੇ ਨੇ ਉਹ ਆਪਣੇ ਆਪ ਨੂੰ ਮਸਰੂਫ ਕਰਨ ਲਈ ਉਹ ਆਪਣੇ ਆਪਣੇ ਤਰੀਕੇ ਦੇ ਧੰਦੇ ਲੱਭਣ ਲੱਗ ਪੈਣਗੇ। ਮੈਂ ਆਪਣਾ ਜ਼ਾਤੀ ਤੌਰ ਦੇ ਉੱਤੇ ਮੈਂ ਕੋਈ 26 ਸਾਲ ਹਕੂਮਤ ਦੀ ਨੌਕਰੀ ਕੀਤੀ ਹੈ ਅਮਰੀਕਾ 'ਚ, ਤੇ ਮੈਨੂੰ ਲੱਗਦਾ ਸੀ ਜਦੋਂ ਮੈਂ ਦਫ਼ਤਰ 'ਚ ਬੈਠਾ ਸਾਂ ਤੇ ਮੈਂ ਘੜੀ ਦੇਖਣੀ ਸ਼ੁਰੂ ਕਰ ਦਿੰਦਾ ਸਾਂ ਕਿ ਛੁੱਟੀ ਕਦੋਂ ਆਉਣੀ ਹੈ, ਤੇ ਛੁੱਟੀ ਲੈਣ ਲਈ ਜਾਂ ਛੁੱਟੀ ਕਰਨ ਲਈ ਤਰਲੇ ਲਈਦੇ ਸਨ ਕਿ ਯਾਰ ਇੱਥੋਂ ਜਾਈਏ ਕਿਉਂ, ਇੱਥੋਂ ਨਿਕਲੀਏ ਤੇ ਇੱਥੋਂ ਭੱਜੀਏ, ਇੱਥੋਂ ਕਿਸ ਤਰੀਕੇ ਦੇ ਨਾਲ ਜਾਨ ਛੁੱਟੇ ਇੱਥੋਂ। ਅੱਛਾ, ਹੁਣ ਤੁਸੀਂ ਅਗਲੀ ਕਹਾਣੀ ਸੁਣ ਲਓ। ਇਹ ਤੁਸੀਂ ਮੇਰੇ ਘਰ ਵਾਲਿਆਂ ਨੂੰ ਪੁੱਛ ਲੈਣਾ ਕਿ ਕਿਸੇ ਨਾਲ ਤੁਹਾਡੀ ਵਾਕਫੀਤ ਹੋ ਜਾਏ। ਤੇ ਦਫ਼ਤਰ ਤੋਂ ਆ ਕੇ ਮੈਂ ਸਿੱਧਾ ਬੇਸਮੈਂਟ ਚੱਲ ਜਾਂਦਾ ਸਾਂ, ਉੱਥੇ ਮੇਰੇ ਕੰਪਿਊਟਰ ਰੱਖੇ ਹੁੰਦੇ ਸਨ। ਫਿਰ ਮੈਂ 5 ਵਜੇ ਤੋਂ ਲੈ ਕੇ 12 ਵਜੇ ਤੱਕ ਮੈਂ ਸਿਰਫ ਲਿਖਣ ਪੜ੍ਹਨ ਦਾ ਕੰਮ ਕਰਦਾ ਸਾਂ ਆਪਣੀ ਮਰਜ਼ੀ ਦੇ ਨਾਲ, ਜਿੱਥੇ ਮੈਨੂੰ ਕੋਈ ਪਾਬੰਦੀ ਨਹੀਂ ਸੀ। ਮੈਂ ਜਿਸ ਵੇਲੇ ਮਰਜ਼ੀ ਉੱਥੋਂ ਉੱਠ ਕੇ ਚੱਲ ਜਾ, ਮੈਨੂੰ ਕੋਈ ਰੋਕਣ ਵਾਲਾ ਨਹੀਂ ਸੀ। ਲੇਕਿਨ ਉਹ ਜਿੰਨੀ ਪਾਬੰਦੀ ਨਾਲ ਮੈਂ ਕਰਦਾ ਸਾਂ ਓਨੀ ਮੈਂ ਦਫ਼ਤਰ ਦੇ ਵਿੱਚ ਵੀ ਪਾਬੰਦੀ ਨਾਲ ਨਹੀਂ ਸੀ ਕਰਦਾ। ਸੋ ਮੇਰਾ ਇਹ ਤੁਹਾਨੂੰ ਇਹ ਗੱਲ ਇਹ ਅਰਜ਼ ਕਰ ਰਿਹਾ ਹੈ ਕਿ ਜਿਹੜੇ ਲੋਕ ਪੇਟ ਦੀ ਵਜ੍ਹਾ ਤੋਂ ਨੌਕਰੀਆਂ ਨਹੀਂ ਕਰਨਗੇ, ਉਹਨਾਂ ਨੂੰ ਹੋਰ ਤਰ੍ਹਾਂ ਦੇ ਕੰਮ, ਬਹੁਤ ਸਾਰੇ ਕੰਮ ਜਿਹੜੇ ਨੇ ਉਹ ਮਿਲ ਜਾਣਗੇ ਕਰਨ ਲਈ, ਜਿਹੜੇ ਉਹ ਕਰਨਗੇ। ਜਿਵੇਂ ਮੈਂ 8 ਘੰਟੇ ਮਾਰਾਮਾਰੀ ਕਰਕੇ ਆ ਜਾਂਦਾ ਸਾਂ,
ਤੇ ਫਿਰ ਅਗਲੇ 8 ਘੰਟੇ ਜਿਹੜੇ ਨੇ ਉਹ ਫਿਰ ਆਪਣੀ ਮਰਜ਼ੀ ਦਾ ਕੰਮ ਕਰਦਾ ਸਾਂ। ਤੇ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੁੰਦੀ ਤੇ ਮੈਂ ਸਵੇਰੇ ਉੱਠ ਕੇ ਉਹੀ ਕੰਮ ਕਰਦਾ ਜਿਹੜਾ ਮੈਂ ਸ਼ਾਮ ਨੂੰ 5 ਵਜੇ ਤੋਂ ਬਾਅਦ ਸ਼ੁਰੂ ਕਰਦਾ ਸਾਂ। ਫਿਰ ਮੈਂ ਉਹ ਮਾਰਾ ਮਾਰੀ ਜਾਂਦਾ ਹੀ ਨਾ ਉਹਦੇ ਵਿੱਚ। ਇਹ ਹੈਗਾ। ਔਰ ਇਹ ਇੱਕ ਜਿਹੜਾ ਫਰਕ ਹੈ, ਤੁਸੀਂ ਸਮਝੋ ਕੰਮ ਕਰਨ ਨੂੰ, ਕਿ ਕੰਮ ਦੀ ਜਿਹੜੀ ਪੁਰਾਣੀ ਡੈਫੀਨੇਸ਼ਨ ਹੈ ਉਹ ਮੁੱਕ ਜਾਣੀ ਹੈ, ਕੰਮ ਦੀ ਇੱਕ ਨਵੀਂ ਡੈਫੀਨੇਸ਼ਨ ਹੋਣੀ ਹੈ, ਅਰਨਿੰਗ ਦੀ ਇੱਕ ਨਵੀਂ ਡੈਫੀਨੇਸ਼ਨ ਹੋਣੀ ਹੈ, ਇਨਸਾਨਾਂ ਦੇ ਇੱਕ ਦੂਜੇ ਦੇ ਨਾਲ ਤਲਕਾਤ ਕਿੰਨਾ ਬੁਨਿਆਦਾਂ ਤੇ ਬਣਦੇ ਨੇ ਉਹਦੇ ਵਿੱਚ ਵੀ ਤਬਦੀਲੀ ਆਉਣੀ ਹੈ। ਮਤਲਬ ਹੁਣ ਤੇ ਕਲਾਸ ਦੀ ਬੇਸ ਦੇ ਉੱਤੇ ਤਲਕ ਕਾਇਮ ਹੁੰਦੇ ਨੇ ਨਾ ਜੀ, ਤੇ ਫਿਰ ਕਿਸ ਬੁਨਿਆਦ ਤੇ ਕਾਇਮ ਹੁੰਦੇ ਨੇ ਉਹ ਉਹਦੇ ਵਿੱਚ ਹੋਰ ਉਹਦੇ 'ਚ ਵੀ ਬਦਲੀ ਆਉਣੀ ਹੈ। ਤਾਂ ਕਿ ਪੂਰੀ ਸੁਸਾਇਟੀ ਜਿਹੜੀ ਹੈ ਉਹਦਾ ਇੱਕ ਮੈਟਾਮਾਰਫਸਿਸ ਹੋਣਾ ਹੈ। ਇਹ ਕਿੰਜ ਹੋਣਾ ਹੈ, ਕਿਸ ਸਟੈਪ 'ਚ ਹੋਣਾ ਹੈ, ਕਿਵੇਂ ਉਹਦੀ ਰਸਤਾ ਕੀ ਹੋਣਾ ਹੈ, ਇਹ ਮੈਂ ਪਹਿਲੇ ਵੀ ਅਰਜ਼ ਕਰ ਚੁੱਕਿਆ ਕਿ ਇਹ ਦੱਸਣਾ ਮੁਮਕਿਨ ਨਹੀਂ ਹੈਗਾ। ਇਹ ਨਾਲ ਹੀ ਪਤਾ ਲੱਗੇਗਾ। ਅਸੀਂ ਸਿਰਫ ਇਹ ਹੈ ਕਿ ਅਸੀਂ ਇਹਦੇ ਉੱਤੇ ਗੌਰ ਕਰਦੇ ਜਾਈਏ ਔਰ ਆਪਣੇ ਆਪ ਨੂੰ ਤਿਆਰ ਕਰੀਏ ਇਸ ਇੱਕ ਨਵੀਂ ਦੁਨੀਆ ਲਈ ਜਿਹੜੀ ਕਿ ਸਾਡੇ ਸਾਹਮਣੇ ਆਉਣ ਜਾ ਰਹੀ ਹੈ। ਮੇਰਾ ਖਿਆਲ ਅੱਜ ਲਈ ਕਾਫੀ ਹੋ ਗਿਆ ਹੈ। ਤੇ डॉक्टर साहब एक सवाल था। हाँ डॉक्टर साहब सवाल ये था कि जैसे आपने बोला कि यूनिवर्सल इनकम, मतलब जब आर्टिफिशियल इंटेलिजेंस आएगी तो यूनिवर्सल इनकम आएगी, पर यार जो मशीनें होती हैं वो तो सरप्लस पैदा नहीं करती हैं, वो तो प्रॉफिट पैदा नहीं करता है। प्रॉफिट तो एक बंदे पैदा करते हैं, तो मतलब फिर प्रॉफिट कैसे पैदा होगा? मशीन सामान पैदा कर रही है और फिर वही सामान, मतलब इसमें पैसे का तो कुछ मतलब ही नहीं रहा ना यार। पैसे ये का तो जो मतलब होता है बंदा। केशव साहब, आप जो है ना अल्लाह के वास्ते मार्क्सिज्म की पुरानी किताबें पढ़ना छोड़ दें और ये जो नए ढंग सामने आ रहे हैं वो उनको देखिए। प्रॉफिट क्या है? नहीं, सुने बात सुने, मैं जवाब दे रहा हूँ आपको। प्रॉफिट क्या है? प्रॉफिट है कास्ट ऑफ प्रोडक्शन, नहीं, प्राइस एट विच द कमोडिटी इज सोल्ड माइनस द कास्ट ऑफ प्रोडक्शन, दैट इज प्रॉफिट। अब जब इंसान ही काम करने वाला था, मशीना काम नहीं सी कर दिया, इंसान ही काम करता सी, ते जिहड़ी चीज खाम माल तो चीज बनदी सी वो बंदे दी मेहनत बनदी सी, जिन्हों असी सरप्लस वैल्यू कहने हैं। लकड़ी दी कोई वैल्यू नहीं जंगल 'ਚ जिन्ना चिर तक हैगी है, लेकिन ਜਦੋਂ ਉਹਨੂੰ ਜੰਗਲ 'ਚੋਂ ਲਿਆ ਕੇ ਮਜ਼ਦੂਰ ਨੇ ਉਹਨੂੰ ਤਰਖਾਣ ਨੇ ਉਹਨੂੰ ਘੜ ਕੇ ਮੇਜ਼ ਬਣਾਇਆ ਤੇ ਉਹ ਮੇਜ਼ ਬਣ ਕੇ ਜਦੋਂ ਵਿਕੀ ਤੇ ਉਹ ਜਿਹੜੀ ਵਿਕੀ ਹੈ ਚੀਜ਼ ਉਹਦੀ ਮਿਹਨਤ ਵਿਕੀ ਹੈ। ਸਰਮਾਇਆਦਾਰ ਸਿਰਫ ਇਹ ਕਰਦਾ ਸੀ ਕਿ ਉਹ ਜਿਹੜੀ ਸਰਪਲਸ ਕ੍ਰੀਏਟ ਹੁੰਦੀ ਹੈ ਕਿਸੇ ਸ਼ੈ ਨੂੰ ਬਣਾਉਣ ਦੇ ਵਿੱਚ, ਉਹਦੇ ਵਿੱਚੋਂ ਵੱਡਾ ਹਿੱਸਾ ਆਪ ਖੁਦ ਰੱਖ ਲੈਂਦਾ ਹੈ ਤੇ ਉਹਦਾ ਇੱਕ ਮਾਮੂਲੀ ਹਿੱਸਾ ਸਰਪਲਸ ਵੈਲਿਊ ਦਾ ਜਿਹੜਾ ਹੈ ਉਹ ਮਜ਼ਦੂਰ ਨੂੰ ਦੇ ਦਿੰਦਾ ਹੈ। ਇੰਨਾ ਹਿੱਸਾ ਦਿੰਦਾ ਕਿ ਮਜ਼ਦੂਰ ਜ਼ਿੰਦਾ ਰਹਿ ਸਕੇ ਤਾਂ ਕਿ ਉਹਦੇ ਕੋਲੋਂ ਅਗਲੇ ਦਿਨ ਵੀ ਕੰਮ ਕਰਵਾਇਆ ਜਾ ਸਕੇ। ਠੀਕ, ਹੁਣ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਉਹਦਾ ਜਵਾਬ ਬਹੁਤ ਸਿੱਧਾ ਹੈਗਾ। ਹੁਣ ਸਰਮਾਇਆਦਾਰ ਬੰਦੇ ਦੀ ਬਜਾਏ ਉਹ ਮਸ਼ੀਨਾਂ ਕੰਪਿਊਟਰਾਂ ਦੇ ਨਾਲ ਇੰਟੈਲੀਜੈਂਸ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਚੀਜ਼ਾਂ ਪੈਦਾ ਕਰੇਗਾ। ਉਹਦੀ ਕਾਸਟ ਜਿਹੜੀ ਹੈ ਉਹ ਦੇਖ ਲੇਗਾ ਕਿੰਨੀ ਉਹਦੀ ਕਾਸਟ ਆ ਰਹੀ ਹੈ। ਫਰਜ਼ ਕਰੋ ਉਹਦੀ ਕਾਸਟ ਬਹੁਤ ਹੀ ਘੱਟ ਹੁੰਦੀ ਹੈ ਤੇ ਉਹ ਬਾਜ਼ਾਰ ਵਿੱਚ ਜਾ ਕੇ ਵਿਕਦੀ ਹੈ। ਉਹ ਜਿਹੜੀ ਬਾਜ਼ਾਰ ਵਿੱਚ ਜਾ ਕੇ ਵਿਕੇਗੀ ਤੇ ਜਿਹੜੀ ਉਹਦੀ ਆਪਣੀ ਕਾਸਟ ਹੈ ਉਹਦਾ ਮੁਨਾਫਾ ਹੋਏਗਾ। ਸੋ ਮੁਨਾਫਾ ਜਿਹੜਾ ਹੈਗਾ ਉਹਦਾ ਜਿਹੜਾ ਪੁਰਾਣਾ ਤਲਕ ਸੀਗਾ ਸਰਪਲਸ ਵੈਲਿਊ ਦੇ ਨਾਲ, ਮਜ਼ਦੂਰ ਦੀ ਸਰਪਲਸ ਵੈਲਿਊ ਦੇ ਨਾਲ, ਉਹ ਮੁੱਕ ਜਾਏਗਾ। ਇਸ ਵਾਸਤੇ ਤੁਹਾਨੂੰ ਸਰਪਲਸ ਵੈਲਿਊ ਜਾਂ ਮੁਨਾਫੇ ਦੀ ਵੀ ਨਵੀਂ ਡੈਫੀਨੇਸ਼ਨ ਕਰਨੀ ਪਏਗੀ। ਪੁਰਾਣੀ ਡੈਫੀਨੇਸ਼ਨ ਜਿਹੜੀ ਸਰਮਾਇਆਦਾਰੀ ਸਮਾਜ ਦੇ ਵਿੱਚ, ਇੰਡਸਟਰੀਅਲਾਈਜੇਸ਼ਨ ਦੇ ਵਿੱਚ
ਔਰ ਉਸ ਤੋਂ ਪਹਿਲੇ ਸਮਾਜਾਂ ਦੇ ਵਿੱਚ ਜਿਹੜੀ ਡੈਫੀਨੇਸ਼ਨ ਹੈ ਸੀ ਆਪਣਾ ਮੁਨਾਫੇ ਦੀ ਔਰ ਸਰਪਲਸ ਵੈਲਿਊ ਦੀ, ਉਹ ਬਦਲ ਜਾਏਗੀ। ਸਰ ਇਹ ਨਾ ਕਿ ਤੁਸੀਂ ਮਜ਼ਦੂਰ ਦੀ ਥਾਂ ਤੇ ਮਜ਼ਦੂਰ ਦੀ ਮਿਹਨਤ ਦੀ ਜਗ੍ਹਾ ਤੇ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲਾਓਗੇ ਔਰ ਉਹ ਕਾਰਪੋਰੇਟ ਫਿਰ ਵੀ ਉਹਦਾ ਫਾਇਦਾ ਚੁੱਕੇਗੀ। ਯਾਨੀ ਉਹ ਹੁਣ ਕਿਸੇ ਨੂੰ ਪੈਸੇ ਨਹੀਂ ਦੇਣੇ ਪੈਣਗੇ, ਉਹ ਸਾਰੇ ਕਾਰਪੋਰੇਟ ਦੇ ਹੋ ਜਾਣਗੇ, ਉਹ ਪੂਰਾ ਪ੍ਰੋਫਿਟ ਜਿਹੜਾ ਕਾਰਪੋਰੇਟ ਦਾ ਹੋ ਜਾਏਗਾ, ਲੇਕਿਨ ਮਜ਼ਦੂਰ ਦੀ ਥਾਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਾਏਗੀ। ਮਿਸਾਲ ਦੇ ਤੌਰ ਤੇ ਤੁਸੀਂ ਦੇਖੋ ਨਾ, ਮਿਸਾਲ ਦੇ ਤੌਰ ਤੇ ਦੇਖੋ ਨਾ, ਮਿਸਾਲ ਦੇ ਤੌਰ ਤੇ ਹੈ ਨਾ, ਇਹ ਤੇ ਸ਼ਾਹ ਜੀ ਜ਼ਰਾ ਡਿਫਰ ਕਰਦੇ ਨੇ, ਲੇਕਿਨ ਅਸੂਲੀ ਤੌਰ ਤੇ ਮੈਨੂੰ ਗੱਲ ਕਰ ਲੈਣ ਦਿਓ। ਮਿਸਾਲ ਦੇ ਤੌਰ ਤੇ ਊਬਰ ਕਾਰਾਂ ਚੱਲਦੀਆਂ ਨੇ ਇੱਥੇ ਅਮਰੀਕਾ ਦੇ ਵਿੱਚ, ਤੇ ਊਬਰ ਕਾਰਾਂ ਪਹਿਲੇ ਵੀ ਮਿਸਾਲ ਦੇ ਚੁੱਕੇ ਆ। ਤੇ ਊਬਰ ਕਾਰਾਂ ਦੇ ਵਿੱਚ ਜਿਹੜੇ ਡਰਾਈਵਰ ਨੇ ਚਲਾਉਣ ਵਾਲੇ, ਜਿਹੜਾ ਉਹਦਾ ਕਿਰਾਇਆ ਲਿਆ ਜਾਂਦਾ ਹੈ, ਊਬਰ ਜਿਹੜਾ ਕਿਰਾਇਆ ਲੈਂਦੀ ਹੈ ਉਹਦੇ ਵਿੱਚੋਂ 75% ਜਿਹੜੀ ਹੈ ਉਹ ਦੇ ਦਿੰਦੀ ਹੈ ਉਹ ਨੂੰ, ਤੇ 25% ਉਹ ਰੱਖ ਲੈਂਦੀ ਹੈ। ਅੱਛਾ, ਹੁਣ ਅਗਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਗੱਡੀ ਚੱਲੇ ਜਿਹੜੀਆਂ ਨੇ ਉਹ ਸੈਲਫ ਡਰਾਈਵ ਹੋ ਜਾਂਦੀਆਂ ਨੇ, ਤੇ ਊਬਰ ਜਿਹੜਾ ਹੈ ਉਹ 75% ਕਿਉਂ ਜਾਏਗਾ ਕਿਸੇ ਨੂੰ? ਉਹ ਖੁਦ ਕਾਰਾਂ ਅਰਬਾਂ ਦੀ ਕਰੋੜਾਂ ਦੀ ਤਾਦਾਦ ਵਿੱਚ ਖੁਦ ਹੀ ਖਰੀਦ ਲਏਗਾ। ਜਿਹੜੀ ਉਹਦੀ ਕਾਸਟ ਹੈਗੀ ਹੈ ਕਾਰ ਦੀ, ਜਿੰਨੀ ਵੀ ਕਾਸਟ ਹੈਗੀ ਹੈ, ਉਹ ਜਿੰਨੀ ਚਲਾਉਣ ਦੀ ਕਾਸਟ ਹੈ, ਔਰ ਜਿੰਨਾ ਕਿਰਾਇਆ ਉਹ ਲਏਗਾ ਸਾਡੇ ਕੋਲੋਂ, ਉਹ ਜਿਹੜਾ फर्क है वो ਉਹਦਾ प्रॉफिट होएगा। डॉक्टर साहब मैं ये बोल रहा हूँ, मैं आपकी बात पूरी समझ रहा हूँ ना, पर मैं ये बोल रहा हूँ कि जब सारा बिजनेस ही आर्टिफिशियल, मतलब सारा जो बिजनेस है वो आर्टिफिशियल इंटेलिजेंस वाली मशीनें ले रही है ना, मतलब प्रॉफिट उनको जा रहा है, फिर उस प्रॉफिट का कुछ हिस्सा वो लोगों को दे रहे हैं, और उसी प्रॉफिट के हिस्से से लोग सामान खरीद रहे हैं, तो फिर इसमें और प्रॉफिट कमाने की बात कहाँ आ गई? मतलब जो लोगों को वो यूनिवर्सल इनकम दे रहे हैं ना, वो भी वो अपने हिस्से से, कॉर्पोरेटों के हिस्से से जा रही है, लोग खुद तो इनकम कमा नहीं रहे हैं कुछ, वो भी उससे ही हिस्से जा रही है, तो ज्यादा प्रॉफिट कमाने की बात कहाँ से है? गुड क्वेश्चन। लेकिन मैं बताऊं कि जो उस सिलसिले में जो प्रॉफिट की शक्ल होगी वो ये होगी कि अगर फर्ज कीजिए कि $100 जो $100 की चीज़ें पैदा हुई हैं, तो वो $100 की चीज़ें बेचने के लिए $100 डिस्ट्रीब्यूट कर देते हैं और $100 की चीज़ें बिक जाती हैं। लेकिन उसमें ये भी मुमकिन है कि जो $100 आए उसमें से सरमायाकार जो है वो 90 तो तकसीम कर दे लोगों में, लेकिन 10 जो है वो अपने पास रख ले और 10 को मजीद इन्वेस्ट करे, उससे और कारें खरीदे या कोई और इंडस्ट्री शुरू करे। तो मुनाफे से मुनाफा कमाना जो है उसकी अपनी डायनामिक्स हैं। ਹਾਂਜੀ ਸਰ, ਇਹਦਾ ਇੱਕ ਹੋਰ ਪਹਿਲੂ ਜਿਹੜਾ ਤੁਸੀਂ ਐਮਫਸਾਈਜ਼ ਕਰਦੇ ਹੋ ਕਿ ਜਿਹੜੀ ਇੱਕ ਸਮਾਜ ਵਿੱਚ ਹਕੂਮਤ ਦੇ ਟੈਕਸੇਸ਼ਨ ਦਾ ਜਿਹੜਾ ਰੋਲ ਹੈ, ਜਿਹੜਾ ਇੱਕ ਸਮਾਜ ਵਿੱਚ ਇੱਕ ਇਨਕਲੋਜ਼ਡ ਏਰੀਆ ਵਿੱਚ ਬਾਇੰਗ ਐਂਡ ਸੈਲਿੰਗ ਹੁੰਦੀ ਹੈ, ਉਹਦੇ ਵਿੱਚ ਗਵਰਨਮੈਂਟ ਬੈਨੀਫਿਟਸ ਜਿਹੜੇ ਨੇ ਉਹ ਵੀ ਇੱਕ ਵਨ ਫਾਰਮ ਆਫ ਡਿਸਟ੍ਰੀਬਿਊਸ਼ਨ ਆਫ ਵੈਲਥ ਹੀ ਹੈ ਨਾ, ਉਹ ਉਸ ਤੇ ਵੀ ਇਨਫਲੂਐਂਸ ਕਰਦੇ ਹਨ, ਕਿਉਂਕਿ ਇਟਸ ਅ ਕਲੋਜ਼ਡ ਸੁਸਾਇਟੀ ਮੋਰਲੈਸ, ਜਿਹਦੇ ਚ ਬਾਇੰਗ ਪਾਵਰ ਜੇ ਵੈਲਫੇਅਰ ਸਿਸਟਮ ਦੇ ਥਰੂ ਆਉਂਦੀ ਹੈ ਲੋਕਾਂ ਨੂੰ, ਪਰ ਉਹ ਵੀ ਜਿਹੜਾ ਮੁਨਾਫਾ ਕਮਾਉਂਦਾ ਹੈ ਉਸ ਤੋਂ ਲੈਂਦੀ ਹੈ ਗਵਰਨਮੈਂਟ, ਤੇ ਉਹਦਾ ਇੱਕ ਰਿਲੇਸ਼ਨਸ਼ਿਪ ਤਾਂ ਹੈ ਨਾ। ਉਹ ਗੱਲ ਪਤਾ ਕੀ ਹੈਗੀ ਹੈ, ਇਹ ਚ ਮੈਨੂੰ ਮੈਂ ਇਹਦੇ ਚ ਮੈਨੂੰ ਪਤਾ ਪ੍ਰੋਬਲਮ ਕੀ ਹੈਗੀ। ਇਹ ਚ ਪ੍ਰੋਬਲਮ ਇਹ ਹੈਗੀ ਹੈ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਨਹੀਂ ਹੋਈ ਅਜੇ ਤੱਕ, ਔਰ ਇੰਡਸਟਰੀਅਲਾਈਜੇਸ਼ਨ ਦੇ ਨਾਲ ਜਿਵੇਂ ਟੈਕਸੇਸ਼ਨ ਦਾ ਸਿਸਟਮ ਔਰ ਜਿਵੇਂ ਵੈਲਫੇਅਰ ਦੇ ਸਿਸਟਮ ਐਸਟੈਬਲਿਸ਼ ਹੋਏ ਨੇ, ਅਜੇ ਉਹਨਾਂ ਮੁਲਕਾਂ ਜਿਹਦੇ ਉੱਥੇ ਹੋਏ ਨਹੀਂ ਹੈ। ਅਜੇ ਉੱਥੇ ਬਹੁਤ ਹੀ ਪ੍ਰਿਮਿਟਿਵ ਟਾਈਪ ਦੀ ਕੈਪੀਟਲਿਜ਼ਮ ਜਿਹੜੀ ਹੈ, ਜਿਹੜੀ ਕਿ
ਜਿਹੜੀ ਕਿ ਮੌਜੂਦ ਸੀਗੀ 16ਵੀਂ 17ਵੀਂ ਸਦੀ 'ਚ ਯੂਰਪ ਦੇ ਵਿੱਚ, ਉਸ ਤਰ੍ਹਾਂ ਦੀ ਕੈਪੀਟਲਿਜ਼ਮ ਉੱਥੇ ਮੌਜੂਦ ਹੈ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ। ਤੇ ਇਸ ਲਈ ਸਾਡੇ ਦੋਸਤ ਜਿਹੜੇ ਉਹਨਾਂ ਮੁਲਕਾਂ ਤੋਂ ਨੇ, ਉਹਨਾਂ ਦੇ ਇਮੈਜੀਨੇਸ਼ਨ ਵਿੱਚ ਜਿਹੜੀ ਹੈ ਇਹ ਨਵੀਂ ਗੱਲ ਇੰਨੀ ਸੌਖੀ ਤਰੀਕੇ ਨਾਲ ਨਹੀਂ ਆਉਂਦੀ। ਮੈਂ ਤੁਹਾਨੂੰ ਉਹਦੀ ਨਾ ਇੱਕ ਸੱਚੀ ਗੱਲ ਕਹਾਣੀ ਸੁਣਾ ਦਿੰਦਾ। ਮੈਂ ਸ਼ਾਇਦ ਪਹਿਲੇ ਵੀ ਤੁਹਾਨੂੰ ਸੁਣਾਈ ਸੀ। ਉਹ ਇੱਕ ਵਾਰੀ ਅਸੀਂ ਲਾਹੌਰ ਹੁੰਦੇ ਸਾਂ 70s ਦੇ ਵਿੱਚ, ਤੇ ਅਸੀਂ ਤੈਅ ਕੀਤਾ ਕਿ ਜੀ ਅਸੀਂ ਮਾਰਕਸ ਦੀ ਦਾਸ ਕੈਪੀਟਲ ਪੜ੍ਹਨੀ ਹੈ ਤੇ ਖੁਫੀਆ ਪੜ੍ਹਨੀ ਹੈ, ਕਿਸੇ ਨੂੰ ਦੱਸਣਾ ਨਹੀਂ ਹੈ। ਤੇ ਅਸੀਂ ਜਿਨਾਹ ਗਾਰਡਨ 'ਚ ਜਾ ਕੇ 4-5 ਬੰਦੇ ਇੱਕ ਕੋਨੇ 'ਚ ਲਾ ਕੇ ਬਹਿ ਜਾਂਦੇ ਸਾਂ, ਦਾਸ ਕੈਪੀਟਲ ਪੜ੍ਹਨ ਦੀ ਕੋਸ਼ਿਸ਼ ਕਰਦੇ ਸਾਂ। ਤੇ ਉਹਦੇ ਵਿੱਚ ਦਾਸ ਕੈਪੀਟਲ ਦੇ ਵਿੱਚ ਉਹ ਜ਼ਿਕਰ ਆਇਆ, ਮਾਰਕਸ ਨੇ ਕਿਹਾ ਕਿ ਪਰ ਆਰ ਵੇਜਸ ਜਿਹੜੀਆਂ ਨੇ ਉਹ ਇੰਜ ਤੈਅ ਹੁੰਦੀਆਂ ਨੇ, ਇਸ ਤਰ੍ਹਾਂ ਦੀ ਕੋਈ ਗੱਲ ਸੀਗੀ। ਸਾਡਾ ਇੱਕ ਦੋਸਤ ਜਿਹੜਾ ਕਿ ਐਕਸਟ੍ਰੀਮ ਐਕਟਿਵਿਸਟ ਔਰ ਫਲਸਫੇ ਦਾ ਸਟੂਡੈਂਟ ਸੀ, ਉਹਦਾ ਨਾਮ ਸੀ ਸ਼ੁਜਾ ਉਲ ਹਕ। ਉਹ ਇਸ ਗੱਲ ਤੇ ਅੜ ਗਿਆ। ਉਹ ਕਹਿਣ ਲੱਗਾ ਕਿ ਘੰਟਿਆਂ ਦੇ ਵਿੱਚ ਵੇਜਸ ਤੈਅ ਕਿਵੇਂ ਹੋ ਸਕਦੀ ਹੈ? ਤੁਸੀਂ ਕਿਵੇਂ ਕਹਿ ਸਕਦੇ ਹੋ $15 ਘੰਟਾ? ਉਹਦੇ ਇਮੈਜੀਨੇਸ਼ਨ ਵਿੱਚ ਨਹੀਂ ਸੀ ਕਿ ਸਰਮਾਇਆਦਾਰ ਮੁਲਕਾਂ ਦੇ ਵਿੱਚ ਵੇਜਸ ਤੈਅ ਹੀ ਘੰਟਿਆਂ 'ਚ ਹੁੰਦੀ ਹੈ। ਉਹਦੇ ਜ਼ਿਹਨ ਦੇ ਵਿੱਚ ਇੱਕ ਹੀ ਨਕਸ਼ਾ ਸੀ ਕਿ ਜਾਂ ਤੇ ਮਹੀਨੇ ਦੀ ਤਨਖਾਹ ਹੁੰਦੀ ਹੈ ਜਾਂ ਹਫ਼ਤੇ ਦੀ ਤਨਖਾਹ ਹੁੰਦੀ ਹੈ। ਇੱਕ ਘੰਟੇ ਦੀ ਤਨਖਾਹ ਤਾਂ ਕੋਈ ਨਹੀਂ ਹੁੰਦੀ, ਕਿਉਂਕਿ ਉਸ ਸਮਾਜ ਦੇ ਵਿੱਚ ਜਿਹੜਾ ਪਾਕਿਸਤਾਨੀ ਸਮਾਜ ਹੈ ਉਹਦੇ ਵਿੱਚ ਘੰਟਿਆਂ ਦੇ ਹਿਸਾਬ ਨਾਲ ਤਾਂ ਕੋਈ ਨਹੀਂ ਤੈਅ ਹੁੰਦਾ। ਸਾਡਾ ਦਿਹਾੜੀਆਂ ਦਾ ਹਿਸਾਬ ਹੁੰਦਾ, ਦਿਹਾੜੀਆਂ ਦਾ ਹਿਸਾਬ ਹੁੰਦਾ ਸੀ, ਲੇਕਿਨ ਘੰਟਿਆਂ ਦਾ ਕੋਈ ਨਹੀਂ ਸੀ ਹੁੰਦਾ। ਤੁਸੀਂ ਇਹ ਨਹੀਂ ਸੀ ਕਹਿ ਸਕਦੇ ਕਿ ਜੀ ਮਾਸਟਰ ਜਿਹੜਾ ਉਹ 10 ਰੁਪਏ ਘੰਟਾ ਕਮਾ ਰਿਹਾ ਹੈ। ਹੁਣ ਇੱਥੇ ਤੇ ਇਹ ਹੈ ਕਿ ਤੁਸੀਂ ਅਗਰ ਹਾਈ ਲੈਵਲ ਦਾ ਅਫਸਰ ਵੀ ਹੋ, ਤੁਸੀਂ 2 ਲੱਖ ਵੀ ਸਾਲ ਦੇ ਜਾਂ ਮਹੀਨੇ ਦੇ ਕਮਾ ਰਹੇ ਹੋ, ਤੇ ਇੱਕ ਖਾਨਾ ਬਣਿਆ ਹੁੰਦਾ ਪਰ ਆਰ ਵੇਜਸ, ਉਹਦੇ ਵਿੱਚ ਤੁਹਾਡੀ 1 ਘੰਟੇ ਦੀ ਵੇਜਸ ਵੀ ਲਿਖੀਆਂ ਹੁੰਦੀਆਂ ਨੇ, ਭਾਵੇਂ ਤੁਸੀਂ ਜਿੰਨਾ ਵੀ ਮਰਜ਼ੀ ਕਮਾ ਰਹੇ ਹੋ। ਮਸਲਾ ਇਹ ਹੈ ਕਿ ਮੈਂ ਜਦੋਂ ਪਾਕਿਸਤਾਨ ਦੇ ਵਿੱਚ ਰਹਿੰਦਾ ਸਾਂ ਔਰ ਜਦੋਂ ਮੈਂ ਅਮਰੀਕਾ ਆ ਗਿਆ, ਤੇ ਮੈਨੂੰ ਇਹ ਬਹੁਤ ਅਹਿਸਾਸ ਹੋਇਆ ਬੁਨਿਆਦੀ ਇਸ ਗੱਲ ਦਾ ਕਿ ਪਾਕਿਸਤਾਨ ਵਗੈਰੇ ਐਗਰੀਰੀਅਨ ਮੁਲਕ 'ਚ ਰਹਿ ਕੇ ਐਡਵਾਂਸਡ ਇੰਡਸਟਰੀਅਲਾਈਜ਼ਡ ਕੰਟਰੀਜ਼ ਜਿਹੜੀਆਂ ਨੇ, ਉਹਨਾਂ ਦੇ ਬਹੁਤ ਸਾਰੇ ਪਹਿਲੂਆਂ ਦਾ ਅੰਦਾਜ਼ਾ ਕਰਨਾ ਬਹੁਤ ਮੁਸ਼ਕਿਲ ਹੈਗਾ। ਉਹ ਸਾਡੀ ਇਮੈਜੀਨੇਸ਼ਨ 'ਚ ਨਹੀਂ ਆਉਂਦੀਆਂ। ਇਹ ਇੱਕ ਬਹੁਤ ਵੱਡੀ ਗੱਲ ਹੈ। ਇਸ ਵਾਸਤੇ ਹੁਣ ਮੈਨੂੰ ਦੇਖੋ ਨਾ, ਜਿਹੜੇ ਕੈਸ਼ਵ ਬੁਣੀ ਨੇ, ਉਹਨਾਂ ਨੂੰ ਮੈਂ ਕਿਵੇਂ ਸਮਝਾਵਾਂ ਕਿ ਮੈਂ 76 ਸਾਲ ਦਾ ਹੋ ਗਿਆ ਤੇ ਮੇਰੀ ਹੈਲਥ ਜਿਹੜੀ ਹੈ ਉਹ ਵੀ ਮੈਨੂੰ ਮੁਫਤ ਮਿਲਦੀ ਹੈ, ਮੈਡੀਕੇਅਰ ਦਿੰਦੀ ਹੈ, ਮਹੀਨੇ ਦੇ ਮੈਨੂੰ ਸੋਸ਼ਲ ਸਿਕਿਉਰਿਟੀ ਦੇ ਪੈਸੇ ਵੀ ਮਿਲਦੇ ਨੇ ਖਰਚ ਕਰਨ ਲਈ। ਇਹ ਸਰਮਾਇਆਦਾਰੀ ਨਿਜ਼ਾਮ ਦੇ ਅੰਦਰ ਹੀ ਇਹ ਹੋ ਰਿਹਾ ਹੈ। ਚਾਰੇ ਪਾਸੇ ਮੇਰੇ ਸਰਮਾਇਆਦਾਰੀ ਨਿਜ਼ਾਮ ਹੈ, ਜੇ ਸਭ ਤੋਂ ਵੱਡਾ ਸਰਮਾਇਆਦਾਰੀ ਨਿਜ਼ਾਮ ਹੈ ਅਮਰੀਕਾ, ਇਹ ਹੋ ਰਿਹਾ ਹੈ। ਇਹ ਹੁਣ ਕੇਸ਼ਵਪੁਰੀ ਇਹਨੂੰ ਕਿਵੇਂ ਮੰਨਣ? ਹਿੰਦੁਸਤਾਨ ਦੇ ਵਿੱਚ ਇਹਦੀ ਦੂਰ ਤੱਕ ਪੋਸੀਬਿਲਿਟੀ ਨਹੀਂ ਹੈਗੀ ਕਿ ਬੰਦਾ 65 ਸਾਲ ਦਾ, ਉੱਥੇ ਤੇ 65 ਸਾਲ ਦਾ ਬੰਦਾ ਹੋ ਜਾਂਦਾ ਤੇ ਉਹਨੂੰ ਘਰ ਵਾਲੇ ਵੀ ਘਰੋਂ ਕੱਢ ਦਿੰਦੇ ਨੇ। ਖੈਰ, ਤੇ ਚਲੋ ਜੀ ਅੱਜ ਮੈਂ ਕਹਿੰਦਾ ਇੱਥੇ ਮੁਕਾ ਦਈਏ, ਕਾਫੀ ਹੋ ਗਿਆ, ਤੇ ਹੁਣ ਫਿਰ ਅਗਲੇ ਹਫ਼ਤੇ ਮਿਲਾਂਗੇ। ਸਰ ਇੱਕ ਕੁਇਕ ਮੈਂ ਗੱਲ ਕਰਦੇ ਆ, ਤੁਹਾਡਾ ਬਸ ਇੱਕ ਪਰਸਪੈਕਟਿਵ ਦੱਸਣਾ ਸੀ, ਕੋਈ ਨਈ ਗੱਲ ਨਹੀਂ ਹੈ। ਉਹ ਹੈ ਕਿ ਇਹ ਜਿਹੜੀ ਸੋਸਾਇਟੀਜ਼ ਹੈ ਨਾ, ਵੈਸਟਰਨ ਕੈਪੀਟਲਿਸਟ ਐਡਵਾਂਸ ਕੈਪੀਟਲਿਸਟ ਸੋਸਾਇਟੀਜ਼, ਇਹਦੇ 'ਚ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਵੀ ਸਟੇਟ ਕਰਦੀ ਹੈ, ਇਹਨਾਂ ਨੇ ਜਿਹੜੇ ਰੂਲਸ ਆਫ ਦ ਗੇਮ ਐਸਟੈਬਲਿਸ਼ ਕੀਤੇ ਨਾ, ਦੇ ਇਨਸਿਸਟ ਕਿ ਸਾਰੇ ਲੋਕੀ ਮਸਟ ਪਲੇ ਅਕੋਰਡਿੰਗ ਟੂ ਦ ਰੂਲਸ ਆਫ ਦ ਗੇਮ। ਉਹਨਾਂ ਦੀ ਐਨਫੋਰਸਮੈਂਟ ਜਿਹੜੀ ਹੈ ਨਾ, ਰੂਲਸ ਆਫ ਦ ਗੇਮ ਮੈਂ ਕਹਿ ਰਿਹਾ, ਪਰ ਤੁਸੀਂ ਸਮਝਦੇ ਹੋ ਨਾ ਕਿ ਮੇਰਾ ਕਹਿਣ ਦਾ ਮਕਸਦ ਹੈ ਕਿ ਸੋਸਾਇਟੀ 'ਚ ਲਾਜ਼ ਜਿਹੜੇ ਉਹ ਜੋ ਵੀ ਬਣਾਉਂਦੀ ਹੈ ਆਪਣੇ ਇੰਟਰਸਟ 'ਚ ਬਣਾਉਂਦੇ ਹਨ, ਕੰਟਰੋਲਿੰਗ, ਉਹ ਦੂਜੀ ਗੱਲ। ਪਰ ਮੇਨਲੀ majority of the society, vast majority, ਉਹ ਆਪਣੇ ਰੂਲਸ ਆਫ ਦ ਗੇਮ ਤੇ ਅਕੋਰਡਿੰਗਲੀ ਖੇਡਦੀ ਹੈ। ਤੇ ਫਿਰ ਪਲੈਨਿੰਗ ਵੀ ਹੋ ਸਕਦੀ ਹੈ,
ਫਿਰ ਸਾਰੀ ਚੀਜ਼ਾਂ ਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਇਹ ਬੜੀ ਜ਼ਰੂਰੀ ਚੀਜ਼ ਹੈ ਤੇ ਸਟੇਟ ਆਰਗਨਸ ਵੀ ਇਹਨਾਂ ਨੂੰ ਇਨਫੋਰਸ ਕਰਦੇ ਨੇ ਬੜੀ ਇਫੈਕਟਿਵਲੀ। ਉਹ ਮੈਂ ਗੱਲ ਉਹੀ ਹੈ ਨਾ ਕਿ ਮਤਲਬ ਜਿਹੜਾ ਇੰਡਸਟਰੀਅਲਾਈਜ਼ ਸੁਸਾਇਟੀਜ਼ ਦੇ ਵਿੱਚ ਜਿਹੜੇ ਸਿਸਟਮ ਜਿਹੜੇ ਨੇ ਡਿਵੈਲਪ ਹੋ ਗਏ ਨੇ, ਅਜੇ ਉਹ ਸਾਡੇ ਅਗਰੇਰੀਅਨ ਮੁਲਕਾਂ ਤੋਂ ਜਿਹੜੇ ਨਵੇਂ ਸਰਮਾਇਆਦਾਰੀ ਵੱਲ ਆ ਰਹੇ ਨੇ ਉਹਨਾਂ ਵਿੱਚ ਹੋ ਨਹੀਂ ਰਹੇ, ਅਜੇ ਹੋਏ ਨਹੀਂ ਹੈ। ਇਸ ਲਈ ਉਹਨਾਂ ਸੁਸਾਇਟੀਆਂ 'ਚ ਰਹਿਣ ਵਾਲੇ ਜਿਹੜੇ ਸਾਡੇ ਦੋਸਤ ਨੇ ਉਹਨਾਂ ਲਈ ਉਹ ਤਸੱਵਰ ਕਰਨਾ ਮੁਸ਼ਕਿਲ ਹੈ ਜਿਹੜਾ ਅਸੀਂ ਤੁਸੀਂ ਰੋਜ਼ ਡੇਲੀ ਜ਼ਿੰਦਗੀ ਦੇ ਵਿੱਚ ਵੇਖ ਰਹੇ ਹਾਂ। ਯਾਰ ਹੁਣ ਅੱਗੇ ਨਾ ਕੋਈ ਸਵਾਲ ਕਰਨਾ, ਬਹੁਤ ਦੇਰ ਹੋ ਗਈ ਹੈ। ਤੇ ਹੁਣ ਕੱਲ ਜਿਹੜਾ ਨਾ ਉਹ ਗਾਲਬ 'ਚ ਸੈਮੀਨਾਰ ਹੈ ਸਵੇਰੇ, ਤੇ ਉਹ ਅਗਰ ਤੁਹਾਡੇ ਚੋਂ ਕਿਸੇ ਨੇ ਅਗਰ ਅਟੈਂਡ ਕਰਨਾ ਹੋਵੇ ਤੇ ਉਹ ਰਜਿਸਟਰ ਕਰਵਾ ਲਿਓ ਆਪਣਾ ਨਾਂ। ਉਹਦੇ 'ਚ ਫੀਸ ਕੋਈ ਨਹੀਂ ਹੈਗੀ, ਮੁਫਤ ਹੈ। ਤੇ ਜੇ ਤੁਸੀਂ ਕਿਸੇ ਨੇ ਕਰਨਾ ਹੋਵੇ ਤਾਂ ਕਰ ਲਿਓ। ਠੀਕ ਹੈ ਜੀ, ਓਕੇ ਜੀ, ਬਾਏ ਬਾਏ। ਅੱਛਾ ਜੀ, ਥੈਂਕ ਯੂ। ਓਕੇ ਜੀ।